ਚੱਕ ਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਦਵਿੰਦਰ ਤੂਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੱਟ ਦੀਆਂ ਖਬਰਾਂ ਦੇ ਇਸ ਸੈਗਮੈਂਟ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ। ਪੱਟ ਦੀਆਂ ਖਬਰਾਂ ਦੇ ਇਸ ਸੈਗਮੈਂਟ ਦੇ ਵਿੱਚ ਮੇਰਾ ਸਾਥ ਦੇਣਗੇ ਹਰਪ੍ਰੀਤ ਜੀ। ਹਰਪ੍ਰੀਤ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਵੀ ਬਹੁਤ-ਬਹੁਤ ਸਵਾਗਤ। ਥੈਂਕ ਯੂ ਦਵਿੰਦਰ ਜੀ। ਗੱਲਬਾਤ ਸ਼ੁਰੂ ਕਰਦੇ ਹਾਂ ਪੱਟ ਦੀਆਂ ਖਬਰਾਂ ਦੀ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਹਿੰਦੁਸਤਾਨ ਤੇ ਪੰਜਾਬ ਤੋਂ ਪਿਛਲੇ ਕੁਝ ਦਿਨਾਂ ਤੋਂ ਕਾਫੀ ਨਿਊਜ਼ ਆ ਰਹੀਆਂ ਨੇ। ਕੱਲ੍ਹ ਸਰਬੱਤ ਖਾਲਸਾ ਦਾ ਆਯੋਜਿਤ ਵੀ ਕੀਤਾ ਗਿਆ। ਸਰਬੱਤ ਖਾਲਸਾ 2015 ਦੇ ਨਾਂ 'ਤੇ ਉਸ ਦੇ ਅਨੁਸਾਰ ਕੁਝ ਖਬਰਾਂ ਆ ਰਹੀਆਂ ਨੇ, ਉਹਨਾਂ ਦੇ ਬਾਰੇ ਹਰਪ੍ਰੀਤ ਜੀ ਤੁਸੀਂ ਕੀ ਕਹਿਣਾ ਚਾਹੋਗੇ? ਦਵਿੰਦਰ ਜੀ, ਆਪਾਂ ਸਾਰੇ ਜਾਣਦੇ ਹਾਂ ਕੱਲ੍ਹ ਸਰਬੱਤ ਖਾਲਸਾ 2015 ਹੋਇਆ, ਜਿੱਥੇ ਕਿ 13 ਮਤੇ ਲਿਆਏ ਗਏ ਅਤੇ 13 ਮਤੇ ਜਿਹੜਾ ਖਾਸ ਮੇਨ ਖਬਰਾਂ ਨੇ, 3 ਜਥੇਦਾਰਾਂ ਨੂੰ ਨਿਯੁਕਤ ਕੀਤਾ ਗਿਆ ਵਾ। ਉਸ ਤੋਂ ਬਾਅਦ ਹੋਰ ਜਿਹੜੇ 13 ਮਤੇ ਆ ਉਹ 'ਚ ਵੀ ਕੁਛ ਇੱਦਾਂ ਦੀ ਇਸ਼ੂਜ਼ ਡਿਸਕਸ ਕੀਤੇ ਗਏ ਆ ਜਿਹਦੀ ਸ਼ਾਇਦ ਉਮੀਦ ਨਹੀਂ ਸੀ। ਪਰ ਜਿਹੜਾ ਦਵਿੰਦਰ ਜੀ ਇਹ ਸਾਰਾ ਸਿਲਸਿਲਾ ਸ਼ੁਰੂ ਹੋਇਆ, ਜੇ ਆਪਾਂ ਉੱਥੇ ਨਿਗਾਹ ਮਾਰੀਏ ਵਾਪਸ ਚੱਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ, ਜਾਂ ਉਸ ਤੋਂ ਬਾਅਦ ਜਥੇਦਾਰਾਂ ਦੁਆਰਾ ਗਲਤ ਫੈਸਲਾ ਲਏ ਜਾਣ ਦਾ, ਉਹ ਫੈਸਲੇ ਨੂੰ ਵਾਪਸ ਲਏ ਜਾਣ ਦਾ, ਉਹ ਕਿਤੇ ਲੱਗਦਾ ਹੈ ਕਿ ਉਹ ਮੁੱਦਾ ਇੱਥੇ ਡਿਸਕਸ ਨਹੀਂ ਹੋਇਆ। ਇੱਥੇ ਮੈਂ ਤੁਹਾਨੂੰ ਇਹ ਜ਼ਰੂਰ ਦੱਸਣਾ ਚਾਹੂੰਗਾ ਕਿ ਮੇਰੀ ਅੱਜ ਪੰਜਾਬ 'ਚ ਅਤੇ ਇੱਥੇ ਲੋਕਲ ਮੈਂ ਕਾਫੀ ਲੋਕਾਂ ਨਾਲ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮੋਸਟਲੀ ਲੋਕ ਇਹੀ ਕਹਿ ਰਹੇ ਨੇ ਕਿ ਕੁਛ ਜਿੱਦਾਂ ਲੱਗਦਾ ਸੀ ਕਿ ਮਿਸਿੰਗ ਸੀ, ਜਾਂ ਫਿਰ ਬੇਸਿਕਲੀ ਦੇ ਆਰ ਨਾਟ ਹੈਪੀ, ਦੇ ਆਰ ਨਾਟ ਸੈਟਿਸਫਾਈਡ। ਵੈਲ, ਜਿਵੇਂ ਕਿ ਤੁਸੀਂ ਦੱਸਿਆ ਹਰਪ੍ਰੀਤ ਜੀ, ਅਸੀਂ ਚੱਕਦੇ ਟੀਵੀ ਵੱਲੋਂ ਸਾਰੀ ਰਾਤ ਜਿਹੜੀ ਕੱਲ੍ਹ ਰਾਤ ਬੀਤੀ ਆ, ਉਸ ਵੇਲੇ ਸਰਬੱਤ ਖਾਲਸਾ ਦਾ ਲਾਈਵ ਪ੍ਰਸਾਰਣ ਵੀ ਕੀਤਾ ਸੀ ਅਤੇ ਮੈਨੂੰ ਵੀ ਤਕਰੀਬਨ ਸਾਰਾ ਹੀ ਸਮਾਗਮ ਦੇਖਣ ਦਾ ਮੌਕਾ ਮਿਲਿਆ। ਸਮਾਗਮ ਦੇ ਵਿੱਚ ਜਿਹੜੀ ਲੋਕਾਂ ਦੇ ਵਿੱਚ ਉਤਸ਼ਾਹ ਸੀਗਾ ਉਹ ਵੀ ਦੇਖਣ ਨੂੰ ਮਿਲਿਆ। ਕਾਫੀ ਵੱਡੀ ਗਿਣਤੀ ਦੇ ਵਿੱਚ ਐਡੇ ਵੱਡੇ ਸੰਗਤ ਦੇ ਇਕੱਠ ਦੇ ਵਿੱਚੋਂ ਐਗਜ਼ੈਕਟ ਗਿਣਤੀ ਤਾਂ ਜੇ ਤੁਹਾਡੇ ਵਿਰੋਧੀ ਹੁੰਦੇ ਨੇ ਉਹ ਕਹਿੰਦੇ ਨੇ ਘੱਟ ਬੰਦੇ ਨੇ, ਜਿਹੜੇ ਤੁਸੀਂ ਦੂਜੇ ਪਾਸੇ ਜੇ ਪਾਰਸ਼ੀਅਲ ਡਿਸੀਜਨ ਲੈਣਾ ਹੋਵੇ ਤਾਂ ਉਹ ਕਹਿੰਦੇ ਨੇ ਬਹੁਤ ਜ਼ਿਆਦਾ ਸੀ। ਪਰ ਉਮੀਦ ਕਰਦੇ ਹਾਂ ਕਿ ਲੱਖਾਂ ਦੇ ਵਿੱਚ ਹੀ ਇਕੱਠ ਸੀਗੇ। ਸਾਡੇ ਜਿਹੜੇ ਰਿਪੋਰਟਰ ਨੇ ਦਲਰਾਜ ਸਿੰਘ, ਉਹਨਾਂ ਨਾਲ ਮੈਂ ਬਾਰ-ਬਾਰ ਗੱਲਬਾਤ ਕਰ ਰਿਹਾ ਸੀ ਰਾਤ ਨੂੰ, ਅਤੇ ਮੈਨੂੰ ਪਤਾ ਲੱਗਿਆ ਕਿ ਜਿਹੜੀ ਤਰਨ ਤਾਰਨ ਤੋਂ ਜਿਹੜੀ ਰੋਡ ਜਾ ਕੇ ਪਿੰਡ ਛਾਬੇ ਤੱਕ ਜਾਂਦੀ ਹੈ, 4 ਤੋਂ 5 ਕਿਲੋਮੀਟਰ ਦੀ ਰੋਡ ਆ, ਜਿੱਥੇ ਕਾਰਾਂ ਪਾਰਕ ਕੀਤੀਆਂ ਜਾਂਦੀਆਂ ਸੀ, ਉਸ ਤੋਂ ਲੈ ਕੇ ਸਮਾਗਮ ਵਾਲੀ ਸਥਾਨ ਤੱਕ ਕਿਤੇ ਪੈਰ ਧਰਨ ਨੂੰ ਕੋਈ ਜਗ੍ਹਾ ਨਹੀਂ ਸੀ। ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਸੀ। ਸਟੇਜ ਦੇ ਵਿੱਚ ਵੀ ਕਾਫੀ ਉਤਸ਼ਾਹ ਦੇਖਿਆ ਗਿਆ। ਵੱਡੀ ਤਾਦਾਦ ਦੇ ਵਿੱਚ ਪੰਥਕ ਜਥੇਬੰਦੀਆਂ ਦਾ ਇਕੱਠ ਸੀਗਾ। ਜੇ ਉਹਨਾਂ ਦੇ ਨਾਂ ਲੈ ਜਾਣ ਤਾਂ ਕਾਫੀ ਵੱਡਾ ਜਿਹੜਾ ਇਕੱਠ ਸੀਗਾ, ਉਹਦੀ ਵੱਡੀ ਗਿਣਤੀ ਵੀ ਸੀ। ਪਰ ਕਈ ਗੱਲਾਂ ਸਰਬੱਤ ਖਾਲਸੇ ਦੇ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਕਈ ਗੱਲਾਂ ਸਰਬੱਤ ਖਾਲਸੇ ਦੇ ਮਤਿਆਂ ਤੋਂ ਪਾਸ ਹੋਣ ਤੋਂ ਬਾਅਦ ਨੁਕਤਾਚੀਨੀ ਦਾ ਵਿਸ਼ਾ ਬਣੀਆਂ ਨੇ। ਪਰ ਬਿਫੋਰ ਵੀ ਈਵਨ ਸਟਾਰਟ ਦ ਕਨਵਰਸੇਸ਼ਨ, ਹਰਪ੍ਰੀਤ ਜੀ, ਮੈਂ ਦੱਸਣਾ ਚਾਹੁੰਦਾ ਕਿ ਚੱਕਦੇ ਟੀਵੀ ਵੱਲੋਂ ਅਸੀਂ ਵੀ ਜਸਟ ਵਾਂਟ ਟੂ ਸਟੇ ਨਿਊਟਰਲ। ਅਸੀਂ ਕਿਸੇ ਦੇ ਵੀ ਲਈ ਇਹ ਵਾਦ ਵਿਵਾਦ ਦੇ ਵਿੱਚ ਨਾ ਤਾਂ ਪੈਣਾ ਚਾਹੁੰਦੇ ਹਾਂ, ਨਾ ਹੀ ਇਹ ਸਾਡੇ ਵਿਚਾਰ ਨੇ। ਜਿਹੜੇ ਵਿਚਾਰ ਅਸੀਂ ਆਪਣੇ ਦਰਸ਼ਕਾਂ ਨਾਲ ਸ਼ੇਅਰ ਕਰਨੇ ਨੇ, ਕਿਤੇ ਨਾ ਕਿਤੇ ਪੱਤਰਕਾਰਾਂ ਨਾਲ ਜਾਂ ਸੰਗਤਾਂ ਨਾਲ ਸਮਾਗਮ ਦੇ ਵਿੱਚ ਜੁੜੀਆਂ ਹੋਈਆਂ ਦੇ ਨਾਲ, ਜਾਂ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਹੋਏ ਸਾਡੇ ਯਾਰ ਦੋਸਤ, ਜਾਂ ਜਿੰਨਾ ਵੀ ਲੋਕਾਂ ਨਾਲ ਸਾਨੂੰ ਗੱਲਬਾਤ ਕਰਨ ਦਾ ਮੌਕਾ ਮਿਲਿਆ, ਇਹ ਉਹਨਾਂ ਦੇ ਵਿਚਾਰ ਨੇ। ਪਰ ਜਦੋਂ ਅਸੀਂ ਟੀਵੀ ਚੈਨਲ 'ਤੇ ਖਾਸ ਕਰਕੇ, ਚਾਹੇ ਤੁਸੀਂ ਹਿੰਦੁਸਤਾਨ ਦੇ ਵਿੱਚ ਬੈਠੇ ਹੋਵੋ, ਦੇਸ਼ ਵਿਦੇਸ਼ ਦੇ ਵਿੱਚੋਂ ਬੈਠੇ ਹੋਵੋ, ਇਨਫੋਰਮੇਸ਼ਨ ਦੇਣਾ ਸਾਡਾ ਕੰਮ ਆ। ਸਾਡਾ ਕੰਮ ਡਿਸੀਜਨ ਦੇਣਾ ਨਹੀਂ ਹੈਗਾ। ਸੋ ਵੀ ਵਿਲ ਟਾਕ ਅਬਾਊਟ ਡਿਫਰੈਂਟ ਪਹਿਲੂ ਕਿ ਕੀ ਹੋ ਸਕਦੇ ਨੇ। ਇੱਕ ਚੀਜ਼ ਇੱਥੇ ਮੈਂ ਜ਼ਰੂਰ ਐਡ ਕਰਨਾ ਚਾਹੂੰਗਾ ਦਵਿੰਦਰ ਜੀ, ਅੱਜ ਜਦੋਂ ਮੇਰੀ ਕਾਫੀ ਲੋਕਾਂ ਨਾਲ ਗੱਲ ਹੋ ਰਹੀ ਸੀ, ਕੁਛ ਸੱਜਣਾਂ ਨੇ ਮੈਨੂੰ ਇਹ ਗੱਲ ਦੱਸੀ ਕਿ ਤੁਸੀਂ ਐਜ਼ ਏ ਮੀਡੀਆ ਹੋਣ ਦੇ ਨਾਤੇ, ਤੁਸੀਂ ਐਜ਼ ਏ ਸਿੱਖ ਹੋਣ ਦੇ ਨਾਤੇ, ਜਾਂ ਹੋਰ ਐਗਜ਼ਾਮਪਲ ਦਿੱਤੇ ਕਿ ਤੁਸੀਂ ਇਹਨਾਂ ਗੱਲਾਂ ਨੂੰ ਕਰੋ ਜਾਂ ਇਹਨਾਂ ਨੂੰ ਨਾ ਕਰੋ। ਪਰ ਮੇਰਾ ਉੱਥੇ ਇਹੀ ਕੁਐਸਚਨ ਸੀ ਕਿ ਜੇ ਅਸੀਂ ਐਜ਼ ਏ ਜੇ ਮੈਂ ਸਿੱਖ ਹੋਣ ਦੇ ਨਾਤੇ ਕਹਾਂ, ਅਤੇ ਜੋ ਸੱਚ ਹੈ ਉਹ ਸਾਡਾ ਦੱਸਣਾ ਫਰਜ਼ ਬਣਦਾ। ਐਜ਼ ਏ ਨੋਨ ਬਾਇਸ ਮੀਡੀਆ ਵੀ, ਐਜ਼ ਏ ਜਰਨਲਿਸਟ ਵੀ, ਜੇ ਅਸੀਂ ਆਪਣੀ ਕਿਰਤ ਦੀ ਗੱਲ ਕਰੀਏ, ਅਤੇ ਜੋ ਸਾਨੂੰ ਹਰ ਪੱਖ ਦੀ ਗੱਲ ਰੱਖਣਾ ਸੰਗਤ ਸਾਹਮਣੇ ਸਾਡਾ ਫਰਜ਼ ਬਣਦਾ ਹੈ। ਦੇਖੋ, ਜਿਹੜਾ ਪਹਿਲਾ ਮਸਲਾ ਸੀ ਹਰਪ੍ਰੀਤ ਜੀ, ਉਹ ਅਸੀਂ ਕਹਿੰਦੇ ਹੁੰਦੇ ਸੀ, ਜਿਵੇਂ ਅਸੀਂ ਦਰਸ਼ਕਾਂ ਨਾਲ ਆਮ ਵੀ ਸ਼ੇਅਰ ਕਰਦੇ ਰਹੇ ਹਾਂ, ਕਿ ਰਾਜਨੀਤੀ ਅਤੇ ਧਰਮ ਦਾ ਕੀ ਮੇਲ ਆ। ਜਦੋਂ ਰਾਜਨੀਤੀ ਧਰਮ 'ਤੇ ਹਾਵੀ ਪੈਣਾ ਚਾਹੁੰਦੀ ਆ ਤਾਂ ਪ੍ਰੋਬਲਮ ਆਉਂਦੀ ਆ। ਜੇ ਅਸੀਂ ਗੱਲਬਾਤ ਮੌਜੂਦਾ ਸਰਕਾਰ ਦੀ ਕੀਤੀ ਜਾਵੇ, ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਂ 'ਤੇ ਵੀ ਜਾਣਿਆ ਜਾਂਦਾ, ਸ਼੍ਰੋਮਣੀ ਅਕਾਲੀ ਦਲ ਬਾਦਲ 'ਤੇ ਕਾਫੀ ਐਲੀਗੇਸ਼ਨ ਨੇ, ਐਂਡ ਅਸੀਂ ਉਹਨਾਂ ਦੀ ਨਾ ਤਾਂ ਵਿਰੋਧ ਕਰ ਰਹੇ ਨਾ ਸਪੋਰਟ ਕਰ ਰਹੇ, ਪਰ ਜਿਹੜੀ ਗੱਲ ਸੱਚੀ ਆ ਇਹ ਆ, ਉਹਨਾਂ ਦਾ ਵਿਰੋਧ ਕਾਫੀ ਹੋ ਰਿਹਾ। ਪਿਛਲੇ ਕੁਛ ਮਹੀਨਿਆਂ ਦੇ ਵਿੱਚ ਜੋ ਵੀ ਡਿਸੀਜਨ ਲੈ ਗਏ ਨੇ ਸਰਕਾਰ ਤੋਂ,
ਉਹਨਾਂ ਦੀ ਨਾਕਾਮਯਾਬੀ ਕਿਹਾ ਜਾਵੇ। ਹਾਲਾਂਕਿ ਸਰਕਾਰ ਨੇ ਆਪ ਮੰਨਿਆ ਕਿ ਗਲਤੀਆਂ ਸਾਤੋਂ ਹੋਈਆਂ ਨੇ, ਸੋ ਗਲਤੀਆਂ ਹੋਈਆਂ ਨੇ। ਗੱਲਬਾਤ ਸ਼ੁਰੂ ਹੋਈ ਸ੍ਰੀ ਹਰਪ੍ਰੀਤ ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਡੇਰੇ ਦੇ ਮੁਖੀ ਨੂੰ ਬਿਨਾਂ ਮਾਫੀ ਮੰਗੇ ਮਾਫ ਕਰ ਦੇਣਾ, ਉੱਥੋਂ ਗੱਲ ਸ਼ੁਰੂ ਹੋਈ। ਉਸ ਦੇ ਵਿੱਚ ਜਿਹੜੀਆਂ ਸਾਡੀਆਂ ਧਾਰਮਿਕ ਜਥੇਬੰਦੀਆਂ, ਸਾਡੇ ਵਿਦਵਾਨਾਂ ਨੇ ਇਸ ਗੱਲ ਦੀ ਆਲੋਚਨਾ ਕੀਤੀ ਸੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਇਸ ਡੇਰੇ ਦੇ ਮੁਖੀ ਨੂੰ ਇਸ ਤਰ੍ਹਾਂ ਮਾਫ ਨਹੀਂ ਸੀ ਕਰਨਾ ਚਾਹੀਦਾ, ਜਿਸ ਨੇ ਖੁਦ ਅਕਾਲ ਤਖਤ ਸਾਹਿਬ ਦੇ ਵਿੱਚ ਪੇਸ਼ਗੀ ਤੱਕ ਨਹੀਂ ਸੀ ਲਵਾਈ। ਸੋ ਉਸ ਤੋਂ ਬਾਅਦ ਜਦੋਂ ਇਹ ਵਾਦ ਵਿਵਾਦ ਸ਼ੁਰੂ ਹੋਇਆ, ਪੋਸਟਰ ਲੱਗੇ, ਉਸ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਹੋਈ ਤੇ ਸਿੱਖ ਸੰਗਤਾਂ ਦੇ ਇਕੱਠ ਹੋਏ। ਇੱਕ ਇਕੱਠ ਦੇ ਵਿੱਚ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਵਿਰੋਧ ਹੋ ਰਿਹਾ ਸੀ, ਸਵੇਰੇ ਸਵੇਰੇ ਪਾਠ ਕਰ ਰਹੀਆਂ ਸੰਗਤਾਂ ਨੂੰ 100-200 ਦੀਆਂ ਸੰਗਤਾਂ ਦੇ ਵਿੱਚੋਂ, ਜਿਸ ਵਿੱਚ ਸੰਤ ਰਣਜੀਤ ਸਿੰਘ ਢੰਡਰੀਆਂ ਵਾਲੇ ਵੀ ਸ਼ਾਮਲ ਸਨ, ਉਸ ਦੇ ਵਿੱਚ ਜਾ ਕੇ ਤੁਸੀਂ ਗੋਲੀਆਂ ਚਲਾ ਕੇ 2 ਨੌਜਵਾਨਾਂ ਨੂੰ ਮਾਰ ਦਿੰਦੇ ਹੋ। ਤਾਂ ਉਸ ਤੋਂ ਬਾਅਦ ਜਿਹੜਾ ਲੋਕਾਂ ਦੇ ਵਿੱਚ ਵਿਦਰੋਹ ਆ, ਸਿੱਖ ਸੰਗਤਾਂ ਦੇ ਵਿੱਚ ਜਿਹੜਾ ਗੁੱਸਾ ਸੀ, ਉਹ ਦੇਖਣ ਨੂੰ ਕੱਲ੍ਹ ਵੀ ਮਿਲਿਆ। ਆਮ ਸਿੱਖ ਸੰਗਤ ਇਹ ਫੀਲ ਕਰਦੀ ਸੀ ਕਿ ਅਸੀਂ ਇੱਕ ਮੁਸ਼ਕਿਲ ਦੇ ਦੌਰ ਦੇ ਵਿੱਚੋਂ ਲੰਘ ਰਹੇ ਹਾਂ। ਇਹ ਮੁਸ਼ਕਿਲ ਦੇ ਦੌਰ ਦੇ ਵਿੱਚੋਂ ਅਜਿਹਾ ਇਕੱਠ ਕਿਤੇ ਨਾ ਕਿਤੇ ਇਸ ਮਸਲੇ ਦਾ ਕੋਈ ਹੱਲ ਲੱਭੇਗਾ। ਜਿੰਨੇ ਮਤੇ ਪਾਸ ਕੀਤੇ ਰਹੇ ਨੇ, ਹਰੇਕ ਚੀਜ਼ ਦੇ 2 ਪਹਿਲੂ ਹੁੰਦੇ ਨੇ, ਉਹਨਾਂ 'ਤੇ ਗੱਲਬਾਤ ਕਰਾਂਗੇ। ਪਹਿਲਾ ਪਹਿਲੂ ਤਾਂ ਸਰਬੱਤ ਖਾਲਸੇ ਦੇ ਵਿੱਚ ਜਦੋਂ ਲੋਕਾਂ ਨੂੰ ਜਾਣ ਵਿੱਚ ਜਿਹੜੀ ਰੁਕਾਵਟਾਂ ਪਾਈਆਂ ਗਈਆਂ, ਸੁਣਨ ਦੇ ਵਿੱਚ ਆਇਆ ਕਿ ਜਿਹੜੀਆਂ ਬੱਸਾਂ ਦੀਆਂ ਉਹਨਾਂ ਦੀ ਤਲਾਸ਼ੀਆਂ ਲਈਆਂ ਜਾਂਦੀਆਂ ਸੀ, ਉਹਨਾਂ ਦੇ ਕਾਗਜ਼ ਪੱਤਰ ਦੇਖੇ ਜਾਂਦੇ ਸੀ, ਕਈ ਸੰਗਤਾਂ ਨੂੰ ਵਾਪਸ ਵੀ ਮੋੜਿਆ ਗਿਆ। ਮੌਜੂਦਾ ਸਰਕਾਰ ਜਾਂ ਜਿਹੜਾ ਪੁਲਿਸ ਪ੍ਰਸ਼ਾਸਨ ਆ, 25 ਕੰਪਨੀਆਂ ਬਾਹਰੋਂ ਵੀ ਸੱਦੀਆਂ ਹੋਈਆਂ ਸਨ, CRP ਤੇ BSF ਦੀਆਂ, ਕਿਤੇ ਨਾ ਕਿਤੇ ਡਿਸਕਰੇਜ ਕਰਨਾ ਸੀ ਲੋਕਾਂ ਨੂੰ ਕਿ ਜਿਹੜਾ ਲੋਕਾਂ ਦਾ ਵੱਡਾ ਇਕੱਠ ਆ, ਕਿਤੇ ਪੁਲਿਸ ਪ੍ਰਸ਼ਾਸਨ ਦੇ ਲਈ ਕੋਈ ਬਹੁਤ ਵੱਡਾ ਸਿਰ ਦਰਦ ਨਾ ਬਣ ਜਾਵੇ। ਦੂਜੇ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਕਿ ਉਪ ਮੁੱਖ ਮੰਤਰੀ ਨੇ ਪੰਜਾਬ ਦੇ, ਉਹਨਾਂ ਨੇ ਵੀ ਜਿਵੇਂ ਨਾਨਕਸਰ ਦੇ ਠਾਠ ਦੇ ਵਿੱਚ ਜਾ ਕੇ ਉੱਥੋਂ ਦੇ ਬਾਬਾ ਲੱਖਾ ਸਿੰਘ ਜੀ ਨਾਲ ਮੁਲਾਕਾਤਾਂ ਕੀਤੀਆਂ। ਡੇਰਿਆਂ ਦੇ ਕਾਫੀ ਡੇਰਿਆਂ ਦੇ ਵਿੱਚ ਗਏ, ਮੋਗੇ ਵੀ ਗਏ, ਅਤੇ ਉਹਨਾਂ ਨੇ ਮਾਨਸੇ ਦੀ ਵੀ ਉੱਧਰ ਗੱਲ ਕੀਤੀ ਆ। ਕਾਫੀ ਵੱਡਾ ਸ਼੍ਰੋਮਣੀ ਅਕਾਲੀ ਦਲ ਦਾ ਸਮੂਹ ਆ, ਕਿਸੇ ਨਾ ਕਿਸੇ ਤਰੀਕੇ ਆਪਣੇ ਲੋਕਾਂ ਨੂੰ ਇਕੱਠ ਕਰਕੇ ਇਸ ਸਰਬੱਤ ਖਾਲਸੇ ਦਾ ਵਿਰੋਧ ਕਰ ਰਹੇ ਸਨ ਅਤੇ ਲੋਕਾਂ ਨੂੰ ਡਿਸਕਰੇਜ ਕਰ ਰਹੇ ਸਨ ਕਿ ਇਸ ਸਰਬੱਤ ਖਾਲਸੇ ਬੁਲਾਉਣ ਦੀ ਲੋੜ ਨਹੀਂ ਹੈ। ਸੰਕੇਤ ਇਹੀ ਆ ਰਹੇ ਸਨ ਕਿ ਸੁਖਬੀਰ ਸਿੰਘ ਬਾਦਲ ਜਾਂ ਬਾਦਲ ਸਰਕਾਰ ਵੱਲ ਇਸ ਜਿਹੜੇ ਮਤੇ ਪਾਸ ਹੋਣੇ ਨੇ, ਉਹ ਕੋਈ ਕਾਫੀ ਚੰਗੇ ਦਿਨ ਲੈ ਕੇ ਆਉਣ ਵਾਲੇ ਨਹੀਂ ਹੋਣਗੇ। ਇਸ ਲਈ ਉਹ ਪੋਲੀਟੀਕਲ ਪਾਰਟੀ ਆਪਣਾ ਫਰਜ਼ ਪੂਰਾ ਕਰ ਰਹੀ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਨੂੰ ਇਹ ਸੰਦੇਸ਼ ਦਿੱਤੇ ਜਾਣ ਕਿ ਸਰਬੱਤ ਖਾਲਸਾ ਬੁਲਾਉਣਾ ਗਲਤ ਆ, ਸਰਬੱਤ ਖਾਲਸਾ ਨਾਨ ਪੰਥਿਕ ਪੰਥਿਕ ਜਥੇਬੰਦੀਆਂ ਦਾ ਇਸ ਨੂੰ ਸਪੋਰਟ ਨਹੀਂ ਹੈਗੀ, ਸੋ ਦੇ ਸ਼ੁਡਨਟ ਗੋ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ, ਸ਼੍ਰੋਮਣੀ ਅਕਾਲੀ ਦਲ 1920, ਸ਼੍ਰੋਮਣੀ ਅਕਾਲੀ ਦਲ ਪ੍ਰਧਾਨੀ, ਹੋਰ ਬੜੀਆਂ ਪੰਥਕ ਜਥੇਬੰਦੀਆਂ, ਫੈਡਰੇਸ਼ਨਾਂ, ਕੋਈ ਸੰਘਾਂ ਨੇ ਜਿਹੜਾ ਨੇ ਇਹ ਸਰਬੱਤ ਖਾਲਸਾ ਬੁਲਾਇਆ ਸੀ, ਉਹਨਾਂ ਨੇ ਵੀ ਆਪਣਾ ਪੂਰਾ ਜ਼ੋਰ ਲਾਇਆ ਹੋਇਆ ਸੀ ਕਿ ਸਾਰੀਆਂ ਤਕਰੀਬਨ ਵਰਲਡ ਵਾਈਡ ਸਿੱਖਾਂ ਦੇ ਵਿੱਚੋਂ ਜਿੰਨੀਆਂ ਵੀ ਐਸੋਸੀਏਸ਼ਨਸ ਨੇ, ਜਿੰਨੀਆਂ ਵੀ ਜਥੇਬੰਦੀਆਂ ਨੇ, ਸਾਰੀਆਂ ਉਹਨਾਂ ਨੂੰ ਜੋੜਿਆ ਜਾਵੇ। ਉਹ ਇਕੱਠ ਦੇ ਵਜਾਉਣ ਦੇ ਵਿੱਚ ਸਫਲ ਹੋਏ, ਬਿਲਕੁਲ ਸਫਲ ਹੋਏ। ਜਿੱਡਾ ਵੱਡਾ ਇਕੱਠ ਸੀਗਾ। ਪਹਿਲਾਂ ਉਸ ਇਕੱਠ ਦੇ ਵਿੱਚੋਂ ਜੇ ਹੁਣ ਗੱਲਬਾਤ ਕਰਦੇ ਹਾਂ ਕਿ ਸੰਤ ਰਣਜੀਤ ਸਿੰਘ ਢੰਡਰੀਆਂ ਵਾਲੇ, ਜਿਨ੍ਹਾਂ ਨੇ ਇਸ ਵਿਰੋਧ, ਇਸ ਅੰਦੋਲਨ ਦੇ ਵਿੱਚ ਕਾਫੀ ਵੱਧ ਚੜ੍ਹ ਕੇ ਹਿੱਸਾ ਲਿਆ ਸੀ, ਭਾਈ ਪੰਥਪ੍ਰੀਤ ਸਿੰਘ, ਉਹਨਾਂ ਨੇ ਬੜਾ ਵੱਡਾ ਹਿੱਸਾ ਲਿਆ ਸੀ ਕਿ ਉਹ ਇਸ ਦਾ ਹਿੱਸਾ ਕਿਉਂ ਨਹੀਂ ਬਣੇ। ਦੇਖੋ, ਗੁਰਦੁਆਰਾ ਸ਼ਹੀਦਾਂ ਤੋਂ ਜਦੋਂ ਲੁਧਿਆਣੇ ਤੋਂ ਇਹ ਗੱਲ ਸ਼ੁਰੂ ਹੋਈ ਸੀ ਕਿ ਪੰਥ ਖਾਲਸਾ ਬੁਲਾਇਆ ਜਾਵੇ, ਕਈ ਪੁਰਾਣੇ ਜਥੇਦਾਰਾਂ ਨੇ, ਕਈ ਵਿਦਵਾਨਾਂ ਨਾਲ ਮੈਨੂੰ ਗੱਲਬਾਤ ਕਰਨ ਦਾ ਮੌਕਾ ਮਿਲਿਆ। ਕਈਆਂ ਦੀ ਆਮ ਰਾਏ ਸੀ ਕਿ ਜਗ੍ਹਾ ਅਤੇ ਸਮਾਂ ਅਨੁਚਿਤ ਨਹੀਂ ਹੈਗਾ, ਜਗ੍ਹਾ ਵੀ ਠੀਕ ਨਹੀਂ, ਇਸ ਸਰਬੱਤ ਖਾਲਸੇ ਨੂੰ ਅਕਾਲ ਤਖਤ ਸਾਹਿਬ 'ਤੇ ਹੀ ਬੁਲਾਇਆ ਜਾਵੇ। ਦੂਜੇ ਪਾਸੇ ਜਿਹੜਾ ਟਾਈਮ ਸੀ, ਸਮਾਂ ਸੀ, ਉਸ ਦੇ ਲਈ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਇੰਨੇ ਛੋਟੇ ਟਾਈਮ ਦੇ ਵਿੱਚ ਇਕੱਠਾ ਨਹੀਂ ਕੀਤਾ ਜਾ ਸਕਦਾ। ਸੰਕਟ ਜ਼ਰੂਰ ਆ, ਪਰ ਸਮਾਂ ਅਨੁਚਿਤ ਨਹੀਂ ਹੈਗਾ। ਉਸ ਦੇ ਵਿੱਚੋਂ ਦੂਜੀ ਗੱਲ ਇਹ ਆ ਰਹੀ ਸੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ, ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ, ਉਹਨਾਂ ਨੇ ਇਹ ਗੱਲ ਜ਼ਰੂਰ ਕਰ ਦਿੱਤੀ ਸੀ ਕਿ ਸਰਬੱਤ ਖਾਲਸੇ ਦੇ ਵਿੱਚ ਖਾਲਿਸਤਾਨ ਦੀ ਸਥਾਪਨਾ ਦੀ ਗੱਲ ਵੀ ਕੀਤੀ ਜਾਊਗੀ। ਕਿਤੇ ਨਾ ਕਿਤੇ ਕਈ ਧਾਰਮਿਕ ਜਥੇਬੰਦੀਆਂ ਅਤੇ ਨਰਮ ਖਿਆਲੀ ਜੋ ਸਿੱਖ ਸੰਗਤ ਸੀਗੀ, ਉਹ ਮੌਜੂਦਾ ਸਥਿਤੀ ਦਾ ਵਿਰੋਧ ਜ਼ਰੂਰ ਕਰ ਰਹੇ ਸਨ, ਪਰ ਜਦੋਂ ਗੱਲ ਖਾਲਿਸਤਾਨ ਦੀ ਅਤੇ ਖਾੜਕੂ ਪੰਥੀ ਦੀ ਗੱਲ ਆਉਂਦੀ ਸੀ, ਕਿਤੇ ਨਾ ਕਿਤੇ ਉਹ ਉਸ ਦਾ ਪਾਰਟ ਨਹੀਂ ਸੀ ਬਣਨਾ ਚਾਹੁੰਦੇ। ਸੋ ਭਾਈ ਪੰਥਪ੍ਰੀਤ ਸਿੰਘ ਜੀ, ਜੇ ਦੇਖਿਆ ਜਾਵੇ, ਸਿੱਖੀ ਦੇ ਵਿੱਚ ਸ਼ਾਮਲ ਨੇ, ਕਾਫੀ ਵੱਡੀ
ਹਸਤੀ ਅਸੀਂ ਸਿੱਖ ਪੰਥ ਦੇ ਵਿੱਚ ਮੰਨਦੇ ਹਾਂ, ਕਾਫੀ ਵੱਡਾ ਯੋਗਦਾਨ ਆ ਉਹਨਾਂ ਦਾ, ਤੇ ਜਿਹੜਾ ਪ੍ਰਚਾਰ ਕਰਦੇ ਨੇ ਮੈਨੂੰ ਅੱਜ ਤੱਕ ਯਾਦ ਆ ਡਿਪਲੋਮਾ ਇਨ ਫਾਰਮੇਸੀ ਕੀਤਾ ਹੋਇਆ, ਉਸ ਤੋਂ ਬਾਅਦ ਉਹਨਾਂ ਨੇ ਆਪਣੀ ਕੈਮਿਸਟ ਦੀ ਸ਼ਾਪ ਵੀ ਖੋਲ੍ਹੀ ਸੀ। ਉਸ ਤੋਂ ਬਾਅਦ ਜਦੋਂ ਸਿੱਖੀ ਦੇ ਨਾਲ ਜੁੜੇ ਨੇ, ਕਾਫੀ ਵਾਹ ਖੱਟੀ ਆ ਸਿੱਖ ਜਗਤ ਦੇ ਵਿੱਚ, ਤੇ ਕਾਫੀ ਵੱਡੀ ਸਤਿਕਾਰਯੋਗ ਸਥਿਤੀ ਰੱਖਦੇ ਨੇ। ਸੇਮ ਅਪਲਾਈਜ਼ ਟੂ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ। ਜਦੋਂ ਪੰਥ 'ਤੇ ਕੋਈ ਸੰਕਟ ਆਇਆ ਤਾਂ ਉਹ ਉੱਥੇ ਜਾਂਦੇ ਨੇ। ਪਰ ਕੱਲ੍ਹ ਸਰਬੱਤ ਖਾਲਸੇ ਦੇ ਵਿੱਚ ਦੋਹਾਂ ਆਗੂਆਂ ਦੀ ਜਿਹੜੀ ਗੈਰ ਹਾਜ਼ਰੀ ਸੀ, ਉਹ ਆਲੋਚਨਾ ਕਰਨ ਵਾਲਿਆਂ ਨੂੰ ਵੀ ਤੇ ਦੂਜਿਆਂ ਨੂੰ ਵੀ ਕਿਤੇ ਨਾ ਕਿਤੇ ਕੁਐਸਚਨ ਮਾਰਕ ਜ਼ਰੂਰ ਲਾ ਰਹੀ ਸੀ ਕਿ ਕੀ ਹੋਇਆ ਕਿ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਭਾਈ ਪੰਥਪ੍ਰੀਤ ਸਿੰਘ ਜੀ ਇਸ ਦੇ ਵਿੱਚ ਸ਼ਾਮਲ ਨਹੀਂ ਹੋਏ। ਦੂਜੀ ਗੱਲ ਆਪਾਂ ਕਰਦੇ ਹਾਂ ਕਿ ਇਕੱਠ ਆਇਆ, ਸੰਗਤਾਂ ਦੇ ਵਿੱਚ ਉਤਸ਼ਾਹ ਸੀਗਾ ਕਿ ਅਸੀਂ ਕੀ ਕਰਨ ਜਾ ਰਹੇ ਹਾਂ। ਆਈ ਡੋਂਟ ਥਿੰਕ ਕਿ ਜਿਹੜੀ ਸੰਗਤ ਸੀ ਉੱਥੇ ਜਾਣ ਦੇ ਲਈ ਕਿ ਸਾਨੂੰ ਸਿਰਫ ਇਹੀ ਬੁਲਾਇਆ ਜਾ ਰਿਹਾ ਕਿ ਅਕਾਲ ਤਖਤ ਸਾਹਿਬ ਤੇ ਜਾਂ ਦੂਜੇ ਜਥੇਦਾਰਾਂ ਦਾ ਤਬਾਦਲਾ ਕਰਕੇ ਦੂਜੇ ਜਥੇਦਾਰਾਂ ਦੇ ਨਾਮ ਦੇ ਜਾਣੇ ਨੇ। ਕਈ ਵਿਦਵਾਨਾਂ ਨਾਲ ਮੈਨੂੰ ਗੱਲ ਕਰਨ ਦਾ ਮੌਕਾ ਮਿਲਿਆ, ਤਾਂ ਉਹਨਾਂ ਵਿੱਚੋਂ ਦੇਖੋ, ਜਦੋਂ ਅਸੀਂ ਕਹਿੰਦੇ ਹਾਂ ਵੀ ਪ੍ਰਵਾਸੀ ਮੀਡੀਆ ਅਤੇ ਹਿੰਦੁਸਤਾਨ ਦੇ ਮੀਡੀਆ ਦੇ ਵਿੱਚੋਂ ਬਿਲਕੁਲ ਐਬਸੈਂਸ ਰਹੇ ਸਾਰੇ ਹੀ ਪੰਜਾਬੀ ਚੈਨਲ ਜਾਂ ਨੈਸ਼ਨਲ ਮੀਡੀਆ। ਐਡਾ ਵੱਡਾ ਸਰਬੱਤ ਖਾਲਸਾ ਹੋਣ ਤੋਂ ਬਾਅਦ ਅੱਜ ਨਿਊਜ਼ ਨਹੀਂ ਬਣੇ। ਸਾਡੇ ਕਈ ਪ੍ਰਵਾਸੀ ਚੈਨਲ ਨੇ, ਹਾਲਾਂਕਿ ਉੱਥੋਂ ਲਿੰਕ ਪਿਕ ਕਰਕੇ ਇੱਥੇ ਸਾਰੀ ਰਾਤ ਦਿਖਾਉਂਦੇ ਰਹੇ, ਅਸੀਂ ਵੀ ਦਿਖਾਇਆ, ਪਰ ਮੇਰਾ ਕਹਿਣ ਦਾ ਮਤਲਬ ਆ ਇੱਕ ਸਿੰਗਲ ਟੋਨ ਦੇ ਵਿੱਚ ਦਿਖਾਇਆ ਲੋਕਾਂ ਨੇ ਕਿ ਕਿਤੇ ਨਾ ਕਿਤੇ ਜਿਹੜੇ ਨਾਨ ਇੰਡੀਅਨ ਚੈਨਲ ਸਨ, ਜਿਹੜੇ ਕੈਨੇਡਾ, UK ਜਾਂ ਕਿਤੇ ਹੋਰ ਦੇਸ਼ਾਂ 'ਚੋਂ ਸੀ, ਇੱਕ ਤਰਫ ਦੀ ਗੱਲ ਕਰ ਰਹੇ ਸਨ, ਆਪਣੀਆਂ ਫੇਸਬੁੱਕਾਂ 'ਤੇ ਵੀ ਉਹੀ ਗੱਲ ਕਰ ਰਹੇ ਸਨ। ਪਰ ਦੂਜੇ ਪਾਸੇ ਮੈਂ ਉਹ ਗੱਲ 'ਤੇ ਕਿੰਤੂ ਪਰੰਤੂ ਜਿਵੇਂ ਕਹਿੰਦੇ ਹਾਂ ਵੀ ਕਈ ਗੱਲਾਂ ਦੇ ਜਿਹੜੇ ਸ਼ੰਕੇ ਜ਼ਰੂਰ ਨੇ। ਹੁਣ ਹਰਪ੍ਰੀਤ ਜੀ, ਲੈਟ ਮੀ ਆਸਕ ਯੂ ਕਿ ਕੱਲ੍ਹ ਸਿਰਫ 3 ਜਥੇਦਾਰਾਂ ਦਾ ਹੀ ਤਬਾਦਲਾ ਕਿਉਂ ਹੋਇਆ? ਦਵਿੰਦਰ ਜੀ, ਵੈਰੀ ਗੁੱਡ ਕੁਐਸਚਨ। ਐਕਚੁਅਲੀ ਇਹੀ ਮੈਂ ਵੀ ਸੋਚ ਰਿਹਾ ਸੀ ਕਿ ਸਿਰਫ 3 ਜਥੇਦਾਰਾਂ ਦਾ ਕਿਉਂ ਤਬਾਦਲਾ ਹੋਇਆ। ਐਕਚੁਅਲੀ ਤੁਸੀਂ ਹੁਣ ਕਾਫੀ ਵਧੀਆ ਗੱਲਾਂ ਕੀਤੀਆਂ, ਉਹ 'ਚ ਕੁਝ ਪੁਆਇੰਟ ਜਿਹੜੇ ਮੈਂ ਨੋਟ ਕਰ ਰਿਹਾ ਜਦੋਂ ਤੁਸੀਂ ਬੋਲ ਰਹੇ ਸੀ, ਉਹ ਮੈਂ ਜ਼ਰੂਰ ਦਰਸ਼ਕਾਂ ਨਾਲ ਕੁਝ ਉੱਥੇ ਇਸ਼ੂਜ਼ ਜਿਹੜੀ ਮੇਰੀ ਇਨਫੋਰਮੇਸ਼ਨ ਮਿਲੀ ਉਹ ਸਾਂਝੀ ਕਰਨੀ ਚਾਹੁੰਦਾ। ਤੁਸੀਂ ਉੱਥੇ ਸੰਗਤ ਦੇ ਇਕੱਠ ਦੀ ਗੱਲ ਕੀਤੀ, 50,000 ਤੋਂ ਲੈ ਕੇ 6 ਲੱਖ ਦੇ ਨੰਬਰ ਸਾਹਮਣੇ ਆ ਰਹੇ ਨੇ। ਜਿਹੜੇ ਸਾਡੇ ਉੱਥੇ ਰਿਪੋਰਟਰ ਲਰਾਜ ਸਿੰਘ ਜੀ ਗਏ ਸੀ, ਤੇ ਜਿਹੜੇ ਹੋਰ ਜਿਹੜੀ ਸਾਡੇ ਨਾਲ ਗੱਲ ਹੋਈ, ਲਗਭਗ ਲੱਖ ਦਾ ਇਕੱਠ ਹੈਗਾ ਸੀ ਉੱਥੇ। ਦੂਜਾ ਜਿਹੜਾ ਤੁਸੀਂ ਕਿਹਾ ਕਿ ਇਹ ਸੰਗਤ ਉੱਥੇ ਇਕੱਠੀ ਹੋਈ ਦਵਿੰਦਰ ਜੀ, ਚਾਹੇ ਉਹ ਲੱਖ ਹੋਵੇ, ਚਾਹੇ 50,000 ਹੋਵੇ, ਚਾਹੇ 5 ਲੱਖ ਹੋਵੇ, ਚਲੋ ਸੰਗਤ ਉੱਥੇ ਇਕੱਠੀ ਹੋਈ ਸੀ ਦਵਿੰਦਰ ਜੀ, ਕਿਉਂਕਿ ਕਿਤੇ ਨਾ ਕਿਤੇ ਇਸ ਸੰਗਤ ਨੂੰ ਦੁੱਖ ਸੀ ਗੁਰੂ ਮਹਾਰਾਜ ਦੀ ਬੇਅਦਬੀ ਦਾ, ਦੁੱਖ ਸੀ ਕਿ ਕਿਉਂ ਜਥੇਦਾਰ ਨੇ ਫੈਸਲਾ ਪਹਿਲਾਂ ਇੱਕ ਫੈਸਲਾ ਲਿਆ, ਫਿਰ ਉਸ ਫੈਸਲੇ ਨੂੰ ਵਾਪਸ ਆਪਣੇ ਪ੍ਰੈਸ਼ਰ ਵਿੱਚ ਲੈ ਲਿਆ। ਇਹ ਜਿਹੜੀ ਸੰਗਤ ਆ, ਸ਼ਾਇਦ ਕੁਝ ਬਹੁਤ ਵੱਡੇ ਚੇਂਜ ਉੱਥੇ ਗਈ ਸੀ। ਤੇ ਜਿੱਦਾਂ ਤੁਸੀਂ ਦਵਿੰਦਰ ਜੀ ਦੱਸਿਆ ਹੁਣੇ ਦਰਸ਼ਕਾਂ ਨੂੰ ਕਿ ਤੁਸੀਂ ਸਾਰੀ ਰਾਤ ਵੇਖਿਆ, ਮੈਂ ਵੀ ਵੇਖਿਆ, ਮੈਂ ਜਿਹਦੇ ਨਾਲ ਗੱਲ ਕਰਦਾ, ਕਾਫੀ ਲੋਕਾਂ ਨੇ ਸਾਰੀ ਰਾਤ ਲਾਈਵ ਟੈਲੀਕਾਸਟ ਵੇਖੀ। ਕਈ ਲੋਕਾਂ ਨੇ ਸਵੇਰੇ ਅਰਲੀ ਕੰਮ ਤੇ ਜਾਣਾ ਸੀ ਤਾਂ ਵੀ ਉਹ ਟੈਲੀਕਾਸਟ ਵੇਖਦੇ ਰਹੇ। ਪਰ ਮੋਸਟਲੀ ਸੰਗਤ ਜਿਹੜੀ ਆ ਉਹ ਹੁਣ ਕਿਤੇ ਨਾ ਕਿਤੇ ਸ਼ਾਇਦ ਉਹ ਆਨਸਰ ਲੱਭ ਰਹੀ ਆ ਕਿ ਜਿਹੜੀ ਮੇਨ ਇਸ਼ੂ ਸੀ ਉਹ ਇਸ਼ੂ ਕਿਉਂ ਨਹੀਂ ਡਿਸਕਸ ਕੀਤੇ ਗਏ। ਦੂਜੀ ਗੱਲ ਜਿਹੜੀ ਤੁਸੀਂ ਨਹੀਂ ਹਰਪ੍ਰੀਤ ਜੀ, ਹਾਂਜੀ ਦੇਖੋ, ਆਡੀਅנס ਦੇ ਨਾਲ ਅਸੀਂ ਸ਼ੇਅਰ ਜ਼ਰੂਰ ਕਰਨਾ ਚਾਹੁੰਦੇ ਹਾਂ। ਵਟ ਆਈ ਵਾਸ ਟਰਾਈਂਗ ਕਿ ਮੈਂ ਕੋਸ਼ਿਸ਼ ਕਰ ਰਿਹਾ ਸੀ ਕਿ ਹਰੇਕ ਚੀਜ਼ ਦੇ 2 ਪੱਖ ਆ ਸਕਣ। ਜਿਹੜਾ ਮੈਨੂੰ ਸੁਣਨ 'ਚ ਆਇਆ, ਮੈਂ ਇਹ ਨਹੀਂ ਕਹਿੰਦਾ ਵੀ ਮੈਂ ਉਹਦੇ ਨਾਲ ਐਗਰੀ ਕਰਦਾ, ਪਰ ਲੋਕਾਂ ਤੋਂ ਸੁਣ ਆ ਰਿਹਾ, ਵਿਦਵਾਨਾਂ ਤੋਂ ਸੁਣਨ ਤੋਂ ਆ ਰਿਹਾ, ਤੇ ਇਹ ਨਹੀਂ ਕਹਿੰਦੇ ਕਿ ਉਹ ਜਿਹੜੀ ਨਵੀਂ ਨਿਯੁਕਤੀ ਆ ਉਸ ਦਾ ਵਿਰੋਧ ਕਰ ਰਹੇ ਨੇ, ਜਾਂ ਜਿਹੜੇ ਜਥੇਦਾਰਾਂ ਦੀ ਛੁੱਟੀ ਕਰਨ ਦੀ ਗੱਲ ਕੀਤੀ ਗਈ ਆ ਉਸ ਦੀ ਸਪੋਰਟ ਕਰ ਰਹੇ ਨੇ। ਪਰ ਦੇਖੋ, ਜਦੋਂ ਰਾਜਨੀਤੀ ਦੀ ਗੱਲ ਕਰਨੀ ਆ ਤਾਂ ਗੱਲ ਦੋਨੇ ਤਰ੍ਹਾਂ ਦੀ ਕਰਨੀ ਬਣਦੀ ਆ। 5 ਚੋਂ ਸਿਰਫ 3 ਜਥੇਦਾਰਾਂ ਦਾ ਨਾਂ ਲਿਆ ਗਿਆ, ਜਿਹਦੇ ਵਿੱਚੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ, ਦਮਦਮਾ ਸਾਹਿਬ ਦੇ ਜਥੇਦਾਰ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ। ਜਦੋਂ ਗੱਲ ਕੀਤੀ ਜਾਵੇ ਸਾਡੇ ਜਿਹੜੇ 5 ਤਖਤ ਸੀਗੇ, ਉਹਦੇ ਵਿੱਚ ਪਟਨਾ ਸਾਹਿਬ ਤੇ ਹਜੂਰ ਸਾਹਿਬ ਦਾ ਨਾਂ ਕਿਉਂ ਨਹੀਂ ਲਿਆ ਗਿਆ? ਹੁਣ ਹੇਅਰ ਇਜ਼ ਦ ਥਿੰਗ, ਜਿਹੜੀ ਸੱਚਾਈ ਹੈਗੀ ਆ ਕਿ ਜਦੋਂ ਡੇਰੇ ਵਾਲੇ ਮੁਖੀ ਨੂੰ ਮਾਫੀਨਾਮਾ ਦਿੱਤਾ ਗਿਆ ਸੀ, ਹਾਲਾਂਕਿ ਸਾਨੂੰ ਦੱਸਿਆ ਤਾਂ ਗਿਆ ਕਿ ਇਹ ਇੱਕ ਯੂਨੈਨਿਮਸ ਡਿਸੀਜਨ ਸੀਗਾ 5 ਅਕਾਲ ਤਖਤ ਸਾਹਿਬ 5 ਤਖਤਾਂ ਦੇ ਜਥੇਦਾਰਾਂ ਦਾ। ਪਰ ਜਿਹੜੀ ਗੱਲ ਇਹ ਸੀਗੀ ਕਿ ਜਿਹੜੇ ਹਜੂਰ ਸਾਹਿਬ ਦੇ ਜਥੇਦਾਰ ਨੇ, ਉਹਨਾਂ ਕੋਲੇ ਉਸ ਦਿਨ ਐਬਸੈਂਟ ਸਨ, ਉਹਨਾਂ ਦੀ ਐਬਸੈਂਸ ਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ। ਇਸ ਲਈ ਕੱਲ੍ਹ ਸਰਬੱਤ ਖਾਲਸੇ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਇਸ ਗੱਲ ਦੀ ਇਮਿਊਨਿਟੀ ਦੇ ਦਿੱਤੀ ਕਿ ਤੁਹਾਡੀ ਤਬਾਦਲਾ ਨਹੀਂ ਕੀਤਾ ਜਾਊਗਾ। ਦੂਜੇ ਪਾਸੇ ਤਖਤ ਸ੍ਰੀ ਪਟਨਾ ਸਾਹਿਬ ਡਜ਼ਨਟ ਕਮ ਅੰਡਰ SGPC।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਜਥੇਦਾਰਾਂ ਨੂੰ ਅਪੁਆਇੰਟ ਕਰਦੀ ਆ, ਪਰ ਜਿੱਥੇ ਪਟਨਾ ਸਾਹਿਬ ਦੇ ਜਥੇਦਾਰ ਦੀ ਅਪੁਆਇੰਟਮੈਂਟ ਆਉਂਦੀ ਆ, SGPC ਡਜ਼ਨਟ ਹੈਵ ਐਨੀ ਪਾਵਰ। ਸੋ ਜਿਹੜਾ ਕੱਲ ਸਰਬੱਤ ਖਾਲਸਾ ਸੀ, ਕਿਤੇ ਨਾ ਕਿਤੇ ਇਨਡਾਇਰੈਕਟਲੀ ਔਰ ਡਾਇਰੈਕਟਲੀ ਉਸ ਪਾਵਰ ਦਾ ਮਿਸਯੂਜ਼ ਵੀ ਨਹੀਂ ਸੀ ਕਰ ਸਕਦੇ, ਯੂਜ਼ ਵੀ ਨਹੀਂ ਸੀ ਕਰ ਸਕਦੇ। ਪਰ ਦਵਿੰਦਰ ਜੀ ਇੱਥੇ ਇੱਕ ਕੁਐਸਚਨ ਉੱਠਦਾ ਹੈ, ਜੇ ਤੁਸੀਂ ਸਰਬੱਤ ਖਾਲਸਾ ਬੁਲਾ ਲਿਆ, ਤੁਹਾਨੂੰ ਫਿਰ SGPC ਦੇ ਅੰਡਰ ਕਿਹੜੀ ਚੀਜ਼ ਆ ਉਹ ਵੇਖਣ ਦੀ ਕੀ ਲੋੜ ਸੀ? ਤੁਸੀਂ ਜੇ ਸਰਬੱਤ ਖਾਲਸਾ ਬੁਲਾਇਆ ਦੈਨ ਪਟਨਾ ਸਾਹਿਬ ਵੀ ਸਿੱਖਾਂ ਦਾ ਇੱਕ ਤਖਤ ਆ, ਤੁਹਾਨੂੰ ਉਹਨਾਂ ਦੇ ਉੱਥੇ ਵੀ ਜੋ ਜਿੱਦਾਂ ਤੁਸੀਂ ਦੱਸਿਆ ਕਿ ਹਜੂਰ ਸਾਹਿਬ ਦੇ ਜੋ ਜਥੇਦਾਰ ਸੀ ਉੱਥੇ ਐਬਸੈਂਟ ਸੀ, ਨਹੀਂ ਫੈਸਲਾ ਲਿਆ ਗਿਆ, ਓਕੇ, ਇੱਕ ਅੰਡਰਸਟੈਂਡੇਬਲ ਫੈਸਲਾ ਵਾ, ਕੋਈ ਵੀ ਸ਼ਾਇਦ ਇਸ ਫੈਸਲੇ ਨੂੰ ਸਮਝਣ ਵਾਸਤੇ ਹਾਮੀ ਭਰ ਦੂਗਾ। ਪਰ ਸਰਬੱਤ ਖਾਲਸਾ ਬੁਲਾਉਣ ਤੋਂ ਬਾਅਦ ਇੱਕ ਪੰਥ ਨੂੰ ਸਿਰਫ ਐਸ ਕਰਕੇ ਉਹਦੇ ਬਾਰੇ ਨਾ ਗੱਲ ਕਰਨਾ ਕਿ ਕਿਉਂਕਿ ਸ਼ਾਇਦ ਉਹ SGPC ਦੇ ਅੰਡਰ ਨਹੀਂ ਹੈ, ਇਹ ਥੋੜਾ ਜਿਹਾ ਕੰਟਰੋਵਰਸ਼ੀਅਲ ਹੈ। ਵੈਲ no like it's as I said, ਪਹਿਲੀ ਗੱਲ ਦੇਖੋ ਹਰਪ੍ਰੀਤ ਜੀ, ਸਰਬਤ mean entire, right? ਹਾਂਜੀ ਸਾਰਾ ਖਾਲਸਾ mean, ਹਾਂਜੀ, it is ਖਾਲਸਾ mean Sikhs, ਹਾਂਜੀ, do you agree? ਹਾਂਜੀ, ਵੀ ਖਾਲਸਾ ਤੇ ਸਿੱਖ 'ਚ ਕੋਈ ਫਰਕ ਨਹੀਂ, ਆਫ ਕੋਰਸ ਫਰਕ ਹੈਗਾ ਵਾ। ਸੋ ਸਿੱਖ ਖਾਲਸਾ ਨਹੀਂ ਹੋ ਸਕਦਾ, ਪਰ ਖਾਲਸਾ ਸਿੱਖ ਜ਼ਰੂਰ ਹੈਗਾ। ਹਾਂਜੀ, Do you agree? ਦੈਟਸ ਰਾਈਟ, ਔਨ ਹੈ ਨਾ? ਦਿਸ ਆਈ ਐਗਰੀ। ਹੁਣ ਇਹਦੇ ਵਿੱਚ ਇਹ ਆ ਵੀ ਯੂਨੈਨਿਮਸ ਜਦੋਂ ਤੁਸੀਂ ਸਰਬਤ ਖਾਲਸੇ ਦੀ ਗੱਲ ਕਰਦੇ ਹੋ, did they involve every Sikh? Maybe not, but they involve every Khalsa, yes, maybe, right? ਪਰ ਉੱਥੇ let's don't go there। ਪਰ ਪੰਜੇ ਜਥੇਦਾਰਾਂ ਵਿੱਚੋਂ 3 ਦੀ ਨਿਯੁਕਤੀ ਦੀ ਗੱਲ ਕਰਦੇ ਹਾਂ। ਦੂਜੇ ਪਾਸੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਹੁਣ ਨੇ, ਜਿਨ੍ਹਾਂ ਦੀ ਗੱਲ ਕੀਤੀ ਜਾ ਰਹੀ ਆ ਕਿ ਉਹ ਪੋਲੀਟੀਕਲ ਅਰੀਨੇ ਦੇ ਵਿੱਚੋਂ ਗੱਲਬਾਤ ਕਰਦੇ ਨੇ। ਹੁਣ ਦੂਜੀ ਗੱਲਬਾਤ ਇਹ ਆ ਕਿ ਜਦੋਂ ਸੰਤ ਬਲਜੀਤ ਸਿੰਘ ਦਾਦੂਵਾਲ ਆਪਣੀ ਸਪੀਚ ਦੇ ਰਹੇ ਸਨ, ਇਹ ਵਿਊ ਲੋਕਾਂ ਨੇ ਦੱਸਿਆ ਸਾਨੂੰ ਕਿ ਉਹ ਲੋਕਾਂ ਨੂੰ ਕਹਿੰਦੇ ਨੇ ਕਿ ਅੱਜ ਤੋਂ ਬਾਅਦ ਇੱਕ ਮਤਾ ਪਾਸ ਕਰਾਉਂਦੇ ਨੇ ਕਿ ਅੱਜ ਤੋਂ ਬਾਅਦ ਮੈਨੂੰ ਸੰਤ ਦੇ ਨਾਂ ਨਾਲ ਨਾ ਜਾਣਿਆ ਜਾਵੇ, ਮੇਰੇ ਨਾਂ ਦੇ ਨਾਲ ਭਾਈ ਲਾਇਆ ਜਾਵੇ। ਇਹ ਗੱਲ ਕਹੀ ਸੀ ਹਰਪ੍ਰੀਤ ਜੀ ਜਾਂ ਨਹੀਂ? ਬਿਲਕੁਲ ਕਹੀ ਸੀ ਉਹਨਾਂ ਨੇ। ਮਤੇ ਪਾਸ ਹੋਣ ਤੋਂ ਪਹਿਲਾਂ ਇਹ ਰਿਕੁਐਸਟ ਕੀਤੀ ਸੀ ਸੰਗਤ ਨੂੰ। ਓਕੇ, ਉਸ ਤੋਂ ਥੋੜੇ ਜਿਹੇ ਸਮੇਂ ਬਾਅਦ ਹੀ ਉਹਨਾਂ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨਿਯੁਕਤ ਕੀਤਾ ਜਾਂਦਾ। ਸੋ ਡਿਡ ਹੀ ਨੋ ਦੈਟ ਬਿਫੋਰ ਕਮਿੰਗ ਟੂ ਸਰਬਤ ਖਾਲਸਾ ਔਰ ਨਾਟ, ਕਿ ਉਹਨਾਂ ਦੀ ਇੱਕ ਜਥੇਦਾਰ ਸਾਹਿਬ ਦੀ ਇੱਕ ਨਿਯੁਕਤੀ ਹੋਣੀ ਆ ਜਿਨ੍ਹਾਂ ਵਿੱਚ ਉਹਨਾਂ ਦਾ ਨਾਮ ਵੀ ਆਉਣਾ? ਤਾਂ ਜੀ ਇੱਥੇ ਇੱਕ ਗੱਲ ਮੈਂ ਜ਼ਰੂਰ ਦਰਸ਼ਕਾਂ ਨਾਲ ਸ਼ੇਅਰ ਕਰਨੀ ਚਾਹੂੰਗਾ, ਜਿਹੜੀ ਕਿ ਮੈਨੂੰ ਪੰਜਾਬ ਦੇ ਆਪਣੇ ਰਿਪੋਰਟਰ ਦਿਲਰਾਜ ਸਿੰਘ ਜੀ ਤੋਂ ਮਿਲੀ। ਦਿਲਰਾਜ ਸਿੰਘ ਜੀ ਨੇ ਮੈਨੂੰ ਅੱਜ ਸਵੇਰੇ ਇਹ ਦੱਸਿਆ ਸੀ, ਆਈ ਥਿੰਕ ਆਪਾਂ ਇੱਕ ਕਾਨਫਰੰਸ ਕਾਲ ਸੀ ਉਦੋਂ ਸ਼ਾਇਦ, ਕਿ ਉੱਥੇ ਮੌਜੂਦ ਹਰ ਰਿਪੋਰਟਰ ਨੂੰ ਇਹ ਗੱਲ ਪਤਾ ਸੀ ਕਿ ਜਥੇਦਾਰਾਂ ਦੇ ਚੇਂਜਸ ਹੁੰਦੇ ਨੇ, ਕਿਹੜੇ ਜਥੇਦਾਰ ਦਾ ਨਾਂ ਆ ਰਿਹਾ ਵਾ, ਜਿਹਦੇ ਵਿੱਚ ਕਿ ਦਿਲਰਾਜ ਸਿੰਘ ਜੀ ਨੇ ਵੀ ਦੱਸਿਆ ਕਿ ਮੈਨੂੰ ਵੀ ਇਹ ਖਬਰ ਆ ਚੁੱਕੀ ਸੀ। ਥੋੜਾ ਜਿਹਾ ਸਮਾਂ ਪਹਿਲਾਂ ਜਦੋਂ ਭਾਈ ਰਾਜੋਆਣਾ ਜੀ ਨੂੰ ਫਾਂਸੀ ਕਰਨ ਦੀ ਗੱਲ ਕੀਤੀ ਗਈ ਸੀ, ਤਾਂ ਇਹ ਵੀ ਗੱਲ ਆ ਰਹੀ ਸੀ ਕਿ ਜੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਅਪੁਆਇੰਟ ਕਰ ਦਿੱਤਾ ਜਾਵੇ ਤਾਂ ਉਹਨਾਂ ਦੀ ਫਾਂਸੀ ਰੁਕ ਸਕਦੀ ਆ। ਪਰ ਉਸ ਵੇਲੇ ਬਾਦਲ ਸਰਕਾਰ ਨੇ ਇਹ ਦੇਖਦੇ ਹੋਏ ਕਿਤੇ ਨਾ ਕਿਤੇ ਵੀ ਇਹ ਕਿਤੇ ਸੰਕਟ ਦੇ ਵਿੱਚ ਨਾ ਫਸ ਜਾਈਏ, ਉਹਨਾਂ ਨੇ ਇਹ ਗੱਲ ਉਹਨਾਂ ਦੀ ਫਾਂਸੀ ਦੀ ਸਜ਼ਾ ਰੁਕਵਾ ਦਿੱਤੀ ਸੀ। ਇੰਡਾਇਰੈਕਟਲੀ ਟੈਕਨੀਕਲੀ ਦੇਅਰ ਵਾਜ਼ ਅ ਪੋਲਿਟਿਕਸ ਇਨਵੋਲਵ। ਪਰ ਭਾਈ ਹਵਾਰਾ ਵੀ ਚੋਟੇ ਸਰਦਾਰ ਬੇਅੰਤ ਸਿੰਘ ਦੇ ਹੱਤਿਆਕਾਂਡ ਦੇ ਵਿੱਚ ਦੋਸ਼ੀ ਵੀ ਨੇ ਤੇ ਸਜ਼ਾ ਵੀ ਭੁਗਤ ਰਹੇ ਨੇ। ਹੁਣ ਇਹ ਤਾਂ ਕਾਨੂੰਨ ਦਾ ਕੰਮ ਆ ਕਿ ਉਹ ਦੋਸ਼ੀ ਹਨ ਜਾਂ ਨਹੀਂ ਹਨ। ਪਰ ਇੱਕ ਗੱਲ ਕਰਦੇ ਹਾਂ, ਜਦੋਂ ਭਾਈ ਹਵਾਰਾ ਦਾ ਨਾਂ ਲਿਆ ਗਿਆ ਕਿ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਿਯੁਕਤ ਕੀਤਾ ਜਾਊਗਾ, ਇਸ ਤੋਂ ਪਹਿਲਾਂ ਵੀ ਨਿਯੁਕਤੀਆਂ ਹੋਈਆਂ ਨੇ। ਜੇ ਜਥੇਦਾਰ 1986 ਦੀ ਗੱਲ ਕੀਤੀ ਜਾਵੇ, 1986 ਦੇ ਵਿੱਚ ਜਦੋਂ ਸਰਬਤ ਖਾਲਸਾ ਬੁਲਾਇਆ ਗਿਆ ਸੀ ਜਨਵਰੀ ਦੇ ਵਿੱਚ, ਉਸ ਤੋਂ ਬਾਅਦ ਅਪ੍ਰੈਲ ਦੇ ਵਿੱਚ ਬੁਲਾਇਆ ਗਿਆ ਸੀ ਜਦੋਂ ਪ੍ਰੋਫੈਸਰ ਦਰਸ਼ਨ ਸਿੰਘ ਦੀ ਨਿਯੁਕਤੀ ਕੀਤੀ ਗਈ ਸੀ। ਸਾਰਾ ਪੰਥਕ ਜਥੇਬੰਦੀਆਂ ਕਹਿੰਦੀਆਂ ਸੀ ਕਿ ਉਹ ਉਹਨਾਂ ਨੂੰ ਹੀ ਇਜ਼ ਵੈਲ ਕੁਆਲੀਫਾਈਡ ਐਂਡ ਹੀ ਸ਼ੁੱਡ ਵੀ ਜਥੇਦਾਰ। ਥੋੜ੍ਹੇ ਜਿਹੇ ਦਿਨਾਂ ਬਾਅਦ ਹੀ ਉਹਨਾਂ 'ਤੇ ਐਲੀਗੇਸ਼ਨ ਲੱਗ ਗਏ ਸੀ ਕਿ ਤਾਂ ਬਿਟੇ ਹੋਏ ਨੇ, ਇਹ ਤਾਂ ਸਿਰਫ ਇਹ ਗੱਲਾਂ ਜਿਹੜੀਆਂ ਕਰਦੇ ਨੇ ਉਹ ਠੀਕ ਨਹੀਂ। ਉਸ ਤੋਂ ਬਾਅਦ ਭਾਈ ਰਣਜੀਤ ਸਿੰਘ ਜੀ ਦੀ ਜਦੋਂ ਕਿ ਉਹ ਜੇਲ੍ਹ ਦੇ ਵਿੱਚ ਨਿਰੰਕਾਰੀ ਦੇ ਵਿੱਚ ਹੱਤਿਆਕਾਂਡ ਦੇ ਵਿੱਚ ਸ਼ਾਮਲ ਸਨ, ਉਹਨਾਂ ਦਾ ਨਾਂ ਵੀ ਸਿੱਖੀ ਸਫ਼ਿਆਂ ਦੇ ਵਿੱਚ ਬੜਾ ਸ਼ਰਧਾ ਨਾਲ ਲਿਆ ਜਾਂਦਾ ਸੀ, ਉਹਨਾਂ ਨੂੰ ਜਥੇਦਾਰ ਬਣਾਇਆ ਗਿਆ। ਜਥੇਦਾਰ ਬਣਾਉਣ ਤੋਂ ਬਾਅਦ ਜੋ ਉਹਨਾਂ ਨੇ ਫੈਸਲੇ ਲਏ, ਕੈਨੇਡਾ ਦੇ ਸਿੱਖ ਤਾਂ ਖਾਸ ਜਾਣਦੇ ਹੋਣਗੇ ਕਿ ਜਦੋਂ ਲੰਗਰ ਦਾ ਰੌਲਾ ਪਿਆ ਸੀ, ਉਸ ਦੇ ਵਿੱਚ ਜਿਹੜਾ ਹੁਕਮਨਾਮਾ ਆਇਆ ਸੀ ਉਹ ਭਾਈ ਰਣਜੀਤ ਸਿੰਘ ਜੀ ਨੇ ਦਿੱਤਾ ਸੀ। ਉਸ ਤੋਂ ਬਾਅਦ ਆਲਮੋਸਟ ਆਈ ਥਿੰਕ 1986 ਤੋਂ ਜੇ ਪਹਿਲਾਂ ਦੇਖਿਆ ਜਾਵੇ ਤਾਂ ਸਿੱਖ ਵਿਦਵਾਨਾਂ ਨੂੰ ਵੀ ਅੱਜ ਤੱਕ ਜਥੇਦਾਰਾਂ ਦੇ ਨਾਂ ਨਹੀਂ ਯਾਦ ਹੋਣਗੇ। ਜਥੇਦਾਰੀਆਂ ਕਾਫੀ ਸਮੇਂ ਤੋਂ ਚੱਲ ਰਹੀਆਂ ਨੇ। ਜੇ 1948 ਤੋਂ ਬਾਅਦ ਵੀ ਗੱਲ ਕੀਤੀ ਜਾਵੇ, 1948 ਤੋਂ 1963 ਤੱਕ ਜਥੇਦਾਰ 15 ਸਾਲ 21 ਸਾਲ ਰਹਿੰਦੇ ਸੀ, ਪਰ ਕਦੇ ਵੀ ਵਿਵਾਦਾਂ ਦੇ ਵਿਸ਼ੇ ਨਹੀਂ ਸੀ ਬਣੇ। ਉਸ ਤੋਂ ਬਾਅਦ ਸਾਡੇ ਕੋਲ ਕਈ ਜਥੇਦਾਰ ਆਏ, ਬੇਦਾਂਤੀ ਸਾਹਿਬ ਆਏ, ਗੁਰਦੇਵ ਸਿੰਘ ਕੌਂਕੇ ਆਏ, ਉਹਨਾਂ ਨੂੰ ਵੀ ਅਪੁਆਇੰਟ ਕੀਤਾ ਗਿਆ। ਉਸ ਵੇਲੇ ਪ੍ਰੋਬਲਮ ਨਹੀਂ ਆਈ ਸੀ।
ਡੂ ਵੀ ਐਗਰੀ ਕਿ ਰਾਜਨੀਤਿਕ ਪ੍ਰੈਸ਼ਰ ਅਕਾਲ ਤਖਤ ਸਾਹਿਬ ਤੇ ਜਥੇਦਾਰ ਉੱਤੇ ਪਾਇਆ ਜਾਂਦਾ? 100% ਪਾਇਆ ਜਾਂਦਾ। ਕਿਸੇ ਵਿਦਵਾਨ ਨੂੰ ਪੁੱਛ ਲਓ, ਕਿਸੇ ਸਾਡੇ ਸਿੱਖ ਸੰਗਤ ਜੋ ਕੱਲ੍ਹ ਇਕੱਠੀ ਹੋਈ ਸੀ ਉਹਨਾਂ ਨੂੰ, ਜਿਹੜੇ ਨਹੀਂ ਵੀ ਹੋਏ, ਜਾਂ ਜਿਹੜਾ ਸਰਬੱਤ ਖਾਲਸਾ ਦਾ ਵਿਰੋਧ ਵੀ ਕਰਦੇ ਆ ਉਹਨਾਂ ਨੂੰ ਵੀ ਪੁੱਛ ਲਓ। ਆਈ ਥਿੰਕ ਇਟਸ ਪ੍ਰਟੀ ਯੂਨੈਨਿਮਸ ਕਿ ਰਾਜਨੀਤਿਕ ਸਫ਼ਿਆਂ ਦੇ ਵਿੱਚੋਂ ਕਿਤੇ ਨਾ ਕਿਤੇ ਅਕਾਲ ਤਖਤ ਸਾਹਿਬ ਨੂੰ ਕੰਟਰੋਲ ਕੀਤਾ ਜਾਂਦਾ। ਪਰ ਮੇਰਾ ਕੁਐਸਚਨ ਸਿਰਫ ਇਹੀ ਆ ਕਿ ਜੋ ਲੋਕੀ ਭਾਈ ਧਿਆਨ ਸਿੰਘ ਮੰਡ ਜੋ ਕਿ ਇੱਕ ਪੋਲੀਟੀਕਲ ਫਿਗਰ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਮਾਨ ਦੇ ਵਿੱਚੋਂ ਉਹ ਇੱਕ ਮੈਂਬਰ ਪਾਰਲੀਮੈਂਟ ਰਹੇ ਹੋਏ ਨੇ, ਉਸ ਤੋਂ ਬਾਅਦ ਭਾਈ ਹਵਾਰਾ ਜੋ ਕਿ ਜੇਲ੍ਹ ਦੇ ਵਿੱਚ ਨੇ, ਹੁਣ ਕੇਅਰ ਟੇਕਰ ਤੁਸੀਂ ਭਾਈ ਧਿਆਨ ਸਿੰਘ ਮੰਡ ਨੂੰ ਬਣਾ ਰਹੇ ਨੇ ਜੋ ਕਿ ਇੱਕ ਮੈਂਬਰ ਪਾਰਲੀਮੈਂਟ ਇੱਕ ਅਕਾਲੀ ਦਲ ਦੇ ਗਰੁੱਪ ਦਾ ਹੀ ਰਹੇ ਹੋਏ ਨੇ। ਹੁਣ ਦੂਜੇ ਦਿਨ ਜਿਹੜਾ ਸਰਬੱਤ ਖਾਲਸਾ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਬੁਲਾਇਆ ਜਾਂਦਾ, ਦੀਵਾਲੀ ਵਾਲੇ ਦਿਨ ਪਹਿਲਾਂ ਰੌਲਾ ਪਾ ਰਿਹਾ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੰਦੇਸ਼ ਨਹੀਂ ਦੇਣ ਦਿੱਤਾ ਜਾਊਗਾ, ਪਰ ਕੱਲ੍ਹ ਤੁਸੀਂ ਕਹਿੰਦੇ ਹੋ ਕਿ ਭਾਈ ਧਿਆਨ ਸਿੰਘ ਮੰਡ ਕੌਮ ਦੇ ਨਾਂ ਤੇ ਇੱਕ ਸੰਦੇਸ਼ ਦੇਣਗੇ। ਸੋ ਬੇਸਿਕਲੀ ਆਈ ਡੋਂਟ ਨੋ ਇਫ ਇਜ਼ ਇਨਕਲੂਸਿਵ, ਜਾਨੀ ਆਮ ਸਿੱਖ ਸੰਗਤਾਂ ਨੂੰ ਹਰੇਕ ਚੀਜ਼ ਦੇ ਦੋ ਪਹਿਲੂ ਹੁੰਦੇ ਨੇ, ਇਹ ਦੋ ਪਹਿਲੂ ਕਿਤੇ ਨਾ ਕਿਤੇ ਮਿਲ ਜਾਣਗੇ। ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਭਾਈ ਅਜਨਾਲਾ ਦੀ ਜਾਂ ਭਾਈ ਦਾਦੂਵਾਲ ਦੀ, ਜਿਨ੍ਹਾਂ ਨੂੰ ਕਰਮਵਾਰ ਦਮਨਵਾਲ ਸਾਹਿਬ ਦੇ ਤੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਬਣਾਇਆ ਗਿਆ, ਉਹ ਕਿਤੇ ਨਾ ਕਿਤੇ ਉਹਨਾਂ ਦਾ ਦਮਦਮੀ ਟਕਸਾਲ ਦੇ ਨਾਲ ਸੰਬੰਧ ਰਿਹਾ। ਦਮਦਮੀ ਟਕਸਾਲ ਦੇ ਵਿੱਚ ਦੋਨੇ ਸਟੂਡੈਂਟ ਰਹੇ ਨੇ, ਵਿਦਿਆਰਥੀ ਰਹੇ ਨੇ। ਹੁਣ ਇਹ ਜਿਹੜੀ ਕੌਮ ਦੀ ਅਗਵਾਈ ਕਰਨ ਦੀ ਗੱਲ ਕੀਤੀ ਗਈ ਆ ਕਿ ਇਹ ਦਮਦਮੀ ਟਕਸਾਲ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪੁਆਇੰਟੀ ਭਾਈ ਧਿਆਨ ਸਿੰਘ ਮੰਡ ਭਾਈ ਹਵਾਰਾ ਦੇ ਜੇਲ੍ਹ ਤੋਂ ਬਾਹਰ ਆਉਣ ਤੱਕ ਤਾਂ ਮੇਰਾ ਖਿਆਲ ਆ ਉਹੀ ਜਥੇਦਾਰ ਰਹਿਣਗੇ, ਕੌਮ ਨੂੰ ਸੰਦੇਸ਼ ਦੇਣਗੇ। ਕਿ ਦੂਜੇ ਅਕਾਲੀ ਦਲ, ਕਿੰਨੇ ਅਕਾਲੀ ਦਲ ਨੇ, ਆਈ ਕਾਂਟ ਈਵਨ ਨੇਮ ਆਲ, ਦੂਜੇ ਪਾਸੇ ਦੂਜੀਆਂ ਰਾਜਨੀਤਿਕ ਪਾਰਟੀਆਂ ਇਸ ਗੱਲ ਨੂੰ ਮੰਨ ਲੈਣਗੀਆਂ? ਕਾਫੀ ਕਿੰਤੂ ਪਰੰਤੂ ਹੁੰਦੇ ਨੇ। ਜੇ ਕੱਲ੍ਹ ਦੇ ਇਕੱਠ ਦੇ ਵਿੱਚ ਦੇਖਿਆ ਜਾਵੇ, ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਤਾਂ ਇਸ ਦੀ ਵਿਰੋਧਤਾ ਕਰਦਾ ਹੀ ਸੀ, ਕਾਂਗਰਸ ਦੇ ਵਿੱਚੋਂ ਉਹਨਾਂ ਦੇ ਇੱਕ ਸਾਬਕਾ MLA ਪਿੱਕੀ ਸਾਹਿਬ ਜੋ ਕਿ ਉਹਨਾਂ ਨੇ ਪਿੱਛੇ ਜੇ ਰਿਜ਼ਾਈਨ ਦਿੱਤਾ ਸੀ, ਉਹ ਸ਼ਾਮਲ ਹੋਏ। BSP ਬਹੁਜਨ ਸਮਾਜ ਪਾਰਟੀ ਦੇ ਲੀਡਰ ਸ਼ਾਮਲ ਹੋਏ। ਉਸ ਤੋਂ ਬਾਅਦ ਨਾ ਤਾਂ ਕੋਈ ਆਮ ਆਦਮੀ ਪਾਰਟੀ ਦਾ ਬੰਦਾ ਸੀ, ਜੇ ਕਾਂਗਰਸ ਨੂੰ ਡਾਇਰੈਕਟਲੀ ਔਰ ਇਨਡਾਇਰੈਕਟਲੀ ਕਿਹਾ ਜਾਵੇ ਉਹਨਾਂ ਦੇ ਸਾਬਕਾ MLA ਸਨ ਜਿਨ੍ਹਾਂ ਨੂੰ ਸਟੇਜ ਤੇ ਬੋਲਣ ਦਾ ਵੀ ਮੌਕਾ ਦਿੱਤਾ ਗਿਆ। ਪਰ ਹਾਊ ਕੈਨ ਯੂ ਯੂਨਾਈਟ ਦਿਸ ਇਜ਼ ਯੂਨਾਨਿਮਸ ਪੋਲੀਟੀਕਲ ਥਿੰਗ ਆ? ਜਿਹੜੀਆਂ ਪੋਲੀਟੀਕਲ ਪਾਰਟੀਆਂ ਉੱਥੇ ਨਹੀਂ ਸੀ, ਨੈਚੁਰਲੀ ਉਹ ਇਸ ਗੱਲ ਦਾ ਵਿਰੋਧ ਕਰਨਗੀਆਂ। ਜਿਹੜੀਆਂ ਉੱਥੇ ਪੋਲੀਟੀਕਲ ਪਾਰਟੀਆਂ ਸੀ ਉਸ ਗੱਲ ਦਾ ਲਾਹਾ ਲੈਣਾ ਚਾਹੁੰਣਗੀਆਂ। ਸੋ ਪਹਿਲਾਂ ਹੀ ਮਤਾ ਆਮ ਸਿੱਖ ਸਫ਼ਿਆਂ ਦੇ ਵਿੱਚ ਕਿਤੇ ਨਾ ਕਿਤੇ ਕੁਐਸਚਨ ਮਾਰਕ ਖੜਾ ਕਰ ਰਿਹਾ। ਮੈਂ ਇਹ ਨਹੀਂ ਕਹਿੰਦਾ ਕਿ ਤਿੰਨਾਂ ਦੀ ਜਿਹੜੀ ਨਿਯੁਕਤੀ ਆ ਉਹ ਨਹੀਂ ਹੋਣੀ ਚਾਹੀਦੀ ਜਾਂ ਹੋਣੀ ਚਾਹੀਦੀ ਸੀ, ਪਰ ਕੁਐਸਚਨ ਮਾਰਕ ਲੱਗੇ ਹੋਏ ਨੇ ਕਿ ਜਿਹੜੀ ਰਾਜਨੀਤੀ ਦੀ ਝਲਕ ਅਸੀਂ ਉਸ ਜਥੇਦਾਰਾਂ ਤੋਂ ਲੈਣਾ ਚਾਹੁੰਦੇ ਹਾਂ, ਜਿਹੜੇ 3 ਜਥੇਦਾਰ ਅਸੀਂ ਰਿਪਲੇਸ ਕਰਨਾ ਚਾਹੁੰਦੇ ਹਾਂ, ਪਰ ਆਉਣ ਵਾਲਿਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਰਾਜਨੀਤੀ ਝਲਕਦੀ ਆ। ਕਈ ਸਿੱਖ ਸੰਗਤਾਂ ਦਾ ਜ਼ਰੂਰ ਇਹ ਵੀ ਕਹਿਣਾ ਕਿ ਬਿਲਕੁਲ ਸਹੀ ਗੱਲ ਆ, ਅਕਾਲ ਤਖਤ ਸਾਹਿਬ ਤੇ ਜਥੇਦਾਰਾਂ ਦੀ ਜਿਹੜੀ ਦੂਜੇ ਤਖਤ ਦੇ ਜਥੇਦਾਰਾਂ ਦੀ ਵੀ ਰਿਪਲੇਸਮੈਂਟ ਹੋਣੀ ਚਾਹੀਦੀ ਸੀ, ਪਰ ਕਈ ਲੋਕਾਂ ਦਾ ਸੀ ਕਿ ਸਾਨੂੰ ਥੋੜ੍ਹਾ ਜਿਹਾ ਲੀਨੀਅਟ ਹੋਣਾ ਚਾਹੀਦਾ ਸੀ। ਇਸ ਨੂੰ ਸਰਬੱਤ ਖਾਲਸੇ ਦੇ ਵਿੱਚ ਜਿਹੜੇ 5 ਪਿਆਰਿਆਂ ਨੂੰ ਕੇਅਰ ਟੇਕਰ ਬਣਾ ਦੇਣਾ ਚਾਹੀਦਾ ਸੀ, ਐਜ਼ ਏ ਜਥੇਦਾਰ ਅਪੁਆਇੰਟ ਨਹੀਂ ਸੀ ਕਰਨਾ ਚਾਹੀਦਾ। ਜਥੇਦਾਰ ਕੇਅਰ ਟੇਕਰ ਬਣਾ ਕੇ ਵਿਸਾਖੀ ਦੇ ਵਿੱਚ ਇੱਕ ਵੱਡਾ ਸਰਬੱਤ ਖਾਲਸਾ ਜਾਂ ਇੱਕ ਵੱਡਾ ਇਕੱਠ ਸੱਦ ਕੇ ਜਥੇਦਾਰਾਂ ਦੀ ਨਿਯੁਕਤੀ ਕਰਨੀ ਚਾਹੀਦੀ ਸੀ। ਦੂਜੇ ਪਾਸੇ ਹਰਪ੍ਰੀਤ ਜੀ, ਹਾਲਾਂਕਿ ਇਹਨਾਂ ਮਤਿਆਂ ਦੇ ਵਿੱਚੋਂ ਇੱਕ ਪਰ ਨਾਲ ਥੋੜ੍ਹਾ ਜਿਹਾ ਜੁੜਦਾ ਹੈਗਾ, ਉਹ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ। ਸਾਡੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਇੱਕ ਸੁਪਰੀਮ ਬਾਡੀ ਆ। ਇਸ ਸੁਪਰੀਮ ਬਾਡੀ ਨੂੰ ਅਸੀਂ ਸਾਡਾ ਸਿਰ ਸਾਰੇ ਇਕੱਲੇ ਸਿੱਖ ਦਾ ਇਸ 'ਤੇ ਸਿਰ ਝੁਕ ਜਾਂਦਾ, ਪਰ ਦੇ ਆਰ ਜਥੇਦਾਰ ਸਾਹਿਬ ਇਜ਼ ਇੰਪਲੋਇਡ ਬਾਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਹੁਣ ਅਸੀਂ ਸਾਰੇ ਜਾਣਦੇ ਹਾਂ ਕਿ ਕਈ ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਹੋਈਆਂ। ਉਸ ਵੇਲੇ ਕੋਈ ਨਹੀਂ ਬੋਲਿਆ, ਸਹਿਜਧਾਰੀਆਂ ਨਾਲ ਇਹਨਾਂ ਦਾ ਰੌਲਾ ਚੱਲਦਾ ਸੀ। ਉਹ ਕੇਸ ਪਹਿਲਾਂ ਹਾਈ ਕੋਰਟ 'ਚ ਗਿਆ, ਹਾਈ ਕੋਰਟ ਦੇ ਵਿੱਚ ਸਹਿਜਧਾਰੀ ਜਿੱਤ ਗਏ, ਜਿਸ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਪੀਲ ਕਰਕੇ ਸੁਪਰੀਮ ਕੋਰਟ ਚਲੇ ਗਏ। ਸੁਪਰੀਮ ਕੋਰਟ ਨੇ ਜਿਹੜੀਆਂ ਹੁਣ ਪਾਵਰਸ ਨੇ ਸ਼ਾਇਦ ਪੰਜਾਬ ਸਰਕਾਰ ਤੋਂ ਥੋੜ੍ਹੀਆਂ ਜ਼ਿਆਦਾ ਲੈ ਰਹੀਆਂ ਨੇ। ਹੁਣ ਜੇ ਪਿੱਛੇ ਜੇ ਖਬਰਾਂ ਆਈਆਂ ਸੀ ਕਿ 2016 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਇੱਕ ਤਰ੍ਹਾਂ ਦਾ ਧਾਰਮਿਕ ਡੈਮੋਕ੍ਰੈਟਿਕ ਪ੍ਰੋਸੈਸ ਆ। ਉਹਦੇ ਵਿੱਚ ਗਲਤਬਾਜ਼ੀ ਹੁੰਦੀ ਆ, ਬਿਲਕੁਲ ਹੁੰਦੀ ਆ। ਦੋਸ਼ ਲੱਗਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਇਹਨਾਂ ਦੇ ਵਿੱਚ ਆਪਣੀ ਪੋਲੀਟੀਕਲ ਗੇਮ ਖੇਡਦੇ ਹੋਣਗੇ। ਪਰ ਮੇਰਾ ਕੁਐਸਚਨ ਇਹ ਆ ਕਿ ਕੱਲ੍ਹ ਇੱਕ ਮਤੇ ਦੇ ਵਿੱਚ ਇਹ ਕਿਹਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣ। ਮੇਰਾ ਕੁਐਸਚਨ ਮਾਰਕ ਆ, ਨੋਬਡੀ ਆਸਕਡ them। 3-4 ਸਾਲ ਪਹਿਲਾਂ ਦੀ ਗੱਲ ਸੀ ਕਿ ਵੋਟਾਂ ਨਹੀਂ ਹੋਣਗੀਆਂ, ਹੁਣ ਵੋਟਾਂ ਕਰਵਾਈਆਂ ਜਾਣ। ਯੈਸ, ਜੇ ਵੋਟਾਂ ਉਦੋਂ ਹੋਣੀਆਂ ਚਾਹੀਦੀਆਂ ਸੀ, ਮਤਾ ਹੁਣ ਵੀ ਹੋਣਾ ਚਾਹੀਦਾ ਸੀ,
ਪਰ ਜੇ 2016 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਜਾਣ ਤਾਂ ਸਾਡੀਆਂ ਧਾਰਮਿਕ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਦੀ ਉਹ ਸੰਸਥਾ ਤੇ ਕੰਟਰੋਲ ਕਰਕੇ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਦੇ ਨਾਲ ਇੱਕ ਆਪਣੇ ਜਥੇਦਾਰ ਅਪੁਆਇੰਟ ਕਰ ਸਕਦੇ ਨੇ, ਕਿਉਂਕਿ ਇਟ ਇਜ਼ ਵਿਦਨ ਦਾ ਪਾਵਰ ਆਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਸਾਰੀਆਂ ਸਿੱਖ ਜਥੇਬੰਦੀਆਂ ਨੂੰ ਕਹਿਣਾ ਚਾਹੀਦਾ ਕਿ ਯੈਸ, ਡੈਮੋਕ੍ਰੈਟਿਕਲੀ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਦੇ ਕੰਟਰੋਲ ਲਈ, ਜਿਸ ਦਾ ਵੱਡਾ ਮੇਨ ਰੋਲ ਆ, ਉਸ ਦੇ ਲਈ ਚੋਣਾਂ ਹੋਣੀਆਂ ਚਾਹੀਦੀਆਂ ਨੇ, ਉਹਨਾਂ ਦੇ ਪ੍ਰਧਾਨ ਦੀ ਨਿਯੁਕਤੀ ਹੋਣੀ ਚਾਹੀਦੀ ਆ, ਮੈਂਬਰ ਨਿਯੁਕਤ ਕਰਨੇ ਚਾਹੀਦੇ ਨੇ, ਤੇ ਉਹ ਡਿਸਾਈਡ ਕਰ ਲੈਣਗੇ ਅਕਾਲ ਤਖਤ ਸਾਹਿਬ ਦੇ ਜਾਂ ਦੂਜੇ ਤਖਤਾਂ ਦੇ ਜਥੇਦਾਰ ਕੌਣ ਨੇ। ਪਿਛਲੇ ਜੇ ਸਾਈ ਭਾਈ ਨੰਦਗੜ੍ਹ ਦੀ ਗੱਲ ਕਰ ਲਓ, ਗੁਰਦੇਵ ਸਿੰਘ ਕੌਂਕਰੇ ਦੀ ਗੱਲ ਕਰ ਲਓ, ਭਾਈ ਰਣਜੀਤ ਸਿੰਘ ਦੀ ਗੱਲ ਕਰ ਲਓ, ਬੇਦਾਂਤੀ ਸਾਹਿਬ ਦੀ ਗੱਲ ਕਰ ਦਿਓ, ਤਕਰੀਬਨ ਕੰਟਰੋਵਰਸੀ ਦੇ ਵਿੱਚ ਪੈ ਰਹੇ ਆ ਕਿ ਸਾਡੇ ਤੁਸੀਂ ਸਰਕਾਰੀ ਪਿੱਠੂ ਹੋ, ਤੁਸੀਂ ਇਹ ਆ, ਪਰ ਆਈ ਡੋਂਟ ਥਿੰਕ ਇਟ ਲੁਕਸ ਗੁੱਡ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਨੇ, ਪਰ ਜਿਹੜਾ ਮਤਾ ਸੀ ਉਹ ਕਾਫੀ ਥੱਲੇ ਸੀ। ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਕਿ ਕੱਲ੍ਹ ਇਹ ਇਕੱਠ ਕੌਮ ਨੂੰ ਜਿਹੜੇ 3 ਜਥੇਦਾਰ ਅਪੁਆਇੰਟ ਕੀਤੇ ਗਏ ਨੇ, ਇਹ ਸੰਦੇਸ਼ ਦਿੰਦਾ ਕਿ ਕੱਲ੍ਹ ਨੂੰ ਜਿਹੜੇ 3 ਜਥੇਦਾਰ ਜਦੋਂ ਉੱਥੇ ਮੱਥਾ ਟੇਕਣ ਜਾਣਗੇ ਤਾਂ ਜਿਹੜੇ ਕੱਲ੍ਹ ਬੀਤ ਗਿਆ ਜਾਂ ਜਿਹੜਾ ਕੱਲ੍ਹ ਆਉਣਾ, ਉਹਦੇ ਵਿੱਚ ਹਾਲਤ ਹੋਰ ਸੁਖਾਵੇਂ ਹੋ ਜਾਣਗੇ। ਆਈ ਡਾਊਟ ਇਟ। ਦਵਿੰਦਰ ਜੀ, ਜਿਹੜੀ ਤੁਸੀਂ ਇਲੈਕਸ਼ਨ ਦੀ ਗੱਲ ਕੀਤੀ SGPC ਵਿੱਚ, ਆਈ ਥਿੰਕ ਆਪਾਂ ਕਾਫੀ ਟਾਈਮ ਤੋਂ ਸਰਬੱਤ ਖਾਲਸਾ ਦੇ ਉੱਤੇ ਜਾਂ ਜਦੋਂ ਤੋਂ ਪੰਜਾਬ 'ਚ ਹਾਲਾਤ ਖਰਾਬ ਹੋਣ ਲੱਗੇ, ਆਪਣੇ ਡਿਸਕਸ਼ਨਸ ਜਾਂ ਡਿਬੇਟਸ ਆਪਾਂ ਕਰਦੇ ਰਹੇ ਹਾਂ। ਮੇਰਾ ਇੱਕੋ ਹੀ ਵਿਚਾਰ ਸੀ ਕਿ ਸਿਸਟਮ ਖਰਾਬ ਆ। ਕੱਲ੍ਹ ਵੀ ਜਦੋਂ ਮੈਂ ਪ੍ਰੋਗਰਾਮ ਦੇਖ ਰਿਹਾ ਸੀ, ਸਰਬੱਤ ਖਾਲਸਾ ਦਾ ਸਾਰਾ ਵਾਚ ਕੀਤਾ, ਉਹ 'ਚ ਇੱਕ ਸ਼ਬਦ ਬਾਰ-ਬਾਰ ਸੁਣਨ ਨੂੰ ਮਿਲਿਆ ਦਵਿੰਦਰ ਜੀ। ਆਈ ਥਿੰਕ ਜਿੰਨੇ ਵੀ ਬੁਲਾਰੇ ਸਟੇਜ 'ਤੇ ਆਏ, ਜੇ ਮੈਂ ਗਲਤ ਨਹੀਂ ਹੋਊਗਾ ਤਾਂ ਸ਼ਾਇਦ ਐਵਰੀ ਦੂਜਾ, ਜੇ ਚਲੋ ਮੈਨੂੰ ਜੇ ਉਹਨੂੰ ਵੀ ਆਪਾਂ ਕਹੀਏ ਕਿ ਨਾਟ ਦੂਜਾ, ਐਵਰੀ ਤੀਜੇ ਨੇ ਬਾਦਲ ਸਾਹਿਬ ਨੂੰ, ਪ੍ਰਕਾਸ਼ ਸਿੰਘ ਬਾਦਲ ਨੂੰ ਉੱਤੇ ਗੱਲ ਕੀਤੀ। ਪ੍ਰੋਬਲਮ ਹੈ ਕਿ ਅਸੀਂ ਬਿਮਾਰ ਦਾ ਇਲਾਜ ਕਰ ਰਹੇ ਹਾਂ, ਅਸੀਂ ਬਿਮਾਰੀ ਦਾ ਇਲਾਜ ਨਹੀਂ ਕਰ ਰਹੇ। ਜੇ ਅਸੀਂ ਹੁਣ ਜਥੇਦਾਰ ਅਪੁਆਇੰਟ ਕਰ ਦਿੰਦੇ ਹਾਂ, ਜੋ ਤੁਸੀਂ ਕਿਹਾ ਕਿ ਹੋ ਸਕਦਾ ਵਾ ਅੱਜ ਤੋਂ 5-10 ਸਾਲ ਪਹਿਲਾਂ ਅੱਜ ਤੋਂ 5-10 ਸਾਲ ਬਾਅਦ ਅਸੀਂ ਫਿਰ ਸੇਮ ਪ੍ਰੋਬਲਮ ਫੇਸ ਕਰੀਏ ਜੋ ਅੱਜ ਕਰ ਰਹੇ ਹਾਂ। SGPC ਦੀ ਇਲੈਕਸ਼ਨ ਦੀ ਤੁਸੀਂ ਗੱਲ ਕੀਤੀ, ਮੈਂ ਤੁਹਾਡੇ ਨਾਲ ਬਿਲਕੁਲ ਐਗਰੀ ਕਰਦਾ ਵਾਂ। SGPC ਦੀ ਇਲੈਕਸ਼ਨ ਕਰਾਉਣਾ, ਇਲੈਕਸ਼ਨ ਤੇ ਫਿਰ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਆ ਦਵਿੰਦਰ ਜੀ, ਉਹ 'ਚ ਕੋਈ ਵੀ ਪਾਰਟ ਲੈ ਸਕਦਾ ਵਾ, ਉਹਨੂੰ ਫਿਰ ਕੋਈ ਵੀ ਪੋਲੀਟੀਕਲ ਪਾਰਟੀ ਕੰਟਰੋਲ ਕਰ ਸਕਦੀ ਹੈ। ਸਾਨੂੰ ਇੱਕ ਸਿਸਟਮ ਦੀ ਲੋੜ ਸੀ ਕਿ ਪੰਜਾਬ 'ਚ ਜਿਹੜੀ ਮਰਜ਼ੀ ਸਰਕਾਰ ਹੋਵੇ, ਇੰਡੀਆ 'ਚ ਜਿਹੜੀ ਮਰਜ਼ੀ ਸਰਕਾਰ ਹੋਵੇ, ਚਾਹੇ ਜਿਹੜੇ ਮਰਜ਼ੀ ਵਰਲਡ ਦੇ ਜਿਹੜੇ ਮਰਜ਼ੀ ਕੰਟਰੀ, ਜਿਹੜੀ ਮਰਜ਼ੀ ਗੌਰਮੈਂਟ ਹੋਵੇ, ਉਹ ਸਾਡੀ ਜਥੇਦਾਰਸ ਨੂੰ ਜਾਂ ਫਿਰ SGPC ਨੂੰ ਬਿਲਕੁਲ ਕੰਟਰੋਲ ਨਾ ਕਰ ਸਕੇ। ਜਥੇਦਾਰ ਉੱਤੇ SGPC ਦਾ ਕੋਈ ਪ੍ਰਭਾਵ ਨਾ ਹੋਵੇ, ਪੰਜਾਬ ਦੇ ਚੀਫ ਮਿਨਿਸਟਰ ਦਾ ਕੋਈ ਪ੍ਰਭਾਵ ਨਾ ਹੋਵੇ। ਜਥੇਦਾਰ ਸਾਹਿਬ ਆਪਣੇ ਕੌਮ ਵਾਸਤੇ ਜੋ ਫੈਸਲੇ ਸਹੀ ਨੇ ਉਹ ਲੈਣ ਵਾਸਤੇ ਫ੍ਰੀ ਹੋਣ। ਪਰ ਇਹਨਾਂ ਗੱਲਾਂ ਉੱਤੇ ਗੱਲ ਨਹੀਂ ਹੋਈ। ਤਾਂ ਹੀ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਕਿਤੇ ਨਾ ਕਿਤੇ ਪਰਪਸ ਸੀ ਜੋ ਉਹ ਸ਼ਾਇਦ ਲੱਗਦਾ ਹੈ ਕਿ ਹੱਲ ਨਹੀਂ ਹੋਇਆ। ਵੈਲ, ਪਰਪਸ ਤਾਂ ਦੇਖੋ, ਜਿਹੜੀ ਮੋਸਟਲੀ ਸਿੱਖ ਸੰਗਤ ਉੱਥੇ ਗਈ ਸੀ, ਜਿੰਨਾ ਕਿ ਮੈਨੂੰ ਗੱਲ ਕਰਨ ਦਾ ਮੌਕਾ ਮਿਲਿਆ, ਕਾਫੀ ਦੁਖੀ ਸੀ। ਸਿਟਕੌਮ ਇੱਕ ਮੁਸ਼ਕਲ ਘੜੀ ਦੇ ਵਿੱਚੋਂ ਲੰਘ ਰਹੀ ਆ। ਦੈਟਸ ਵਾਈ ਦੇ ਵਰ ਗੈਦਰਿੰਗ ਦੇਅਰ, ਐਂਡ ਬਿਨਾਂ ਕਿਸੇ ਸੈਲਫ ਇੰਟਰਸਟ ਦੇ ਸੰਗਤ ਉੱਥੇ ਆਈ ਸੀ। ਐਂਡ ਯੂ ਨੋ ਵਟ, ਮੇਬੀ ਮੋਸਟ ਆਫ ਦਾ ਪੰਥਕ ਜਥੇਬੰਦੀਆਂ ਵੀ ਆਈਆਂ ਹੋਣ ਵੀ ਜਿਹੜੀਆਂ ਪੰਥ ਦੇ ਭਲੇ ਦੇ ਲਈ ਉੱਥੇ ਇਕੱਠੀਆਂ ਹੋਈਆਂ ਸਨ। ਇੱਕ ਡਾਢਾ ਮਾਰਦਾ ਇਕੱਠ ਸੀਗਾ ਇੰਨਾ ਕਿ ਜਿਹੜਾ ਸਿਟਕੌਮ ਨੂੰ ਫੀਲ ਪ੍ਰਾਊਡ ਅਬਾਊਟ ਇਟ। ਨਾਲੇ ਜਿਹੜੀ ਉੱਥੇ ਸੰਗਤ ਸੀ ਦਵਿੰਦਰ ਜੀ, ਬਹੁਤ ਜੋਸ਼ ਵਿੱਚ ਸੀ। ਜਿਵੇਂ ਕਿ ਤੁਸੀਂ ਵੇਖਿਆ ਜਦੋਂ ਸਟੇਜ ਤੇ ਸਪੀਚਾਂ ਚੱਲ ਰਹੀਆਂ ਸੀ, ਕਾਫੀ ਲੰਬਾ ਟਾਈਮ ਚੱਲੀਆਂ, ਪਰ ਇੱਦਾਂ ਨਹੀਂ ਹੋਇਆ ਕਿ ਸੰਗਤ ਕੋਈ ਉੱਠ ਕੇ ਵਾਪਸ ਚਲੀ ਗਈ ਹੋਵੇ। ਉੱਥੇ ਬੈਠੇ ਰਹੇ, ਮਤਿਆਂ ਦੀ ਵੇਟ ਕਰਦੇ ਰਹੇ। ਦੇਖੋ, ਕਈ ਇੱਟ ਸਿੰਘ ਨੇ ਸਾਡੇ, ਮੈਂ ਨਾਂ ਭੁੱਲ ਗਿਆ ਉਹਨਾਂ ਦਾ, ਉਹ ਸਪੀਚ ਦੇ ਰਹੇ ਸਨ। ਉਹਨਾਂ ਨੂੰ ਕਿਸੇ ਨੇ ਵਿੱਚੋਂ ਆ ਕੇ ਟੋਕਿਆ ਉਹ ਖਾਲਿਸਤਾਨ ਦੀ ਗੱਲ ਕਰਨ ਲੱਗੇ ਸੀਗੇ। ਸੋ ਉਹਨਾਂ ਨੇ ਕਿਹਾ ਕਿ ਹੁਣ ਟਾਈਮ ਨਹੀਂ ਹੈਗਾ ਇਸ ਲਈ, ਪਰ ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਦਾ ਨਾਅਰਾ ਜ਼ਰੂਰ ਲਾਇਆ ਵੀ ਸਾਡੇ ਲਈ, ਅਸੀਂ ਇੰਡੀਪੈਂਡੈਂਟ ਸਟੇਟ ਦੀ ਗੱਲ ਕਰਦੇ ਹਾਂ। ਦੂਜੇ ਪਾਸੇ ਸਰਦਾਰ ਸਿਮਰਨਜੀਤ ਸਿੰਘ ਮਾਨ, ਜਿਵੇਂ ਮੈਂ ਦੱਸਿਆ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ, ਉਹਨਾਂ ਨੇ ਹੀ ਜ਼ਿਆਦਾ ਵੱਡੀ ਭੂਮਿਕਾ ਨਿਭਾਈ ਸੀ ਸਰਬੱਤ ਖਾਲਸਾ ਨੂੰ ਬੁਲਾਉਣ ਦੀ। ਪਰ ਜਦੋਂ ਸਟੇਜ 'ਤੇ ਹਾਜ਼ਰ ਸਨ, ਸਟੇਜ 'ਤੇ ਬੁਲਾਏ ਵੀ ਗਏ, ਤਾਂ ਉਸ ਤੋਂ ਬਾਅਦ ਪਹਿਲਾਂ ਕਿਸੇ ਨੇ ਰੌਲਾ ਪਾ ਦਿੱਤਾ ਕਿ 3 ਜਥੇਦਾਰਾਂ ਨੂੰ ਅਸੀਂ ਪਹਿਲਾਂ ਸਰੋਪਾ ਦੇਣ ਦੇ ਚੱਕਰ ਤੋਂ ਬਾਅਦ ਜਦੋਂ ਉਹਨਾਂ ਦਾ ਨਾਮ ਬੁਲਾਇਆ ਗਿਆ ਤਾਂ ਉਹ ਸਟੇਜ 'ਤੇ ਦਿਖਾਈ ਨਹੀਂ ਦੇ ਰਹੇ ਸਨ। ਅਤੇ ਸੁਣਨ ਦੇ ਵਿੱਚ ਸਾਨੂੰ ਇਹ ਦੱਸਿਆ ਗਿਆ ਕਿ ਸ਼੍ਰੋਮਣੀ ਮਾਨ ਸਾਹਿਬ ਦੀ ਤਬੀਅਤ ਪਿਛਲੇ ਕੁਝ ਦਿਨਾਂ ਤੋਂ ਖਰਾਬ ਆ, ਇਸ ਲਈ ਉਹ ਸੰਗਤ ਨੂੰ ਸੰਬੋਧਨ ਨਹੀਂ ਕਰ ਸਕਦੇ। ਪਰ ਕਿਤੇ ਨਾ ਕਿਤੇ ਉਹਨਾਂ ਦੇ ਵਿਰੋਧੀ ਇਹ ਗੱਲਾਂ ਜ਼ਰੂਰ ਕਰ ਰਹੇ ਸਨ ਕਿ
ਉਹਨਾਂ ਨੂੰ ਰੋਕਿਆ ਗਿਆ ਕਿ ਤੁਸੀਂ ਖਾਲਿਸਤਾਨ ਦਾ ਨਾਮ ਨਹੀਂ ਲਾਉਂਗੇ, ਖਾਲਿਸਤਾਨ ਦੇ ਨਾਮ ਦੇ ਨਾਲ ਅਸੀਂ ਭੜਕ ਜਾਂਦੇ ਹਾਂ। ਚੰਗੀ ਗੱਲ ਆ, ਮਾੜੀ ਗੱਲ ਆ, ਵੀ ਡੋਂਟ ਨੋ ਐਂਡ ਵੀ ਡੋਂਟ ਵਾਂਟ ਟੂ ਕਮੈਂਟ। ਪਰ ਜਿਹੜੀਆਂ ਕੰਟਰੋਵਰਸੀਜ਼ ਦਿੰਦੀਆਂ ਸੀ ਸਟੇਜ 'ਤੇ ਦਿਖਾਈ ਦਿੰਦੀਆਂ ਸਨ, ਜਦੋਂ ਭਾਈ ਦਾਦੂਵਾਲ ਦਾ ਨਾਮ ਅਨਾਊਂਸ ਕੀਤਾ ਗਿਆ ਕਿ ਉਹਨਾਂ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨਿਯੁਕਤ ਕੀਤਾ ਗਿਆ, ਉਸ ਵੇਲੇ ਵੀ ਸਟੇਜ ਦੇ ਵਿੱਚ ਕੁਛ ਹਲਚਲ ਦੇਖੀ ਗਈ। ਉਸ ਤੋਂ ਬਾਅਦ ਭਾਈ ਹਵਾਰਾ ਦੀ ਗੱਲ ਕੀਤੀ ਜਾਵੇ ਤਾਂ ਉਸ ਵੇਲੇ ਕੋਈ ਉਤਸ਼ਾਹ ਸੰਗਤ ਦੇ ਵਿੱਚ ਦੇਖਿਆ, ਲੋਕੀ ਹੱਥ ਖੜ੍ਹ ਕੇ ਰੌਲਾ ਪਾ ਰਹੇ ਸਨ। ਹੁਣ ਹਰਪ੍ਰੀਤ ਜੀ, ਜੇ ਮੈਂ ਤੁਹਾਨੂੰ ਪੁੱਛਾਂ ਕਿ ਭਾਈ ਹਵਾਰਾ ਜੀ ਜੋ ਕਿ ਸਰਦਾਰ ਬੇਅੰਤ ਸਿੰਘ ਦੇ ਹੱਤਿਆਕਾਂਡ ਦੇ ਵਿੱਚ ਇੱਕ ਮੁੱਖ ਦੋਸ਼ੀ ਨੇ, ਪਿੱਛੇ ਜੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਵਾਪਸ ਲਿਆਂਦਾ ਗਿਆ, ਜੇਲ੍ਹ ਦੇ ਵਿੱਚ ਨੇ, ਸਜ਼ਾ ਭੁਗਤ ਰਹੇ ਨੇ, ਉਹਨਾਂ ਦੀ ਨਿਯੁਕਤੀ ਕੀ ਸਿੱਖ ਕੌਮ ਦੇ ਲਈ ਇੱਕ ਤਰ੍ਹਾਂ ਦੀ ਬਲੀਦਾਨੀ ਦੇਣੀ, ਜਾਂ ਸਿੱਖ ਕੌਮ ਦੇ ਵਿੱਚ ਯੋਗਦਾਨ ਪਾਉਣਾ, ਜਾਂ ਐਕਸਪੀਰੀਅੰਸ ਉਹਨਾਂ ਦਾ, ਜਾਂ ਇੰਟਲੈਕਚੁਅਲ ਐਕਟੀਵਿਟੀ, ਕਿਹੜੀ ਅਜਿਹੀ ਗੱਲ ਸੀ ਕਿ ਇੱਕ ਜੇ ਆਮ ਨਿਊਟਰਲ ਸਿੱਖ ਪੁੱਛਦਾ ਕਿ ਉਹਨਾਂ ਦੀ ਨਿਯੁਕਤੀ ਇੱਕ ਸੁਪਰੀਮ ਬਾਡੀ ਦੇ ਲਈ ਕਿਉਂ ਕੀਤੀ ਗਈ? ਹਾਊ ਯੂ ਥਿੰਕ ਅਬਾਊਟ ਇਟ? ਦਵਿੰਦਰ ਜੀ, ਇੱਥੇ ਮੈਂ ਤੁਹਾਨੂੰ ਇੱਕ ਫੈਕਟ ਹੋਰ ਦੱਸਣਾ ਚਾਹੂੰਗਾ ਸੇਮ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਨਿਯੁਕਤੀ ਬਾਰੇ। ਆਪਾਂ ਸਾਰੇ ਕਹਿ ਰਹੇ ਹਾਂ ਕਿ ਕੋਈ ਮੀਡੀਆ ਨੇ ਕਵਰੇਜ ਨਹੀਂ ਕੀਤੀ, ਸਾਰੇ ਜਾਣਦੇ ਹਾਂ ਬਿਲਕੁਲ ਨਹੀਂ ਕੀਤੀ। ਇੰਡੀਆ ਮੀਡੀਆ, ਇੰਟਰਨੈਸ਼ਨਲ ਮੀਡੀਆ ਨੇ ਬਿਲਕੁਲ ਜਿੱਦਾਂ ਲੱਗਦਾ ਸੀ ਬॉयਕॉट ਹੀ ਕੀਤਾ। ਪਰ ਅੱਜ ਮੈਂ ਕੁਝ ਆਰਟੀਕਲ ਪੜ੍ਹ ਰਿਹਾ ਸੀ, ਜ਼ੀ ਨਿਊਜ਼ 'ਤੇ ਲਾ ਲਓ ਜਾਂ ਦੂਜੇ ਹੋਰ ਪੇਪਰਾਂ 'ਤੇ ਲਾ ਲਓ, ਉੱਥੇ ਉਹਨਾਂ ਨੇ ਇਹ ਜ਼ਰੂਰ, ਮੈਂ ਇੱਕ ਹੈਡਲਾਈਨ ਪੜ੍ਹ ਕੇ ਸੁਣਾਊਂਗਾ, ਸਿੱਖ ਰੈਡੀਕਲਸ ਅਪੁਆਇੰਟ ਕਨਵਿਕਟਡ ਟੈਰਰਿਸਟ ਜਗਤਾਰ ਸਿੰਘ ਹਵਾਰਾ ਐਜ਼ ਏ ਅਕਾਲ ਤਖਤ ਚੀਫ। ਇਸ ਗੱਲ ਨੂੰ ਜ਼ਰੂਰ ਕਿਤੇ ਨਾ ਕਿਤੇ ਉਛਾਲਿਆ ਗਿਆ ਕਿ ਜਿਹੜਾ ਸਰਬੱਤ ਖਾਲਸਾ ਹੋਇਆ ਉੱਥੇ ਉਹਨਾਂ ਨੇ ਟੈਰੋਰਿਸਟ ਵਰਡ ਦਾ ਇਸਤੇਮਾਲ ਕੀਤਾ ਕਿ ਜਗਤਾਰ ਸਿੰਘ ਹਵਾਰਾ ਜੀ ਨੂੰ ਅਕਾਲ ਤਖਤ ਦਾ ਜਥੇਦਾਰ ਬਣਾਇਆ ਗਿਆ। ਹੁਣ ਅੱਜ ਮੈਂ ਜਦੋਂ ਸਵੇਰੇ ਵੀ ਸ਼ੋਅ ਕਰ ਰਿਹਾ ਸੀ ਦਵਿੰਦਰ ਜੀ, ਉੱਥੇ ਮੈਂ ਇਹੀ ਗੱਲ ਪੁੱਛੀ ਸੀ ਕਿ ਸਾਡੀ ਪੋਪੂਲੇਸ਼ਨ ਜਿਹੜੀ ਸਿੱਖਾਂ ਦੀ ਇੰਡੀਆ 'ਚ 2% ਤੋਂ ਘੱਟ ਆ। ਅੱਜ ਕੱਲ੍ਹ ਜੋ ਆਈਟੀ ਦਾ ਟਾਈਮ ਚੱਲ ਰਿਹਾ ਵਾ, 21st ਸੈਂਚੁਰੀ ਚੱਲ ਰਹੀ ਆ। ਤੁਸੀਂ ਸਾਰੇ ਜਾਣਦੇ ਹੋ ਦਵਿੰਦਰ ਜੀ, ਤੁਸੀਂ ਵੀ ਮੈਨੂੰ ਦੱਸਦੇ ਹੁੰਦੇ ਜਦੋਂ ਤੁਸੀਂ ਪੜ੍ਹੇ ਜੋ, ਇੰਦੌਰ ਪੜ੍ਹੇ ਜੋ, ਮੈਂ ਵੀ ਪੜ੍ਹਨ ਵਾਸਤੇ ਨਾਗਪੁਰ ਗਿਆ ਸੀ, ਗਵਾਲੀਅਰ ਪੜ੍ਹਿਆ ਸੀ, ਅਤੇ ਸਾਡੇ ਕਾਫੀ ਸਿੱਖ ਬੱਚੇ ਜਿਹੜੇ ਨੇ ਉਹ ਬਾਹਰ ਜਾਂਦੇ ਨੇ। ਅਤੇ ਜੇ ਅਸੀਂ ਇਹ ਕਹੀਏ ਕਿ ਇਹ ਨਿਯੁਕਤੀ ਨਾਲ ਅਸੀਂ ਮਾਹੌਲ ਨਹੀਂ ਖਰਾਬ ਕਰ ਰਹੇ, ਸ਼ਾਇਦ ਸਾਨੂੰ ਇੱਥੇ ਫਿਰ ਸੋਚਣ ਦੀ ਲੋੜ ਆ, ਕਿਉਂਕਿ ਸ਼ਾਇਦ ਕਿਤੇ ਨਾ ਕਿਤੇ ਸਾਨੂੰ ਇੰਡੀਆ ਦੇ ਬਾਕੀ ਜਿਹੜੇ 98% ਆ ਉਹਨਾਂ ਬਾਰੇ ਵੀ ਸੋਚਣਾ ਚਾਹੀਦਾ ਸੀ ਕਿ ਅਸੀਂ ਇਹ ਨਾ ਹੋਵੇ ਅਸੀਂ ਆਪਣੀ ਫੀਲਿੰਗਸ ਦੀ ਕਦਰ ਕਰਦੇ ਹੋਏ ਕਿ ਹੋਰ ਦੀ ਫੀਲਿੰਗਸ ਨੂੰ ਹਰਟ ਕਰ ਦਈਏ। ਵੈਲ ਦੇਖੋ ਹਰਪ੍ਰੀਤ ਜੀ, ਗੱਲ ਇਹ ਹੈ ਜਿਹੜੀ ਨਿਯੁਕਤੀ ਹੋਈ ਆ, ਇਟਸ ਆਲਰੇਡੀ ਅ ਕੰਟਰੋਵਰਸੀਅਲ ਨਿਯੁਕਤੀ। ਸ਼੍ਰੋਮਣੀ ਅਕਾਲੀ ਦਲ ਦੇ ਬਾਦਲ, ਜਿਹਦੇ ਵਿੱਚ ਸੁਖਦੀਪ ਸਿੰਘ ਢੀਂਡਸਾ, ਡਾਕਟਰ ਦਲਜੀਤ ਸਿੰਘ ਚੀਮਾ, ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਪ ਪ੍ਰਧਾਨ ਨੇ ਸਰਦਾਰ ਸੁਖਬੀਰ ਸਿੰਘ ਬਾਦਲ, ਉਹਨਾਂ ਨੇ ਆਲਰੇਡੀ ਕਹਿ ਦਿੱਤਾ ਕਿ ਅਸੀਂ ਤੇ ਇਸ ਨਿਯੁਕਤੀ ਨੂੰ ਮੰਨਦੇ ਨਹੀਂ, ਇਹਨਾਂ ਮਤਿਆਂ ਨੂੰ ਮੰਨਦੇ ਨਹੀਂ। ਸੋ ਹਾਊ ਦੇ ਗੋਇੰਗ ਟੂ ਟੇਕ ਅ ਚਾਰਜ? ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਕਿ ਪ੍ਰੈਜ਼ੈਂਟ ਗੌਰਮੈਂਟ ਆ ਉਸ ਦੇ ਉਲਟ ਲੈ ਕੇ ਜਾਣਗੇ, ਉੱਥੇ ਵਿਦਰੋਹ ਹੋਊਗਾ। ਕਿ ਹੁਣ ਜਿਹੜੀ ਇਹ ਨਿਯੁਕਤੀ ਹੋਈ ਆ, ਉਸ ਨਿਯੁਕਤੀ ਨਾਲ ਲੋਕਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਿੱਖ ਧਰਮ ਦੇ ਵਿੱਚ ਮੁਸ਼ਕਿਲ ਆਈ ਆ, ਉਸ ਦਾ ਕੋਈ ਹੱਲ ਹੋਊਗਾ? ਮੈਨੂੰ ਲੱਗਦਾ ਕਿਤੇ ਨਾ ਕਿਤੇ ਬਾਦਲ ਸਰਕਾਰ ਨੂੰ ਇਸ ਦਾ ਕੋਈ ਫਾਇਦਾ ਹੀ ਨਾ ਹੋ ਜਾਵੇ। ਲੋਕਾਂ ਨੇ ਬਾਦਲ ਸਰਕਾਰ ਦੇ ਉਲਟ ਮੋਰਚਾ ਕੀਤਾ ਹੋਇਆ, ਪਰ ਕਿਤੇ ਪਾਸੇ ਬਾਹਰ ਰਹਿ ਕੇ ਆਮ ਲੋਕੀ ਇਹ ਨਾ ਸੋਚ ਜਾਣ ਕਿ ਜੇ ਇੱਧਰਲਾ ਪਾਸਾ ਮਾੜਾ ਤਾਂ ਇਹ ਵੀ ਮਾੜਾ, ਤੇ ਪਹਿਲਾ ਮਾੜਾ ਉਹਦੇ 'ਚ ਵਿਚਾਰ ਕਰਦੇ ਕਿਤੇ ਉੱਧਰਲੇ ਪਾਸੇ ਨਾ ਚਲੇ ਜਾਣ ਕਿ ਇਸ ਦਾ ਫਾਇਦਾ ਭਾਜਪਾ ਨੂੰ ਜਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਨਾ ਹੋ ਜਾਵੇ। ਦਵਿੰਦਰ ਜੀ, ਅੱਜ ਮੇਰੀ ਸਵੇਰੇ ਇੰਡੀਆ ਵੀ ਗੱਲ ਹੋ ਰਹੀ ਸੀ ਇੱਕ ਸੂਝਵਾਨ ਸੱਜਣ ਨਾਲ, ਅਤੇ ਉਹਨਾਂ ਨੇ ਵੀ ਮੈਨੂੰ ਇਹੀ ਇਸ਼ਾਰਾ ਕੀਤਾ ਕਿ ਕਿਤੇ ਇਹ ਨਾ ਹੋਵੇ ਕਿ ਜੋ ਵੀ ਹੁਣ ਕੁਝ ਹੋ ਰਿਹਾ ਵਾ ਇਹਦਾ ਪੋਲੀਟੀਕਲੀ ਰੂਪ 'ਚ, ਜੇ ਆਪਾਂ 2017 ਦੀ ਗੱਲ ਕਰੀਏ, ਉੱਥੇ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਫਾਇਦਾ ਹੋ ਜੇ। ਜਿਹੜੀ ਅੱਜ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਤੋਂ ਅੱਕੇ ਹੋਏ ਨੇ, ਕਾਫੀ ਗੁੱਸੇ ਵਿੱਚ ਵੀ ਨੇ, ਕਿਤੇ ਉਹਨਾਂ ਨੂੰ ਫਿਰ ਪੰਜਾਬ ਦੀ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਗੌਰਮੈਂਟ ਅਗਲੇ 5 ਸਾਲ ਦੇ ਰੂਪ ਵਿੱਚ ਮਿਲ ਜੇ। ਦੇਖੋ ਹਰਪ੍ਰੀਤ ਜੀ, ਜਿਹੜੀ ਸਹੀ ਗੱਲ ਆ, ਦੇਖੋ ਅਸੀਂ ਸਰਬੱਤ ਖਾਲਸਾ ਨੂੰ ਜੇ ਸਪੋਰਟ ਕਰੀਏ ਚਾਹੇ ਅਪੋਜ਼ ਕਰੀਏ, ਉਹ ਬਾਅਦ ਦੀ ਗੱਲ ਆ। ਟੈਕਨੀਕਲੀ ਗੱਲ ਦੇਖਣ ਦੀ ਲੋੜ ਹੈਗੀ ਆ ਕਿ ਸਾਡੇ ਗੁਰਦੁਆਰਾ ਐਕਟ ਦੇ ਵਿੱਚ ਕੀ ਲਿਖਿਆ ਹੋਇਆ। ਬਾਈ ਚਾਂਸ ਹੁਣ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਮੱਕੜ ਨਾਲ ਗੱਲ ਕੀਤੀ ਜਾਵੇ ਤਾਂ ਉਹ ਕਹਿੰਦੇ ਨੇ ਵੀ ਸਾਡੇ ਕੋਲ ਤਾਂ ਆਲਰੇਡੀ ਪਾਵਰਸ ਹੈਗੀਆਂ ਨੇ। ਗੁਰਦੁਆਰਾ ਜਿਹੜਾ ਸੰਵਿਧਾਨ ਜਿਹੜਾ ਐਕਟ ਲਿਖਿਆ ਹੋਇਆ ਉਸ ਦੇ ਵਿੱਚ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਪਾਵਰਸ ਦਿੱਤੀਆਂ ਹੋਈਆਂ ਨੇ, ਜਥੇਦਾਰਾਂ ਦੀਆਂ ਅਪੁਆਇੰਟਮੈਂਟਾਂ ਵੀ ਕਰਨੀਆਂ ਅਤੇ ਜਥੇਦਾਰਾਂ ਨੂੰ ਫਾਇਰ ਵੀ ਕਰਨਾ। ਭਾਈ ਆਨੰਦਗੜ੍ਹ ਜੀ ਨੂੰ ਫਾਇਰ ਕੀਤਾ ਗਿਆ, ਉਹਨੇ ਤਾਂ ਨਵੇਂ ਜਥੇਦਾਰ ਅਪੁਆਇੰਟ ਕੀਤੇ ਗਏ। ਉਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੀਬੀ ਜਗੀਰ ਕੌਰ ਕੋਲ ਵੀ ਪ੍ਰੋਬਲਮ ਆਉਂਦੀਆਂ ਸੀ, ਸਰਦਾਰ ਗੁਰਚਰਨ ਸਿੰਘ ਟੌੜਾ ਵੇਲੇ ਵੀ ਸਾਨੂੰ ਪਤਾ ਪ੍ਰੋਬਲਮ ਆਉਂਦੀਆਂ ਹੁੰਦੀਆਂ ਸਨ।
ਉਹ ਕਹਿੰਦੇ ਨੇ ਵੀ ਜਦੋਂ ਤੁਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਦੋਂ ਕੰਟਰੋਲ ਕਰਦੇ ਹੋ ਦੈਨ ਯੂ ਹੈਵ ਇਨਫ ਪਾਵਰਸ ਤੇ ਗੁਰਦੁਆਰਾ ਐਕਟ ਦੇ ਅਕੋਰਡਿੰਗਲੀ ਜੇ ਕੋਰਟ ਦੇ ਵਿੱਚ ਵੀ ਇਹ ਮਸਲਾ ਜਾਂਦਾ ਤਾਂ ਸਰਬਤ ਖਾਲਸੇ ਨੂੰ ਕੋਈ ਮਾਨਤਾ ਨਹੀਂ ਦਿੱਤੀ ਜਾਊਗੀ। ਸ਼੍ਰੋਮਣੀ ਕਮੇਟੀ ਜਿਹੜੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਵੈਲ ਵਿਦਨ ਦ ਪਾਵਰਸ। ਹੁਣ ਜੇ ਤੁਸੀਂ ਮੈਨੂੰ ਪੁੱਛੋਗੇ ਕਿ ਮੈਂ ਕੀ ਸੋਚਦਾ, ਹਾਂਜੀ ਦੇਖੋ ਗੱਲ ਜਿਹੜੀ ਦੋਨੇ ਪਾਸਿਓਂ ਕੀਤੀ ਜਾਵੇ। ਹੁਣ ਮੱਕੜ ਸਾਹਿਬ ਨੂੰ ਮੈਂ ਇਹ ਪੁੱਛਣਾ ਚਾਹੁੰਦਾ ਕਿ ਮੱਕੜ ਸਾਹਿਬ ਜੀ, ਚਲੋ ਮੰਨ ਲੈਂਦੇ ਹਾਂ ਗੁਰਦੁਆਰਾ ਐਕਟ ਦੇ ਵਿੱਚ ਮੈਨੂੰ ਇੰਨੀ ਜਾਣਕਾਰੀ ਨਹੀਂ, ਸ਼ਾਇਦ ਲਿਖਿਆ ਵੀ ਹੋਵੇ, ਕੱਲ੍ਹ ਨੂੰ ਅਦਾਲਤਾਂ ਨੇ ਡਿਸਾਈਡ ਜਿਵੇਂ ਕੀਤਾ ਵੀ ਤਾਂ ਸ਼ਾਇਦ ਤੁਹਾਡੇ ਕੋਲ ਪਾਵਰ ਹੋਵੇ ਵੀ, ਪਰ ਕੀ ਤੁਸੀਂ ਆਪਣੀ ਪ੍ਰਧਾਨਗੀ ਨੂੰ ਕਿਵੇਂ ਜਾਇਜ਼ ਕਰਵਾ ਸਕਦੇ ਹੋ ਕਿ ਪਿਛਲੇ ਇੰਨੇ ਸਮੇਂ ਤੋਂ ਇਲੈਕਸ਼ਨਾਂ ਨਹੀਂ ਹੋ ਰਹੀਆਂ, ਤੁਸੀਂ ਇੱਕ ਕੇਅਰ ਟੇਕਰ ਪ੍ਰਧਾਨ ਹੋ, ਕਾਰਜਕਾਰੀ ਪ੍ਰਧਾਨ ਹੋ, ਜਿਹੜੀ ਮੈਂਬਰਸ਼ਿਪ ਵੀ ਆ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਹੋਣ ਵਾਲੇ ਮੈਂਬਰ ਨੇ, ਕਿਤੇ ਨਾ ਕਿਤੇ ਅਦਾਲਤ ਨੇ ਸਮੇਂ ਦੇ ਅਨੁਸਾਰ ਅਦਾਲਤ ਦੇ ਫੈਸਲੇ ਤੱਕ ਨਾ ਆਉਣ ਤੱਕ ਜਿੰਨਾ ਚਿਰ ਤੁਹਾਡੀ ਉਸ ਚੋਣ ਤੇ ਮੋਹਰ ਨਾ ਲਾਈ ਤਾਂ ਤੁਹਾਡੇ ਕੋਲੇ ਤਾਂ ਕੋਈ ਉਹ ਜਿਵੇਂ ਕਹਿੰਦੇ ਹੁੰਦੇ ਆ ਵੀ ਯੂ ਡੋਂਟ ਹੈਵ ਅ ਪਾਵਰ ਟੂ ਇੰਪਲੀਮੈਂਟ ਸੱਚ ਇੰਪੋਰਟੈਂਟ ਡਿਸੀਜਨ। ਤਾਂ ਤੁਸੀਂ ਕਿਵੇਂ ਅਕਾਲ ਤਖਤ ਦੇ ਜਥੇਦਾਰ ਦੀ ਅਪਾਇੰਟਮੈਂਟ ਕਰ ਸਕਦੇ ਹੋ ਜਾਂ ਉਹਨਾਂ ਨੂੰ ਫਾਇਰ ਕਰ ਸਕਦੇ ਹੋ? ਜੇ ਸਾਡੇ ਵੀ ਸਿੱਖਾਂ ਦੇ ਵੀ ਜੇ ਅਸੀਂ ਆਪਣੇ ਧਾਰਮਿਕ ਮਸਲੇ ਅਸੀਂ ਅਕਾਲ ਤਖਤ ਸਾਹਿਬ ਨੂੰ ਇੱਕ ਸੁਪਰੀਮ ਬੋਡੀ ਮੰਨਦੇ ਹਾਂ, ਜੇ ਅਦਾਲਤਾਂ ਦੇ ਵਿੱਚ ਹੀ ਜਾ ਕੇ ਕਰਨੇ ਨੇ, ਜੇ ਤੁਸੀਂ ਪੱਗਾਂ ਰੋਲਣੀਆਂ ਨੇ ਤਾਂ ਤੁਹਾਡੀਆਂ ਪੱਗਾਂ ਕਿਉਂ ਨਹੀਂ ਰੋਲਣੀਆਂ ਚਾਹੀਦੀਆਂ? ਗੱਲ ਇਹ ਆ ਕਿ ਤੁਹਾਡੀ ਕਿਤੇ ਨਾ ਕਿਤੇ ਜਿਹੜੀ ਨਿਯੁਕਤੀ ਆ ਜਾਂ ਜਿਹੜੇ ਤੁਹਾਡੇ ਡਿਸੀਜਨ ਨੇ, ਹੁਣ ਇੱਕ ਮੁੱਖ ਸਕੱਤਰ ਦੀ ਨਿਯੁਕਤੀ ਕੀਤੀ ਸੀ, 3 ਲੱਖ ਰੁਪਈਆ ਕਹਿੰਦੇ ਉਹਦੀ ਸੈਲਰੀ ਆ, ਕਾਫੀ ਸੈਲਰੀ ਆ, ਤੇ ਹਾਈ ਕੋਰਟ ਨੇ ਡਿਸੀਜਨ ਦਿੱਤਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਤਾਂ ਇੰਨੀਆਂ ਵੀ ਪਾਵਰਸ ਨਹੀਂ ਕਿ ਮੁੱਖ ਸਕੱਤਰ ਦੀ ਨਿਯੁਕਤੀ ਕੀਤੀ ਜਾਵੇ। ਸੋ ਦੂਜੇ ਪਾਸੇ ਮੱਕੜ ਸਾਹਿਬ ਕਹਿੰਦੇ ਨੇ ਵੀ ਜਥੇਦਾਰ ਨੂੰ ਮੈਂ ਫਾਇਰ ਕਰਨਾ ਚਾਹਾਂ ਤਾਂ ਮੈਂ ਫਾਇਰ ਕਰ ਸਕਦਾ, ਨਵਾਂ ਅਪੁਆਇੰਟ ਕਰਨਾ ਚਾਹਾਂ ਮੈਂ ਕਰ ਸਕਦਾ। ਤਾਂ ਐਡੇ ਵੱਡੇ ਲੱਖਾਂ ਦੇ ਇਕੱਠ ਦੀ ਜਿਸ ਨੂੰ ਸਰਬਤ ਖਾਲਸਾ ਨੇ ਪ੍ਰਵਾਨਗੀ ਦਿੱਤੀ ਹੋਵੇ ਉਹ ਕੋਈ ਵਜੂਦ ਨਹੀਂ ਰੱਖਦੀ। ਕਿਤੇ ਨਾ ਕਿਤੇ ਕਹਾਣੀ ਤਾਂ ਫਿਰ ਉਹੀ ਟਕਰਾਓ ਵਾਲੀ ਬਣਦੀ ਹੈ ਹਰਪ੍ਰੀਤ ਜੀ। ਦਵਿੰਦਰ ਜੀ ਬਿਲਕੁਲ, ਹੁਣ ਇੱਥੇ ਜੋ ਸਥਿਤੀ ਹੁਣ ਕਰੰਟ ਬਣ ਚੁੱਕੀ ਆ, ਸਰਬਤ ਖਾਲਸੇ ਦੇ ਮਤੇ ਵੀ ਸਾਰਿਆਂ ਦੇ ਸਾਹਮਣੇ ਆ ਚੁੱਕੇ ਨੇ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕੁਝ ਲੀਡਰ ਸੀ ਟੀਵੀਆਂ ਤੇ ਜਾ ਕੇ ਨਿਊਜ਼ ਚੈਨਲਸ ਜਾ ਕੇ ਆਲਰੇਡੀ ਬਿਆਨ ਦੇ ਚੁੱਕੇ ਨੇ ਕਿ ਅਸੀਂ ਸਰਬਤ ਖਾਲਸੇ ਨੂੰ ਨਹੀਂ ਮੰਨਦੇ ਤੇ ਅਸੀਂ ਇੱਦਾਂ ਹੀ SGPC ਹੋਵੇ ਚਾਹੇ ਜੋ ਸਰਕਾਰ ਚਲਾਉਂਦੇ ਰਵਾਂਗੇ। ਹੁਣ ਦਵਿੰਦਰ ਜੀ ਇੱਥੇ ਸਭ ਤੋਂ ਵੱਡਾ ਜੋ ਕੁਐਸਚਨ ਉੱਠਦਾ, ਜਿੱਥੇ ਸਭ ਤੋਂ ਨਿਗਾਹ ਟਿਕੀਆਂ ਹੋਈਆਂ ਨੇ, ਜਦੋਂ ਕੱਲ੍ਹ ਜੋ ਕਿ ਕੁਛ ਹੀ ਘੰਟੇ 'ਚ ਇੰਡੀਆ 'ਚ ਅੱਜ ਕਹਿ ਸਕਦੇ ਹਾਂ ਇੰਡੀਆ ਦੇ ਹਿਸਾਬ ਨਾਲ, ਜਦੋਂ ਨਵੇਂ ਨਿਯੁਕਤ ਕੀਤੇ ਜਥੇਦਾਰ ਤੁਸੀਂ ਕਹਿ ਸਕਦੇ ਜੋ ਅਕਾਲ ਤਖਤ ਤੇ ਦੂਜੀਆਂ ਗੁਰਦੁਆਰਾ ਸਾਹਿਬ 'ਚ ਜਾ ਕੇ ਦੂਜੇ ਤਖਤਾਂ 'ਚ ਜਾ ਕੇ ਆਪਣਾ ਇੰਚਾਰਜ ਲੈਣਗੇ, ਆਪਣਾ ਚਾਰਜ ਲੈਣਗੇ, ਤਾਂ ਉੱਥੇ ਕਿਤੇ ਨਾ ਕਿਤੇ ਤੇ ਜਿਹੜੀ ਸਥਿਤੀ ਆ ਉਹ ਟੈਂਸਫੁਲ ਹੋਊਗੀ। ਜਦੋਂ ਇੱਕ ਹੋਰ ਵੱਡੇ ਇਕੱਠ ਨੂੰ ਬੁਲਾਉਣ ਦੀ ਗੱਲ ਕੀਤੀ ਗਈ ਆ ਵਿਸਾਖੀ ਦੇ ਵਿੱਚ, ਜੇ ਮੈਂ ਗਲਤ ਨਾ ਹੋਵਾਂ ਤਾਂ ਅਪ੍ਰੈਲ 13, 2016 ਨੂੰ ਇਕੱਠ ਹੋਣਾ, ਜੇ ਉਸ ਵੇਲੇ ਉਸ ਨਜ਼ਰੀਏ ਨੂੰ ਰੱਖਿਆ ਜਾਵੇ, ਮੰਨ ਲਿਆ ਜਾਵੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸ਼ਾਇਦ ਚੋਣਾਂ ਵੀ ਉਸ ਵੇਲੇ ਹੋ ਜਾਣ, ਤਾਂ ਇੱਕ ਸਰਬਸੰਮਤੀ ਨਾਲ ਸਾਡੇ ਸਿੱਖ ਪੰਥ ਨੂੰ ਜੇ ਲੱਗਦੇ ਨੇ ਕਿ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਗਲਤ ਕੰਮ ਕਰ ਰਹੇ ਨੇ, ਮੈਂ ਨਹੀਂ ਕਹਿੰਦਾ ਇਸ ਨੂੰ ਪੋਲੀਟੀਕਲ ਰੰਗ ਦਿੱਤਾ ਜਾਵੇ, 2017 ਦੀਆਂ ਇਲੈਕਸ਼ਨ ਤੱਕ ਵੇਟ ਕੀਤਾ ਜਾਵੇ ਕਿ ਇਸ ਨੂੰ ਰਾਜਨੀਤਿਕ ਰੰਗ ਦੇਖਣ ਦੇ ਲਈ ਕਿਹੜੀ ਰਾਜਨੀਤਿਕ ਪਾਰਟੀ ਨੂੰ ਇਸ ਦਾ ਫਾਇਦਾ ਹੋਊਗਾ। ਆਈ ਥਿੰਕ ਦੇ ਕੈਨ ਵੇਟ ਟੂ ਅਪੁਆਇੰਟ ਦ ਨਿਊ ਜਥੇਦਾਰਸ ਟਿਲ ਦੈਟ ਡੇਟ, April 13, 2016। ਪਰ ਜਿਹੜੀ ਹੁਣ ਨਿਯੁਕਤੀ ਹੋਈ ਆ, ਹੁਣ ਕੱਲ੍ਹ ਨੂੰ ਜਦੋਂ ਵੋਟਾਂ ਪੈਂਦੀਆਂ ਨੇ, ਫਿਰ ਜੇ ਵੋਟਾਂ ਤੇ ਇਹ ਜਿੱਤਦੇ ਨੇ ਤਾਂ ਨਿਯੁਕਤੀ ਉਹੀ ਰਹੂਗੀ, ਰੌਲਾ ਇਹਨਾਂ 'ਚ ਵੀ ਪੈ ਸਕਦਾ, ਰਿਪਲੇਸ ਕਰਨੇ ਪੈਣਗੇ ਜਥੇਦਾਰ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ। ਪਰ ਹਰਪ੍ਰੀਤ ਜੀ ਕਿੰਤੂ ਪਰੰਤੂ ਕਰਨ ਦੀ ਮੇਰੀ ਗੱਲ ਦੋ ਵਜ੍ਹਾ ਨੇ। ਭਾਈ ਰਣਜੀਤ ਸਿੰਘ, ਸੰਤ ਰਣਜੀਤ ਸਿੰਘ ਢੰਡਰੀਆਂ ਵਾਲੇ, ਪੰਥਪ੍ਰੀਤ ਸਿੰਘ ਜੀ ਇਸ ਦੇ ਵਿੱਚ ਸ਼ਾਮਲ ਨਹੀਂ ਹੋਏ, ਤੇ ਦੂਜੇ ਪਾਸੇ ਕਈ ਜਥੇਬੰਦੀਆਂ ਦੀ ਗੱਲ ਵੀ ਕੀਤੀ ਜਾਵੇ, ਸੰਤ ਸਮਾਜ ਅੱਧਾ ਕੁ ਸ਼ਾਮਲ ਹੋਇਆ, ਅੱਧਾ ਕੁ ਸੰਤ ਸਮਾਜ ਨਹੀਂ ਸ਼ਾਮਲ ਹੋਇਆ। ਸੋ ਦੂਜੇ ਪਾਸੇ ਜੇ ਰਾਜਨੀਤਿਕ ਪਾਰਟੀਆਂ ਦੀ ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਰਾਜਨੀਤਿਕ ਪਾਰਟੀਆਂ ਜਿੰਨਾ ਮਰਜ਼ੀ ਰਾਜਨੀਤਿਕ ਲੈਣ ਦੀ ਕੋਸ਼ਿਸ਼ ਕੀਤੀ ਜਾਵੇ, ਉਹਨਾਂ ਦੇ ਵਿੱਚੋਂ ਜੇ ਦੇਖਿਆ ਜਾਵੇ ਤਾਂ ਕਾਂਗਰਸ ਦੇ ਇੱਕ ਸਾਬਕਾ ਐਮਐਲਏ ਜਿਹੜੇ ਕਿ ਆਪਣਾ ਰਿਜ਼ਾਈਨ ਦੇ ਚੁੱਕੇ ਨੇ ਉਹ ਸ਼ਾਮਲ ਹੋਏ ਸਨ, ਤੇ ਦੂਜੇ ਪਾਸੇ BSP ਦੇ ਪ੍ਰਧਾਨ ਜਿਹੜੇ ਸ਼ਾਮਲ ਹੋਏ ਸਨ। ਸੋ ਰਾਜਨੀਤਿਕ ਸਮੈਲ ਕਦੇ ਨਾ ਕਿਤੇ ਤਾਂ ਆ ਹੀ ਰਹੀ ਆ। ਸੋ ਮੇਰਾ ਕਹਿਣ ਦਾ ਮਤਲਬ ਸਿਰਫ ਇਹੀ ਆ ਕਿ ਜਿਹੜਾ ਮਤਾ ਆਮ ਸਿੱਖ ਸੰਗਤ ਦੇਖਦੀ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋ ਰਹੀ ਬੇਅਦਬੀ ਨੂੰ
ਕਿਵੇਂ ਰੋਕਿਆ ਜਾਵੇ। ਇਹਨਾਂ ਅਕਾਲ ਤਖਤ ਸਾਹਿਬ ਤੇ ਜਾਂ ਦੂਜੇ ਜਥੇਦਾਰਾਂ ਨੂੰ ਜੋ ਗਲਤ ਡਿਸੀਜਨ ਲੈਂਦੇ ਜਾਂਦੇ ਨੇ ਕਿਵੇਂ ਰੋਕਿਆ ਜਾਵੇ। ਪਰ ਪਹਿਲੇ ਮਤੇ ਤੋਂ ਕਿਤੇ ਨਾ ਕਿਤੇ ਕੁਐਸਚਨ ਮਾਰਕ ਲੱਗਦੇ ਨੇ ਕਿ ਯੂ ਆਰ ਗੋਇੰਗ ਟੂ ਰਿਪਲੇਸ ਦ ਜਥੇਦਾਰ ਵਿਦ ਦ ਨਿਊ ਨੇਮਸ, ਬਟ ਯੂ ਆਰ ਨਾਟ ਗੋਇੰਗ ਟੂ ਟੈਲ them ਕਿ ਹਾਊ ਦ ਪ੍ਰੋਬਲਮ ਵਿਲ ਬੀ ਸੋਲਵ। ਪ੍ਰੋਬਲਮ ਦੇ ਜੇ ਰਿਪਲੇਸ ਕਰਨ ਦੇ ਨਾਲ ਪ੍ਰੋਬਲਮ ਹੋਰ ਵੱਧਦੀ ਆ ਤਾਂ ਸਿੱਖ ਸਫੇ ਦੇ ਵਿੱਚ ਬੈਠੇ ਹੋਏ ਆਮ ਸਿੱਖਾਂ ਨੂੰ ਕੁਐਸਚਨ ਮਾਰਕ ਲੱਗ ਜੂਗਾ ਕਿ ਇਸ ਦਾ ਹੱਲ ਕੀ ਹੋ ਸਕਦਾ। ਤੇ ਥੋੜੀ ਜਿਹੀ ਇੱਥੇ ਦਵਿੰਦਰ ਜੀ ਮੈਂ ਬਲਵੰਤ ਸਿੰਘ ਰਾਜੋਵਾਨਾ ਜੀ ਦੀ ਵੀ ਗੱਲ ਕਰਨਾ ਚਾਹੂੰਗਾ। ਜੇ ਕੁਝ ਸਾਲ ਪਹਿਲਾਂ ਹੀ ਚਾਹੀਏ ਜਦੋਂ ਕਿ ਉਹਨਾਂ ਦੀ ਫਾਂਸੀ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਸਾਰਾ ਪੰਜਾਬ ਇਕੱਠਾ ਹੋ ਗਿਆ ਸੀ ਤੇ ਕਿਤੇ ਨਾ ਕਿਤੇ ਪੋਲੀਟੀਕਲ ਪ੍ਰੈਸ਼ਰ 'ਚ ਆ ਕੇ ਬਾਦਲ ਸਾਹਿਬ ਨੂੰ ਪ੍ਰਧਾਨ ਮੰਤਰੀ ਨੂੰ ਜਾ ਕੇ ਗੱਲ ਕਰਨੀ ਪਈ ਸੀ ਤੇ ਉਹ ਫਾਂਸੀ ਟਲੀ ਵੀ। ਹੁਣ ਜੇ ਅਸੀਂ ਵੇਖੀਏ ਤੇ ਰਾਜੋਵਾਨਾ ਸਾਹਿਬ ਨੇ ਵੀ ਇਹ ਬਿਆਨ ਦੇ ਦਿੱਤਾ ਸੀ ਕਿ ਉਹ ਵੀ ਸਰਬੱਤ ਖਾਲਸਾ ਦੇ ਹੱਕ ਵਿੱਚ ਨਹੀਂ ਹਨ। ਜੇ ਆਪਾਂ ਹਵਾਰਾ ਜੀ ਦੀ ਗੱਲ ਕਰੀਏ, ਰਾਜੋਵਾਨਾ ਜੀ ਦੀ ਗੱਲ ਕਰੀਏ, ਸਿੱਖਾਂ ਦੀ ਨਿਗਾਹ ਵਿੱਚ ਦੋਵਾਂ ਦਾ ਸਥਾਨ ਬਹੁਤ ਉੱਚਾ ਵਾ। ਪਰ ਥੋੜ੍ਹਾ ਜਿਹਾ ਇਹ ਵੀ ਮੈਨੂੰ ਡਾਊਟਫੁਲ ਲੱਗ ਰਿਹਾ ਕਿ ਰਾਜੋਵਾਨਾ ਜੀ ਨੇ ਇਹ ਕਹਿਣਾ ਕਿ ਮੈਂ ਸਰਬੱਤ ਖਾਲਸਾ ਦੇ ਹੱਕ 'ਚ ਨਹੀਂ ਹਾਂ, ਸੇਮ ਟਾਈਮ 'ਤੇ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂਵਾਲਾ ਜੀ ਦਾ ਉੱਥੇ ਨਾ ਸ਼ਾਮਿਲ ਹੋਣਾ, ਕੁਝ ਕੁਐਸਚਨ ਤੇ ਉੱਠ ਰਹੇ ਨੇ। ਦੇਖੋ ਜਿਹੜੀ ਆਈ ਡੋਂਟ ਥਿੰਕ ਦੇ ਹੈਵ ਅ ਬਿਗਰ ਪ੍ਰੋਬਲਮ। ਉਹਨਾਂ ਦੀ ਵੱਡੀ ਪ੍ਰੋਬਲਮ ਨਹੀਂ ਸੀ ਢੱਡਰੀਆਂ ਵਾਲੇ ਸੰਤਾਂ ਦੇ ਜਾਂ ਪੰਥਪ੍ਰੀਤ ਸਿੰਘ ਦੇ, ਜਾਂ ਜਿਵੇਂ ਤੁਸੀਂ ਕਹਿ ਲਓ ਵੀ ਹਰਿਆਣਾ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਆਈ, ਦਿੱਲੀ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਜੀਤ ਸਿੰਘ ਜੀਟੀ ਉਹਨਾਂ ਨੇ ਸ਼ਮੂਲੀਅਤ ਨਹੀਂ ਕੀਤੀ। ਜਿਹੜੀ ਪੰਜਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦਾ ਵੱਡਾ ਇੱਕ ਦਾਇਰਾ ਉਸ ਦਾ ਸ਼ਾਮਲ ਨਾ ਹੋ ਜਾਣਾ। ਦੂਜੇ ਪਾਸੇ ਮੈਂ ਕਾਫੀ ਨਾਂ ਲੈ ਚੁੱਕਿਆ, ਪਰ ਭਾਈ ਮੋਹਕਮ ਸਿੰਘ ਸ਼ਾਮਲ ਸਨ, ਸਰਦਾਰ ਸਿਮਰਜੀਤ ਸਿੰਘ ਮਾਲ ਸ਼ਾਮਲ ਸਨ, ਸੰਘਰਸ਼ ਕਮੇਟੀ ਦੇ ਗੁਰਦੀਪ ਸਿੰਘ ਬਠਿੰਡਾ ਸ਼ਾਮਲ ਸਨ, ਬਹੁਤ ਤੇ ਪੋਲੀਟੀਕਲ ਪਾਰਟੀਆਂ ਦੇ ਲੀਡਰ ਸ਼ਾਮਲ ਸੀ। ਪਰ ਕਈ ਲੀਡਰ ਇਹੋ ਜਿਹੇ ਸੀ ਜਿਹੜੇ ਕਿ ਸਿਰਫ ਸਮਾਂ ਤੇ ਜਗ੍ਹਾ ਕਰਕੇ ਸਰਬੱਤ ਖਾਲਸਾ ਬੁਲਾਇਆ ਜਾਣਾ ਚਾਹੁੰਦਾ। ਪਰ ਮੈਜੋਰਟੀ ਆਫ ਦਾ ਜਿਹੜੇ ਸਿੱਖ ਪੰਥਕ ਆਗੂ ਜਾਂ ਜਿਹੜੇ ਵਿਦਵਾਨ ਸੀ ਉਹ ਕਹਿੰਦੇ ਵੀ ਸਰਬੱਤ ਖਾਲਸਾ ਬੁਲਾਇਆ ਜਾਣਾ ਚਾਹੀਦਾ। ਸਰਬੱਤ ਖਾਲਸਾ ਪਹਿਲਾਂ ਵੀ ਬੁਲਾਇਆ ਗਿਆ 1986 ਦੇ ਵਿੱਚ, ਮੈਂ ਪਹਿਲਾਂ ਦੱਸਿਆ ਬਹੁਤ ਪਹਿਲਾਂ ਬੁਲਾਇਆ ਗਿਆ ਸੀ। ਜਨਵਰੀ ਦੇ ਵਿੱਚ ਬੁਲਾਇਆ ਗਿਆ ਤੇ ਖਾਲਿਸਤਾਨ ਦੀ ਸਥਾਪਨਾ ਦੀ ਗੱਲ ਕੀਤੀ ਗਈ ਸੀ। ਉਸ ਤੋਂ ਬਾਅਦ ਅਪ੍ਰੈਲ ਦੇ ਵਿੱਚ ਬੁਲਾਇਆ ਗਿਆ ਤੇ ਅਪ੍ਰੈਲ ਦੇ ਵਿੱਚ ਇੱਕ 5 ਮੈਂਬਰੀ ਪੰਥਕ ਕਮੇਟੀ ਬਣਾਈ ਗਈ। ਉਸ ਵੇਲੇ ਵੀ ਦੇਖੋ ਹਰਪ੍ਰੀਤ ਜੀ ਪ੍ਰੋਬਲਮ ਆਈ ਸੀ। ਭਾਈ ਗੁਰਬਚਨ ਸਿੰਘ ਮਾਨੋ ਚਾਹਲ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਪੁਆਇੰਟ ਕੀਤਾ ਹੋਇਆ ਸੀ। ਦੂਜੇ ਪਾਸੇ ਪ੍ਰੋਫੈਸਰ ਦਰਸ਼ਨ ਸਿੰਘ ਜਿਨ੍ਹਾਂ ਨੂੰ ਅਸੀਂ ਰਾਗੀ ਦਰਸ਼ਨ ਸਿੰਘ ਦੇ ਨਾਂ ਤੇ ਜਾਣਦੇ ਸਨ, ਉਹ ਜਥੇਦਾਰ ਸਨ। ਭਾਈ ਗੁਰਬਚਨ ਸਿੰਘ ਮਾਨੋ ਚਾਹਲ ਜੋ ਕਿ ਉਸ ਵੇਲੇ ਕਮੇਟੀ ਦੇ ਮੈਂਬਰ ਸੀ, 5 ਮੈਂਬਰਾਂ ਦੇ ਵਿੱਚੋਂ ਉਹਨਾਂ ਨੇ ਇੱਕ ਕੰਪਰੋਮਾਈਜ਼ ਕੀਤਾ ਸੀ ਕਿ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਹੀ ਜਥੇਦਾਰ ਬਣਾ ਦਿੱਤਾ ਜਾਵੇ ਤੇ ਉਹਨਾਂ ਨੇ ਆਪਣੇ ਆਪ ਨੂੰ ਪਿੱਛੇ ਲਿਆਂਦਾ ਸੀ। ਪਰ ਉਸ ਤੋਂ ਬਾਅਦ ਜਿਹੜੇ ਭਾਈ ਬਸਨ ਸਿੰਘ ਜੱਫਰਵਾਲ ਕੱਲ ਸਟੇਜ ਤੇ ਬੈਠੇ ਸਨ ਉਹ ਵੀ ਉਸ ਪੰਥਕ ਕਮੇਟੀ ਦੇ ਹੀ ਮੈਂਬਰ ਸਨ। ਉਸ ਵੇਲੇ ਪੰਥਕ ਕਮੇਟੀ ਜਿਹੜੀ ਬਣਾ ਕੇ ਖਾਲਿਸਤਾਨ ਦੀ ਸਥਾਪਨਾ ਦੀ ਗੱਲ ਕੀਤੀ ਗਈ ਸੀ, ਉਸ ਵੇਲੇ ਵੀ ਕਿੰਤੂ ਪਰੰਤੂ ਜ਼ਰੂਰ ਹੋਏ ਸਨ। ਜਥੇਦਾਰਾਂ ਦੀਆਂ ਬਦਲੀਆਂ ਬਹੁਤ ਹੋਈਆਂ, ਜਥੇਦਾਰ ਜਿੰਨੇ ਵੀ ਉਹਨਾਂ ਨੇ ਬਦਲੇ ਉਹਦਾ ਕਿਤੇ ਨਾ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਟਕਰਾਅ ਚੱਲਦਾ ਹੀ ਰਹਿੰਦਾ ਸੀ। ਚਾਹੇ ਭਾਈ ਰਣਜੀਤ ਸਿੰਘ ਨੂੰ ਜਥੇਦਾਰ ਬਣਾਇਆ ਗਿਆ, ਚਾਹੇ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਿਵ ਅਪ ਕੀਤਾ ਸੀ ਆਪਣਾ ਡਿਸੀਜਨ, ਪਰ ਇਟ ਵਾਜ਼ ਕੰਟਰੋਵਰਸ਼ੀਅਲ। ਹੁਣ ਤੱਕ ਜਿੰਨੀਆਂ ਪਿਛਲੀਆਂ ਮੈਂ ਦੱਸਿਆ ਵੀ ਕੰਟਰੋਵਰਸ਼ੀਅਲ ਸਥਾਪਤੀਆਂ ਹੋਈਆਂ ਨੇ, ਆਮ ਸਿੱਖ ਇਹ ਚਾਹੁੰਦੇ ਨੇ ਕਿ ਜਦੋਂ ਪਦਵੀ ਐਡੀ ਵੱਡੀ ਆ, ਐਡੀ ਸੁਪਰੀਮ ਵੱਡੀ ਆ, ਇਹਦੇ ਵਿੱਚੋਂ ਗੁਰਦੁਆਰਾ ਐਕਟ ਦੇ ਵਿੱਚੋਂ ਦੇਖਿਆ ਜਾਵੇ, SGPC ਦੀਆਂ ਜੇ ਪਾਵਰਸ ਨਹੀਂ ਦੇਖਿਆ ਜਾਵੇ, ਪਰ ਜਿਹੜੇ ਇਹ ਕੰਟਰੋਵਰਸ਼ੀਅਲ ਮਸਲੇ ਨੇ ਅਪੁਆਇੰਟਮੈਂਟ ਵੀ ਰਿਪਲੇਸਮੈਂਟ ਵੀ, ਤਾਂ ਇਹਨਾਂ ਨੂੰ ਫਿਊਚਰ ਦੇ ਵਿੱਚੋਂ ਕਿਵੇਂ ਹੱਲ ਕੀਤਾ ਜਾਵੇ। ਕਿਉਂਕਿ ਜਿਵੇਂ ਇੱਕ ਸ਼ੋਅ ਤੁਸੀਂ ਕੀਤਾ ਸੀ ਹਰਪ੍ਰੀਤ ਜੀ, ਤੁਹਾਨੂੰ ਯਾਦ ਹੋਊਗਾ ਕਿ ਜਥੇਦਾਰਾਂ ਤੇ ਦੋਸ਼ ਲੱਗਦੇ ਨੇ ਕਿ ਪੈਸੇ ਲੈ ਕੇ ਹੁਕਮਨਾਮੇ ਜਾਰੀ ਹੁੰਦੇ ਨੇ, ਪੈਸੇ ਲੈ ਕੇ ਉਹਨਾਂ ਨੇ ਭਾਈ ਸਾਹਿਬ ਨੇ, ਹਾਲਾਂਕਿ ਸਾਡੇ ਕੋਲ ਸਬੂਤ ਨਹੀਂ ਪਰ ਗੱਲ ਕਰ ਰਿਹਾ ਕਿ ਉਹ ਉਹਨਾਂ ਦੀ ਗੱਲਬਾਤ ਆ, ਅਸੀਂ ਇਹ ਨਹੀਂ ਕਹਿੰਦੇ ਵੀ ਇਹ ਗੱਲ ਹੋਈ ਸੀ, ਪਰ ਇਹ ਗੱਲਾਂ ਕੀਤੀਆਂ ਸੀ, ਦੋਸ਼ ਲੱਗਦੇ ਨੇ। ਨੋ, ਐਡੀ ਵੱਡੀ ਉੱਚੀ ਪਦਵੀ ਲਈ ਇਹੋ ਜਿਹੇ ਦੋਸ਼ ਲੱਗਣੇ ਆਈ ਥਿੰਕ ਸ਼ੋਭਾ ਨਹੀਂ ਦਿੰਦੇ। ਜਿੰਨੀ ਵੱਡੀ ਕੰਟਰੋਵਰਸੀ ਅਸੀਂ ਮਰਜ਼ੀ ਵਧਾ ਲਈਏ, ਚਾਹੇ ਮੀਡੀਆ ਪੰਜਾਬੀ ਹੋਵੇ, ਚਾਹੇ ਮੀਡੀਆ ਹਿੰਦੀ ਹੋਵੇ, ਚਾਹੇ ਨੈਸ਼ਨਲ ਹੋਵੇ, ਚਾਹੇ ਇੰਟਰਨੈਸ਼ਨਲ ਮੀਡੀਆ ਹੋਵੇ, ਕਿਸੇ ਵੀ ਮੀਡੀਆ ਨੂੰ ਇਹ ਗੱਲ ਸ਼ੋਭਾ ਨਹੀਂ ਦਿੰਦੀ ਕਿ ਕਿਸੇ ਵੀ ਧਰਮ ਦੇ ਲਈ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਣ ਕਿ ਧਰਮ ਦੇ ਹੱਕ ਦੇ ਵਿੱਚ ਨਹੀਂ। ਆਈ ਡੋਂਟ ਫੀਲ ਕੰਫਰਟਡ ਟੂ ਟਾਕ ਅਬਾਊਟ ਦਿਸ। ਜਦੋਂ ਅਸੀਂ ਦੂਜੇ ਧਰਮਾਂ ਦੇ ਲੋਕਾਂ ਦੇ ਨਾਲ ਜਾ ਕੇ ਇੱਥੇ ਗੱਲ ਕਰਦੇ ਹਾਂ ਕਿ ਕੱਲ੍ਹ ਇਕੱਠ ਹੋਇਆ ਸੀ, ਜਿੱਥੇ ਵੀ ਮੈਨੂੰ ਉੱਥੇ ਦੇਖਣ ਲੱਗਿਆ ਸਾਡਾ ਨੈਸ਼ਨਲ ਮੀਡੀਆ ਹਿੰਦੁਸਤਾਨ ਦਾ ਕੋਈ ਵੀ ਕਵਰ ਨਹੀਂ ਸੀ ਕਰ ਰਿਹਾ। ਪੰਜਾਬ ਦਾ ਜਿੰਨੇ ਵੀ ਅਸੀਂ ਨਿਊਜ਼ਪੇਪਰਾਂ ਦੇ ਜਾਂ TV ਚੈਨਲਾਂ ਦੇ ਨਾਂ ਸੁਣਦੇ ਹਾਂ, ਅਸੀਂ ਉਹਨਾਂ ਨੂੰ ਬਕਾਊ ਜ਼ਰੂਰ ਕਹਿ ਦਿੰਦੇ ਹਾਂ, ਪਰ ਉਹਨਾਂ ਨੇ ਵੀ ਨਹੀਂ ਕਵਰ ਕੀਤਾ। ਦੂਜੇ ਪਾਸੇ ਨਿਊਜ਼ ਆ ਰਹੀਆਂ ਨੇ, ਹਾਲਾਂਕਿ ਕਈ ਚੈਨਲਾਂ ਨੇ ਇੱਥੋਂ ਹੱਲਾ ਮਾਰ ਕੇ ਉਹਨਾਂ ਨੂੰ ਦਾ ਲਾਈਵ ਪ੍ਰਸਾਰਣ ਵੀ ਕੀਤਾ, ਤੇ ਲੋਕਾਂ ਨੇ ਜਿੰਨੀ ਗਿਣਤੀ ਦੇ ਵਿੱਚ ਲੋਕ ਚਾਹੇ YouTube ਦੇ ਚੈਨਲ 'ਤੇ ਚਾਹੇ ਚੱਕ ਦੇ TV ਦੇ ਚੈਨਲ 'ਤੇ ਦੇਖ ਰਹੇ ਸਨ, ਕਾਫੀ ਗਿਣਤੀ ਦੇ ਵਿੱਚ
ਕਾਫੀ ਅੱਖਾਂ ਜੋੜ ਕੇ ਦੇਖ ਰਹੇ ਸਨ ਕਿ ਸਿੱਖਾਂ ਦੇ ਉੱਤੇ ਆਈ ਹੋਈ ਇਸ ਮੁਸ਼ਕਲ ਘੜੀ ਦੇ ਵਿੱਚ ਕੀ ਫੈਸਲਾ ਸੁਣਾਇਆ ਜਾਂਦਾ ਤੇ ਇਹਨਾਂ ਫੈਸਲਿਆਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਅਸਰ ਪਊਗਾ। ਦਵਿੰਦਰ ਜੀ, ਮਤਾ ਨੰਬਰ 2 ਤੇ ਮਤਾ ਨੰਬਰ 4, ਮਤਾ ਨੰਬਰ 2 ਦੇ ਅਨੁਸਾਰ KPS ਗਿੱਲ ਤੇ KS ਬਰਾੜ ਨੂੰ ਅਕਾਲ ਤਖਤ 'ਚ ਹਾਜ਼ਰ ਹੋਣ ਨੂੰ ਆਖਿਆ। ਇਹਦੇ ਉੱਤੇ ਵੀ ਸਿੱਖ ਸੰਗਤਾਂ 'ਚ ਡਿਵੀਜ਼ਨ ਵੇਖਿਆ ਗਿਆ। ਵੈਲ ਹਰਪ੍ਰੀਤ ਜੀ, ਗੱਲ ਤੁਹਾਡੀ ਬਿਲਕੁਲ ਸਹੀ ਆ। ਡਿਵੀਜ਼ਨ ਹੋਣੀ ਜਾਇਜ਼ ਵੀ ਆ ਤੇ ਵਾਜਬ ਵੀ ਆ। ਜੇ ਗੱਲ 1984 ਦੀ ਕੀਤੀ ਜਾਵੇ, ਜਦੋਂ ਅਸੀਂ ਉਸ ਕਤਲੇਆਮ ਦੀ ਜਾਂ ਉਸ ਸਿੱਖਾਂ 'ਤੇ ਆਈ ਮੁਸ਼ਕਿਲ ਦੀ ਗੱਲ ਕਰਦੇ ਹਾਂ, ਉਸ ਤੋਂ ਪਹਿਲਾਂ 29 ਸਾਲ ਪਹਿਲਾਂ ਇੱਕ ਸਰਬੱਤ ਖਾਲਸਾ ਬੁਲਾਇਆ ਗਿਆ ਸੀ। ਜੇ ਬਰਾੜ ਸਾਹਿਬ ਨੂੰ ਉਸ ਵੇਲੇ ਦੋਸ਼ੀ ਪਾਉਣਾ ਸੀ ਤਾਂ ਉਸ ਮਤੇ ਵਿੱਚ ਉਸ ਵੇਲੇ ਵੀ ਪਾਇਆ ਜਾ ਸਕਦਾ ਸੀ। ਸੇਮ ਅਪਲਾਈਜ਼ ਟੂ KPS ਗਿੱਲ। ਹੁਣ ਦੂਜੇ ਪਾਸੇ 20 ਨਵੰਬਰ ਨੂੰ ਉਹਨਾਂ ਨੂੰ ਪੇਸ਼ੀ ਲਾਉਣ ਦੇ ਲਈ ਕਿਹਾ ਗਿਆ ਕਿ ਇਹ ਪੇਸ਼ੀ ਲੱਡੂਗੀ। ਆਫ ਕੋਰਸ ਨਾਟ। KPS ਗਿੱਲ ਤੇ ਬਰਾੜ ਸਾਹਿਬ ਦੀ ਜਿੰਨੀ ਵੀ ਸ਼ਰਧਾ ਹੈਗੀ ਆ, ਵੀ ਆਲ ਨੋ ਦੈਟ। ਸੋ ਤਨਖਾਹੀਆ ਕਰਾਰ ਕੇ ਜਥੇਦਾਰ ਦੀ ਅਪਾਇੰਟਮੈਂਟ ਜੇ 20 ਨਵੰਬਰ ਤੱਕ ਹੋ ਜਾਂਦੀ ਆ ਤਾਂ ਕੀ ਇਹਨਾਂ ਨੂੰ ਸਿੱਖੀ ਚੋਂ ਛੇਕਿਆ ਜਾਊਗਾ ਜਾਂ ਤਨਖਾਹੀਆ ਕਰਾਰ ਦਿੱਤਾ ਜਾਊਗਾ, ਜਾਂ ਉਹੀ ਰਾਜਨੀਤੀ ਦੇ ਵਿੱਚ ਜਿਹੜਾ ਡੇਰੇ ਬਾਬੇ ਨੂੰ ਮਾਫੀ ਦਿੱਤੀ ਸੀ, ਆਉਣ ਵਾਲਾ ਕੋਈ ਨਵੇਂ ਜਥੇਦਾਰ ਅਪਾਇੰਟ ਹੋ ਕੇ ਉਹਨਾਂ ਦੀ ਉਸੇ ਤਰ੍ਹਾਂ ਮਾਫੀ ਕਰ ਦੂਗੀ। ਸੋ ਦੇਰ ਇਜ਼ ਅ ਲੋਟ ਆਫ ਕੁਐਸਚਨਸ ਕਮਿਊਨਿਟੀ ਨੀਡ ਟੂ ਨੋ ਕਿ ਪਹਿਲੇ ਮਤੇ ਤੋਂ ਬਾਅਦ 3 ਜਥੇਦਾਰ ਸਾਹਿਬਾਨਾਂ ਦੀ ਛੁੱਟੀ ਤੇ ਉਹਨਾਂ ਦੀ ਥਾਂ ਨਵੀਂ ਰਿਪਲੇਸਮੈਂਟ ਲੱਭ ਕੇ ਲੈ ਕੇ ਆਉਂਦੇ ਹੋ। ਦੂਜੇ ਮਤੇ ਦੇ ਵਿੱਚ ਯਾਨੀ ਇਟ ਲੁੱਕ ਲਾਈਕ ਜਦ ਕਰਵ ਦੇ ਵਿੱਚ ਦੇਖਿਆ ਜਾਵੇ ਤਾਂ ਇਹ ਗੱਲਾਂ ਮੈਂ ਬਿਲਕੁਲ ਉਹਨਾਂ ਦੇ ਸਿੱਖਾਂ ਦੇ ਮਨਾਂ ਦੇ ਵਿੱਚ ਹੈਗਾ, ਜਿਹੜੀ ਗੁੱਸਾ ਜਿਹੜਾ ਸਿੱਖਾਂ ਦੇ ਮਨਾਂ ਵਿੱਚ KPS ਗਿੱਲ ਤੇ ਬਰਾੜ ਦੇ ਵਿੱਚ ਹੈਗਾ ਜੋ 84 ਦੇ ਵਿੱਚ ਹੋਇਆ ਸੀ। ਆਈ ਡੋਂਟ ਥਿੰਕ ਕਿ ਦੇਰ ਇਜ਼ ਐਨੀ ਕੰਪਰੋਮਾਈਜ਼। ਪਰ ਦੂਜਾ ਹੀ ਮਤਾ ਬਣਾ ਕੇ ਆਈ ਥਿੰਕ ਜਿਹੜੀ ਆਮ ਸੰਗਤ ਹੋਈ ਸੀ, ਕਿਸੇ ਨੂੰ ਕਿਸੇ ਨੇ ਸੁਪਨੇ 'ਚ ਨਹੀਂ ਸੋਚਿਆ ਹੋਊਗਾ ਕਿ ਦੂਜਾ ਮਤਾ ਇੰਨੀ ਇੰਪੋਰਟੈਂਸ ਵਾਲਾ ਹੋਊਗਾ ਕਿ ਉਸ KPS ਗਿੱਲ ਦੀ ਜਾਂ ਬਰਾੜ ਦੀ ਗੱਲ ਕੀਤੀ ਜਾਵੇ, ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਤੇ ਤਨਖਾਹੀਆ ਕਰਾਰ ਦਿੱਤਾ ਗਿਆ ਹੋਵੇ ਤੇ ਸੱਦਣ ਦੀ ਪੇਸ਼ਕਸ਼ ਹੋਵੇ ਤੇ 20 ਨਵੰਬਰ ਨੂੰ ਪੇਸ਼ ਹੋਣ ਲਈ ਗੱਲ ਕੀਤੀ ਜਾਵੇ। ਤੁਸੀਂ ਚੌਥੇ ਦੀ ਗੱਲ ਕੀਤੀ ਆ, ਤੁਸੀਂ ਬਾਦਲ ਸਾਹਿਬ ਦੀ ਗੱਲ ਕਰ ਰਹੇ ਹੋ ਕਿ ਉਹਨਾਂ ਨੂੰ 2 ਖਿਤਾਬ ਦਿੱਤੇ ਗਏ ਸੀ। ਹਾਂਜੀ, ਉਹ ਫਕਰੇ ਕੌਮ ਤੇ ਪੰਥ ਰਤਨ ਦਾ ਖਿਤਾਬ ਦਿੱਤਾ ਗਿਆ ਸੀ। ਉਹ ਖਿਤਾਬ ਉਹਨਾਂ ਤੋਂ ਵਾਪਸ ਲੈ ਜਾਣ। ਵੈਲ ਖਿਤਾਬ ਤਾਂ ਖਿਤਾਬ ਹੁੰਦੇ ਨੇ, ਜਿਹੜੀ ਸ਼ਰਧਾ ਹੁੰਦੀ ਆ ਸਿੱਖ ਕੌਮ ਨੂੰ, ਜੇ ਜ਼ਿਆਦਾ ਗਿਣਤੀ ਉਹ ਖਿਤਾਬਾਂ ਦੇ ਵਿੱਚ ਹੀ ਸ਼ਰਧਾ ਨਹੀਂ ਰੱਖਦੀ ਕਿ ਇਹਦੇ ਖਿਤਾਬ ਨੇ, ਇਹ ਸਰਕਾਰੀ ਖੁਆਬ ਨੇ, ਇਹਨਾਂ ਦੀ ਸਿੱਖ ਕੌਮ ਦੇ ਵਿੱਚ ਕੋਈ ਸ਼ਰਧਾ ਨਹੀਂ। ਦਿਸ ਇਜ਼ ਨਾਟ ਏ ਮਨੀ, ਦਿਸ ਇਜ਼ ਨਾਟ ਏ ਪੋਪੂਲੈਰਿਟੀ ਇਨਵੋਲਵ। ਹਾਂ, ਇਹ ਜ਼ਰੂਰ ਆ ਵੀ ਲੈਗੇਸੀ ਦੇ ਵਿੱਚ ਲਿਖਿਆ ਜਾਊਗਾ ਕਿ ਸਿੱਖ ਕੌਮ ਨੇ ਜਾਂ ਉਹਨਾਂ ਦੀ ਕੋਈ ਜਥੇਬੰਦੀ ਨੇ ਉਹਨਾਂ ਨੂੰ ਇਨਾਮ ਦਿੱਤਾ ਸੀ, ਵਾਪਸ ਲੈਣਾ ਚਾਹੁੰਦੇ ਨੇ। Was that part of this? I think people were expecting, ਜਿੰਨੇ ਕੱਲ ਕੱਟ ਵੱਡਾ ਹੋਇਆ ਸੀ ਕਿ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਬਾਰੇ ਗੱਲ ਕੀਤੀ ਜਾਊਗੀ, ਸੰਗਤ ਨੂੰ ਪ੍ਰੇਰਿਤ ਕੀਤਾ ਜਾਊਗਾ। ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਸ਼ੰਕੇ ਸਨ ਕਿ ਕਿਤੇ ਸਾਨੂੰ ਰਾਜਨੀਤਿਕ ਕੱਟ ਦੇ ਵਿੱਚ ਤਾਂ ਨਹੀਂ ਲੈ ਕੇ ਜਾਇਆ ਜਾ ਰਿਹਾ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਦੀ ਜਦੋਂ ਗੱਲ ਕੀਤੀ ਗਈ ਕਿ ਸਰਦਾਰ ਪ੍ਰਕਾਸ਼ ਸਿੰਘ ਤੋਂ ਬਾਦਲ ਤੋਂ ਇਹ ਅਵਾਰਡ ਵਾਪਸ ਲੈ ਜਾਣਗੇ, ਜਿਹੜੇ ਲੋਕੀ ਸੋਚਦੇ ਸਨ ਕਿ ਜ਼ਿਆਦਾ ਹਾਰਡਲਾਈਨਰ ਹੋਣਾ ਚਾਹੀਦਾ ਉਹ ਵੀ ਖੁਸ਼ ਨਹੀਂ। ਜਿਹੜੇ ਲੋਕੀ ਕਹਿੰਦੇ ਸੀ ਕਿ ਉਹਨਾਂ ਦਾ ਨਾਮ ਨਹੀਂ ਲਿਆ ਜਾਣਾ ਚਾਹੁੰਦਾ, ਆਈ ਡੋਂਟ ਥਿੰਕ ਦੇ ਆਰ ਹੈਪੀ ਈਦਰ। ਦਵਿੰਦਰ ਜੀ, ਇਹਨਾਂ ਅਵਾਰਡਾਂ ਦੀ ਗੱਲ ਕਰੀਏ, ਆਈ ਥਿੰਕ ਇਹ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਅਵਾਰਡ ਬਾਦਲ ਸਾਹਿਬ ਨੂੰ ਕਿੱਦਾਂ ਮਿਲੇ ਸੀ। ਮੇਰਾ ਇੱਥੇ ਜੋ ਮੈਨੂੰ ਲੱਗਾ ਕਿ ਇੱਥੇ ਜੋ ਮੇਨ ਅਸੀਂ ਇੱਥੇ ਇੱਕ ਛੋਟੀ ਜਿਹੀ ਭੁੱਲ ਕਰ ਰਹੇ ਹਾਂ, ਉਹ ਇਹ ਸੀ ਕਿ ਸਾਨੂੰ ਅੱਗੇ ਤੋਂ ਅਵਾਰਡ ਇੱਦਾਂ ਦੇ ਕਿਹਨੂੰ ਦੇਣੇ ਚਾਹੀਦੇ ਆ, ਉਹਦੇ ਆਬਜੈਕਟਿਵ ਜਾਂ ਉਹਦੀ ਕੁਆਲੀਫਿਕੇਸ਼ਨ ਜਾਂ ਕ੍ਰਾਈਟੇਰੀਆ ਅਸੀਂ ਜੇ ਬਣਾ ਲੈਂਦੇ ਤਾਂ ਕਿ ਲੈਣਾ ਬਿਲਕੁਲ ਸਹੀ ਆ, ਪਰ ਅੱਗੇ ਤੋਂ ਇਹ ਗਲਤੀਆਂ ਨਾ ਹੋਣ। ਬਿਲਕੁਲ ਸਹੀ ਗੱਲ ਆ। ਜਦੋਂ ਤੁਸੀਂ ਕਿਸੇ ਕੌਮ ਦਾ ਹੀਰਾ ਚੁਣਨਾ ਹੁੰਦਾ, ਕੌਮ ਦਾ ਹੀਰਾ, ਸਾਡੀ ਕੌਮ ਦੇ ਵਿੱਚ ਕਈ ਹੀਰੇ ਨੇ, ਕਿਸੇ ਤਰ੍ਹਾਂ ਉਹਨਾਂ ਦੇ ਵਿੱਚ ਯੂਨੈਨਿਮਸ ਡਿਸੀਜਨ ਹੁੰਦੇ ਨੇ। ਹਰ ਕੋਈ ਬੰਦਾ ਕੌਮ ਦਾ ਹੀਰਾ ਜਾਂ ਫਖਰੇ ਕੌਮ ਨਹੀਂ ਬਣ ਸਕਦਾ। ਇਹ ਗੱਲ ਸਾਡੀਆਂ ਆਉਣ ਵਾਲੀਆਂ ਜਥੇਬੰਦੀਆਂ ਨੂੰ ਵੀ, ਜਥੇਦਾਰਾਂ ਨੂੰ ਵੀ ਤੇ ਕਮੇਟੀਆਂ ਨੂੰ ਇਹ ਗੱਲ ਤਾਂ ਤੈਅ ਕਰਨੀ ਪਊਗੀ, ਜੇ ਇਹ ਅਵਾਰਡ ਦੀ ਮਾਨਯਤਾ ਰੱਖਣੀ ਆ, ਇੰਨੀ ਇੰਪੋਰਟੈਂਸ ਰੱਖਣੀ ਆ ਕਿ ਦੂਰ ਦਰੇਡੇ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਇਕੱਲੇ ਸਿੱਖਾਂ ਨਹੀਂ, ਦੂਜੀਆਂ ਧਰਮਾਂ ਦੇ ਵਿੱਚ ਵੀ ਜਾਂ ਦੂਜੀਆਂ ਕੌਮਾਂ ਦੇ ਵਿੱਚ ਵੀ ਇਹ ਗੱਲਾਂ ਹੋਣ ਕਿ ਇਸ ਇਨਾਮ ਦੀ ਕੋਈ ਮਾਨਤਾ ਹੈਗੀ ਆ, ਤਾਂ ਉਸ ਦੀ ਇੰਪੋਰਟੈਂਸ ਜਾਂ ਉਸ ਦੀ ਹਾਰਡਸ਼ਿਪ ਜਾਂ ਉਸ ਨੂੰ ਹਾਊ ਟੂ ਪਿਕ ਐਂਡ ਚੂਜ਼ ਦੇ ਵਿੱਚ ਜਿਹੜੀ ਸਟ੍ਰੈਟਜੀ ਆ, ਉਹ ਸਿੱਖ ਕੌਮ ਨੂੰ ਪੂਰੀ ਨੂੰ ਧਿਆਨ ਦੇ ਵਿੱਚ ਰੱਖਣੀ ਪਊਗੀ। ਦਵਿੰਦਰ ਜੀ, ਮੈਨੂੰ ਜੋ ਲੱਗਦਾ ਹੈ ਕਿ ਅਸੀਂ ਛੋਟੀਆਂ ਇਸ਼ੂ ਫਿਕਸ ਕਰਨ ਦੀ ਬਜਾਏ ਜਿਹੜਾ ਸਾਡਾ ਵੱਡਾ ਮੇਨ ਇਸ਼ੂ ਸੀ, ਅਸੀਂ ਉਹਨੂੰ ਉਹ ਤੋਂ ਕਿਤੇ ਭਟਕ ਗਏ ਜਾਂ ਉਹਨੂੰ ਕਿਤੇ ਭੁੱਲ ਗਏ ਹਾਂ। ਜੇ ਕਿਤੇ ਮੈਂ ਫਿਰ ਤੋਂ ਇਹ ਕਹੂੰਗਾ ਕਿ ਅਸੀਂ ਬਿਮਾਰ ਦਾ ਇਲਾਜ ਕਰਨ ਲੱਗ ਗਏ ਹਾਂ, ਅਸੀਂ ਬਿਮਾਰੀ ਦਾ ਇਲਾਜ ਨਹੀਂ ਕਰ ਰਹੇ। ਸਾਨੂੰ ਇੱਥੇ ਲੋੜ ਸੀ ਕਿ ਅਸੀਂ ਭਾਵੇਂ
ਸਾਰੀ ਕੌਮ ਨੂੰ ਇਕੱਠੇ ਕਰਕੇ ਇਹ ਬਹੁਤ ਵਧੀਆ ਉਪਰਾਲਾ ਸੀ, ਜਿੱਥੇ ਕਿ ਸਰਬੱਤ ਖਾਲਸਾ ਬੁਲਾਇਆ ਗਿਆ। ਇੰਨੀ ਜ਼ਿਆਦਾ ਸੰਖਿਆ 'ਚ ਲੋਕਾਂ ਨੇ ਉਹ 'ਚ ਸ਼ਮੂਲੀਅਤ ਕੀਤੀ ਕਿ ਅਸੀਂ ਇੱਕ ਅੱਗੇ ਦਾ ਇੱਦਾਂ ਦਾ ਪਲੇਟਫਾਰਮ ਡਿਜ਼ਾਈਨ ਕਰ ਲੈਂਦੇ, ਤਾਂ ਕਿ ਜੇ ਇੱਕ ਸਟੈਪ ਵੀ ਅਸੀਂ ਉੱਥੇ ਪੂਰੀ ਕਰ ਜਾਂਦੇ ਤੇ ਐਟਲੀਸਟ ਅਸੀਂ ਇਹ ਮੰਨ ਲੈਂਦੇ ਕਿ ਚਲੋ ਇੱਕ ਪ੍ਰੋਸੈਸ ਸਾਡਾ ਪੂਰਾ ਹੋ ਗਿਆ। ਆਉਣ ਵਾਲੇ ਸਾਲ 6 ਮਹੀਨੇ 2 ਮਹੀਨੇ ਜਾਂ 2 ਸਾਲ 'ਚ ਅਸੀਂ ਸਟੈਪ ਨੰਬਰ 2 ਤੇ ਪਹੁੰਚ ਜਾਾਂਗੇ ਤੇ ਪ੍ਰੋਬਲਮ ਨੰਬਰ 2 ਨੂੰ ਫਿਕਸ ਕਰ ਲਾਂਗੇ। ਯੂ ਮੀਨ ਆਈ ਥਿੰਕ ਯੂ ਆਰ ਵੈਰੀ ਰਾਈਟ ਕਿ ਜਦੋਂ ਕਿਸੇ ਸਟੈਪ ਦੇ ਵਿੱਚ ਕੋਈ ਡਿਸੀਜਨ ਲੈ ਜਾਂਦੇ ਨੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਤਾ ਨੰਬਰ 6 ਸੀਗਾ, ਉਹਦੇ ਵਿੱਚ ਸੀ ਵੀ ਇਸ ਨੂੰ ਡਿਨਾਊਂਸ ਕਰਨਾ ਤੇ ਦੋਸ਼ੀਆਂ ਨੂੰ ਧਾਰਮਿਕ ਪਰੰਪਰਾਵਾਂ ਦੇ ਜਿਹੜੀ ਅਨੁਸਾਰ ਹੀ ਸਜ਼ਾ ਦਿੱਤੀ ਜਾਣੀ। ਸੋ ਆਈ ਡੋਂਟ ਥਿੰਕ ਸੇ ਇਹਦੇ ਵਿੱਚ ਕੋਈ ਦੋ ਰਾਇ ਹੋ ਸਕਦੀਆਂ ਨੇ ਕਿ ਦੋਸ਼ੀਆਂ ਨੂੰ ਪਹਿਲਾਂ ਤਾਂ ਰੈਕੋਗਨਾਈਜ਼ ਕਰਨਾ ਤੇ ਦੋਸ਼ੀਆਂ ਨੂੰ ਸਜ਼ਾ ਵੀ ਦੇਣੀ। ਕੋਈ ਕਿਸੇ ਦੇਸ਼ ਵਰਲਡ ਦੇ ਵਿੱਚ ਕਿਤੇ ਵੀ ਗੱਲ ਕਰ ਲਓ, ਇਸ ਗੱਲ ਨੂੰ ਇਹਦਾ ਸਮਰਥਨ ਨਹੀਂ ਕਰ ਸਕਦਾ ਕਿ ਬੇਅਦਬੀ ਹੋਣੀ ਚਾਹੀਦੀ ਆ। ਬੇਅਦਬੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਕਾਨੂੰਨ ਦੇ ਅਨੁਸਾਰ, ਧਰਮ ਦੀ ਕਿਸੇ ਦੀ ਬੇਅਦਬੀ ਕਰਨ ਦੇ ਅਨੁਸਾਰ ਜਿਹੜੀ ਸਜ਼ਾ ਮਿਲਦੀ ਚਾਹੀਦੀ ਹੈ, ਇਹ ਮਤੇ ਤੱਕ ਕੋਈ ਵਿਰੋਧ ਨਹੀਂ ਕਰ ਸਕਦਾ। ਪਰ ਮਤਾ ਨੰਬਰ 6 ਪਰ ਲੋਕੀ ਜਿਹੜੇ ਮੋਸਟਲੀ ਇਕੱਠ ਦੇ ਵਿੱਚ ਹੋਏ ਸੀ, ਮੇਰਾ ਖਿਆਲ ਇਟ ਸ਼ੁੱਡ ਬੀ ਮਤਾ ਨੰਬਰ 1 ਬਿਲਕੁਲ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋ ਰਹੀ ਆ, ਉਸ ਦੇ ਬਾਰੇ ਸਾਡੀਆਂ ਧਾਰਮਿਕ ਜਥੇਬੰਦੀਆਂ, ਰਾਜਨੀਤਿਕ ਜਥੇਬੰਦੀਆਂ ਜਾਂ ਸੋਸ਼ਲ ਜਥੇਬੰਦੀਆਂ ਕੀ ਗੱਲ ਕਰ ਰਹੀਆਂ ਨੇ ਕਿ ਸਾਡੀ ਜਿਹੜੀ ਬਾਰ-ਬਾਰ ਬੇਅਦਬੀ ਹੋ ਰਹੀ ਆ, ਜਿਹੜੇ ਸ਼ਰਾਰਤੀ ਅਨਸਰ ਜਿਹੜੀ ਆ ਕਮਿਊਨਲਿਜ਼ਮ ਦੀ ਗੱਲ ਕਰ ਰਹੇ ਨੇ, ਇਸ ਨੂੰ ਕਿਵੇਂ ਖਤਮ ਕੀਤਾ ਜਾਵੇ। ਉਸ ਤੋਂ ਬਾਅਦ ਆਪੂ ਸੂਰਜ ਸਿੰਘ ਖਾਲਸਾ ਜੀ ਦੀ ਵੀ ਗੱਲ ਕੀਤੀ ਗਈ, ਮਤੇ ਦੇ ਵਿੱਚ ਭਾਈ ਬੰਦੀ ਸਿੰਘਾਂ ਨੂੰ ਬਾਹਰ ਲਿਆਉਣ ਦੀ ਗੱਲ ਕੀਤੀ ਗਈ। ਕਾਫੀ ਸਮੇਂ ਤੋਂ ਕਾਫੀ ਸਿੱਖ ਜਥੇਬੰਦੀਆਂ ਇਸ ਦਾ ਸੰਘਰਸ਼ ਕਰ ਰਹੀਆਂ ਨੇ, ਪਰ ਆਰ ਦੇ ਯੂਨਾਈਟਿਡ? ਹੁਣ ਜੇ ਮਤਾ ਕੱਲ੍ਹ ਕਿਸਾਨਾਂ ਦੀਆਂ ਪ੍ਰੋਬਲਮਸ ਦੀ ਗੱਲ ਸ਼ੁਰੂ ਹੋ ਰਹੀ ਸੀ, ਉਸ ਤੋਂ ਪਹਿਲਾਂ ਨਸ਼ੇ ਦੀ ਪ੍ਰੋਬਲਮ ਸ਼ੁਰੂ ਹੋ ਰਹੀ ਸੀ। ਹੁਣ ਜੇ ਤੁਸੀਂ ਇੱਕ ਮਸਲਾ ਲੈ ਕੇ ਦੂਜੇ ਮਸਲੇ 'ਤੇ ਜੰਪ ਕਰਦੇ ਹੋ ਤਾਂ ਕਿਤੇ ਨਾ ਕਿਤੇ ਰਾਹ 'ਚੋਂ ਅਸੀਂ ਭਟਕਦੇ ਜਾ ਰਹੇ ਹਾਂ। ਪੰਜਾਬ ਦੀਆਂ ਪ੍ਰੋਬਲਮਸ ਨੇ, ਸਿੱਖਾਂ ਦੀਆਂ ਪ੍ਰੋਬਲਮ ਨੇ, ਸਾਡੀਆਂ ਪਹਿਲਾਂ ਇਕਨੋਮਿਕ ਪ੍ਰੋਬਲਮ ਸੀ, ਫਿਰ ਸੋਸ਼ਲ ਪ੍ਰੋਬਲਮਸ ਵੀ ਸੀ, ਹੁਣ ਧਾਰਮਿਕ ਪ੍ਰੋਬਲਮਾਂ ਵੀ ਨੇ। ਧਾਰਮਿਕ ਜਥੇਬੰਦੀਆਂ ਇਸ ਦੇ ਵਿੱਚ ਸਭ ਤੋਂ ਵਧੀਆ ਰੋਲ ਅਦਾ ਕਰ ਸਕਦੀਆਂ ਨੇ। ਸੋ ਮੇਰਾ ਕਹਿਣ ਦਾ ਮਤਲਬ ਇਹੀ ਆ ਕਿ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਸ਼ੰਕਾ ਤਾਂ ਨਹੀਂ ਲੱਗਿਆ ਕਿ ਸਾਨੂੰ ਇੱਥੇ ਬੁਲਾ ਕੇ ਸ਼੍ਰੀ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਗੱਲ ਕੀਤੀ ਜਾ ਰਹੀ ਆ, ਜਾਂ ਕਿਤੇ ਨਾ ਕਿਤੇ ਬੰਦੀ ਸਿੰਘਾਂ ਨੂੰ ਬਾਹਰ ਕੱਢਣ ਦੀ ਗੱਲ ਕੀਤੀ ਜਾ ਰਹੀ ਆ, ਜਾਂ ਅਕਾਲ ਤਖ਼ਤ ਸਾਹਿਬ ਦੇ ਉਸ ਜਥੇਦਾਰ ਦੇ ਫੈਸਲੇ ਨੂੰ, ਜਿਸ ਨੂੰ ਆਮ ਸੰਗਤ ਦੇ ਵਿੱਚ ਇੱਕ ਗਲਤ ਫੈਸਲਾ ਕਿਹਾ ਜਾਂਦਾ, ਉਸ ਦੇ ਬਾਰੇ ਕੀ ਜ਼ਿਕਰ ਕੀਤਾ ਜਾਵੇ। ਸਿਰਫ ਰਿਪਲੇਸ ਕਰਕੇ ਨਵੇਂ ਜਥੇਦਾਰਾਂ ਦੀ ਨਿਯੁਕਤੀ ਇੱਕ ਮਸਲੇ 'ਤੇ ਲੈ ਕੇ ਕਿਤੇ ਨਾ ਕਿਤੇ ਅਸੀਂ ਧਰਮ ਨੂੰ, ਕਮਿਊਨਿਟੀ ਨੂੰ ਵੰਡਣ ਦੀ ਗੱਲ ਤਾਂ ਨਹੀਂ ਕਰ ਰਹੇ। ਇਹ ਸ਼ੰਕਿਆਂ ਦੇ ਵਿੱਚ ਲੋਕਾਂ ਦੇ ਵਿੱਚ ਜਿਹੜੇ ਵਾਪਸ ਜਾ ਰਹੇ ਸਨ, ਆਈ ਥਿੰਕ ਦੇ ਵਰ ਕੁਆਇਟ ਹੈਪੀ। ਜਿਹੜੇ ਯੂਨੈਨਿਮਸ ਡਿਸੀਜਨ ਹੋਏ ਨੇ ਉਹਨਾਂ ਦੇ ਵਰ ਕੁਆਇਟ ਹੈਪੀ। ਜਿੰਨੇ ਵੀ ਲੋਕੀ ਉੱਥੇ ਸਨ, 1 ਲੱਖ 2 ਲੱਖ 3 ਲੱਖ ਆਈ ਡੋਂਟ ਨੋ, ਪਰ ਬਹੁਤ ਵੱਡਾ ਇਕੱਠ ਇਹਨਾਂ ਮਤਿਆਂ ਨਾਲ ਕੁਛ ਸੀਗਾ। ਪਰ ਹੁਣ ਇਹ ਮਤੇ ਪਾਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖ ਕੌਮ ਦਾ ਕੀ ਭਲਾ ਕਰਦੇ ਨੇ, ਇਹ ਤਾਂ ਇੱਕ ਕੁਐਸਚਨ ਮਾਰਕ ਹੈ ਜੀ। ਬਿਲਕੁਲ ਸਹੀ ਦਵਿੰਦਰ ਜੀ। ਦੇਖੋ, ਜਿਹੜੀ ਹੁਣ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆ, ਇਹਦਾ ਤੇ ਕੋਈ ਵੀ ਪੰਜਾਬੀ, ਕੋਈ ਵੀ ਸਿੱਖ, ਕਾਫੀ ਹੱਦ ਤੱਕ ਹਰ ਧਰਮ ਦੇ ਲੋਕ ਇਹਨਾਂ ਨੂੰ ਸ਼ਾਇਦ ਬੁਰਾ ਹੀ ਕਹਿਣਗੇ ਤੇ ਇਹ ਕਹਿਣਗੇ ਛੇਤੀ ਤੋਂ ਛੇਤੀ ਇਹਨਾਂ ਨੂੰ ਪਾਵਰ ਤੋਂ ਹਟਾ ਦਿੱਤਾ ਜਾਵੇ। ਪਰ ਸਾਨੂੰ ਸਿੱਖਾਂ ਨੂੰ ਇਸ ਗੱਲ ਦਾ ਜ਼ਰੂਰ ਕੇਅਰਫੁਲ ਰਹਿਣਾ ਚਾਹੀਦਾ ਕਿ ਜਿਹੜਾ ਅਗਲਾ ਬੰਦਾ ਬਿਠਾਉਣਾ ਵਾ, ਕਿਤੇ ਉਹ ਵੀ ਸਾਡੇ ਵਾਸਤੇ ਪ੍ਰੋਬਲਮ ਨਾ ਖੜੀ ਹੋ ਜਾਏ। ਇੱਕ ਇੱਦਾਂ ਦਾ ਸਿਸਟਮ ਡਿਜ਼ਾਈਨ ਕਰ ਲਈਏ ਅਸੀਂ ਕਿ ਸਾਡੇ ਆਉਣ ਵਾਲੀ ਜਿਹੜੀ ਪੀੜ੍ਹੀਆਂ ਨੇ, ਸਾਲਾਂ ਤੱਕ, ਚਾਹੇ ਜਥੇਦਾਰ ਹੋਣ, ਚਾਹੇ ਸਾਡੇ ਗੁਰਦੁਆਰੇ ਹੋਣ, ਸਾਨੂੰ ਸਿੱਖਾਂ ਨੂੰ ਕੋਈ ਵੀ ਪ੍ਰੋਬਲਮ ਨਾ ਆਵੇ। ਖਾਸ ਕਰਕੇ ਪੋਲੀਟੀਸ਼ੀਅਨਾਂ ਤੋਂ ਤੇ ਅਸੀਂ ਇੰਨਾ ਮਜ਼ਬੂਤ ਸਿਸਟਮ, ਇੱਦਾਂ ਦਾ ਫਿਲਟਰ ਸਿਸਟਮ ਹੋਵੇ ਕਿ ਪੋਲੀਟੀਸ਼ੀਅਨ ਤੇ ਉਹਦੇ ਅੰਦਰ ਵੜ ਵੀ ਨਾ ਸਕਣ। ਦੇਖੋ ਹਰਪ੍ਰੀਤ ਜੀ, ਹਰੇਕ ਗੱਲ ਦੇ ਪਿੱਛੇ ਕਿੰਤੂ ਪਰੰਤੂ ਲੜਦੇ ਨੇ। ਜੇ ਮੈਂ ਤੁਹਾਡੀ ਇਹ ਸੈਂਟੈਂਸ ਦੀ ਕਾਪੀ ਵੀ ਕਰ ਲਵਾਂ, ਉੱਤੇ ਵੀ ਕਿੰਤੂ ਪਰੰਤੂ ਹੋਣਗੇ। ਹੁਣ ਤੁਸੀਂ ਕਹਿੰਦੇ ਹੋ ਕਿ ਅਸੀਂ ਸਿੱਖਾਂ ਨੂੰ ਅਜਿਹਾ ਸਿਸਟਮ ਬਣਾਉਣਾ ਚਾਹੀਦਾ ਕਿ ਜਿਸ ਦੇ ਵਿੱਚ ਰਾਜਨੀਤੀ ਦਾ ਕੰਟਰੋਲ ਹੋਵੇ। ਲਾਈਕ ਯੂ ਵਾਂਟ ਟੂ ਪਿਟ ਅ ਗਵਰਨਮੈਂਟ ਅਕੋਰਡਿੰਗ ਟੂ ਦ ਨੀਡਸ ਆਫ ਸਿੱਖਿਜ਼ਮ। ਹੁਣ ਜੇ ਸਿੱਖ ਧਰਮ ਹੀ ਇੱਕ ਸਰਕਾਰ ਨੂੰ ਬਣਾਉਗੀ, ਨਹੀਂ ਮੈਂ ਇਹ ਨਹੀਂ ਮੈਂ ਟੈਕਨੀਕਲੀ ਯੂ ਆਰ ਰਾਈਟ, ਆਮ ਨਾਟ ਸੇਇੰਗ ਆਮ ਨਾਟ ਡੂਇੰਗ ਇਟ। ਮੇਰਾ ਕਹਿਣ ਦਾ ਮਤਲਬ ਆ ਕਿ ਸਿੱਖਾਂ ਦੀ ਗਿਣਤੀ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ, ਰਾਜਨੀਤਿਕ ਪਾਰਟੀ ਸਿੱਖਾਂ ਦੇ ਇਕੱਠਾਂ ਦੇ ਵਿੱਚ ਵੀ ਜਾਂਦੀਆਂ ਨੇ। 2017 ਦੇ ਵਿੱਚ ਇਲੈਕਸ਼ਨ ਹੋਣੀ ਆ। ਸ਼੍ਰੋਮਣੀ ਅਕਾਲੀ ਦਲ ਬਾਦਲ ਚਾਹੇ ਆਪਣੇ ਆਪ ਨੂੰ ਪੰਥਕ ਸਰਕਾਰ ਕਹਿੰਦੀ ਆ, ਪਰ ਟੈਕਨੀਕਲੀ ਇਟਸ ਏ ਪੋਲੀਟੀਕਲ ਆਰਗੇਨਾਈਜੇਸ਼ਨ, ਰਾਜਨੀਤਿਕ ਪਾਰਟੀ ਆ। ਰਾਜਨੀਤਿਕ ਪਾਰਟੀ ਦੀ ਲੜਾਈ ਰਾਜਨੀਤਿਕ ਪਾਰਟੀਆਂ ਨਹੀਂ ਹੋਣੀਆਂ। ਹੁਣ ਰਾਜਨੀਤਿਕ ਪਾਰਟੀਆਂ ਵੱਖ-ਵੱਖ ਧਰਮਾਂ ਨੂੰ ਕਿਵੇਂ ਖੁਸ਼ ਕਰਕੇ ਉਹਦਾ ਲਾਹਾ ਲੈਣਾ ਚਾਹੁੰਦੀਆਂ ਨੇ। ਕਈ ਲੋਕੀ ਡੇਰਿਆਂ 'ਚ ਜਾਂਦੇ ਨੇ, ਕੋਈ ਡਰਾਮੇ ਕਰਦੇ ਨੇ, ਕੋਈ ਜੰਤਰ ਮੰਤਰ ਕਰਦੇ ਨੇ, ਕੋਈ ਕੁਛ ਕਰਦਾ। ਸੋ ਆਈ ਥਿੰਕ ਵੀ ਨੀਡ ਟੂ ਆਇਡੈਂਟੀਫਾਈ ਇਟ ਕਿ ਸਿੱਖ ਇੰਨਾ ਨਿਰੋਲ ਧਰਮ ਆ ਕਿ ਰਾਜਨੀਤੀ ਦੇ ਵਿੱਚ ਜਾਣਾ
ਰਾਜਨੀਤੀ ਨੂੰ ਅਸੀਂ ਡੰਦੀ ਲੜਾਈ ਡੰਦੀ ਸਿਆਸਤ ਦੀ ਗੱਲ ਕਰਦੇ ਹਾਂ, ਪਰ ਜੇ ਜਾਣ ਦਾ ਕਿਤੇ ਲੋੜ ਵੀ ਪੈ ਗਈ, ਘੱਟੋ ਘੱਟ ਉਸ ਡੰਦੀ ਸਿਆਸਤ ਤੇ ਛਿੱਟੇ ਸਾਡੇ ਧਰਮ ਤੱਕ ਤਾਂ ਨਾ ਪੈ ਜਾਣ। ਕਿਉਂਕਿ ਛਿੱਟੇ ਜੇ ਡੰਦੇ ਹੋਣ, ਧਰਮ ਜਿੰਨਾ ਮਰਜ਼ੀ ਚੰਗਾ ਹੋ ਜਾਵੇ, ਡੰਦੇ ਛਿੱਟੇ ਤਾਂ ਡੰਦੇ ਹੀ ਹੁੰਦੇ ਨੇ। ਸੋ ਟੈਕਨੀਕਲੀ 2017 ਤੋਂ ਪਹਿਲਾਂ 2016 ਦੇ ਵਿੱਚ, ਜਿਵੇਂ ਕਿ ਸਰਬੱਤ ਖਾਲਸਾ ਦੇ ਵਿੱਚ ਵੀ ਕਿਹਾ ਗਿਆ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਨੇ। ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਚੋਣਾਂ ਨੇ ਉਹ 170 ਮੈਂਬਰ ਚੁਣੇ ਜਾਂਦੇ ਨੇ। 170 ਮੈਂਬਰਾਂ ਦੇ ਵਿੱਚੋਂ ਆਈ ਥਿੰਕ, ਜੇ ਮੈਂ ਗਲਤ ਨਾ ਵੀ ਹੋਵਾਂ, ਇਸ ਪ੍ਰੈਜ਼ੈਂਟ ਸਥਿਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਜਿਨ੍ਹਾਂ ਮੈਂਬਰਾਂ ਦੀ ਸਪੋਰਟ ਕੀਤੀ ਜਾਂਦੀ ਆ, ਉਹਨਾਂ ਨੂੰ ਮੈਂਬਰ ਬਣਾਇਆ ਜਾਂਦਾ, ਉਹਨਾਂ ਦੀ ਗਿਣਤੀ 140 ਦੇ ਕਰੀਬ ਬਰਾਬਰ ਆ। 5 ਸਾਲਾਂ ਬਾਅਦ ਇਲੈਕਸ਼ਨ ਹੁੰਦੀਆਂ ਨੇ, ਹਰ 5 ਸਾਲ ਬਾਅਦ ਇਲੈਕਸ਼ਨ ਹੁੰਦੀਆਂ ਨੇ। ਪਰ ਪਿਛਲੇ ਵਾਰੀ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਵੱਲੋਂ ਇਸ ਗੱਲ ਦੀ ਲੋੜ ਸਮਝੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੀ ਸਪੋਰਟ ਵਾਲੇ ਅੱਗੇ ਮੈਂਬਰ ਲੈ ਕੇ ਜਾਏ ਜਾਣ। ਉਸ ਦਾ ਕੋਈ ਜ਼ਿਆਦਾ ਫਾਇਦਾ ਤਾਂ ਨਹੀਂ ਹੋਇਆ, ਨੁਕਸਾਨ ਜ਼ਿਆਦਾ ਹੋਇਆ ਸੀ। ਪੰਥਕ ਕਹਾਉਣ ਵਾਲੀ ਸਰਕਾਰ ਨੂੰ ਕਿਤੇ ਨਾ ਕਿਤੇ ਦੂਜੀ ਪਾਰਟੀ ਤੇ ਦੋਸ਼ ਲੱਗੇ ਸੀ ਕਿ ਰਾਜਨੀਤਿਕ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। 170 ਮੈਂਬਰੀ ਚੋਣ ਕਰਨੀ ਆ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਲੱਗ ਹੋ ਚੁੱਕੀ ਆ, ਕੋਰਟ ਦੇ ਵਿੱਚੋਂ ਡਿਸੀਜਨ ਆ, ਉਹਨਾਂ ਦੀ ਲੈਜਿਸਲੇਟਿਵ ਅਸੈਂਬਲੀ ਨੇ ਡਿਸੀਜਨ ਲੈ ਲਿਆ। ਸੋ ਜਿਹੜੀਆਂ 5 ਸਾਲ ਦੀਆਂ ਚੋਣਾਂ ਹੋਣੀਆਂ ਨੇ, ਉਹ ਕਦੇ ਵੀ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਮੁਤਾਬਕ, ਮੇਰਾ ਖਿਆਲ ਹੈ ਐਂਡ ਆਫ ਦਸੰਬਰ ਇਹ ਚੋਣਾਂ ਦੇ ਬਾਰੇ ਡਿਸੀਜਨ ਲਿਆ ਜਾਊਗਾ ਕਿ ਜਿਹੜੀਆਂ ਪਿਛਲੀਆਂ ਚੋਣਾਂ ਹੋਈਆਂ ਸੀ ਉਹਨਾਂ ਨੂੰ ਮਾਨਤਾ ਦਿੱਤੀ ਜਾਵੇ ਜਾਂ ਨਹੀਂ। ਜੇ ਦਿੱਤੀ ਵੀ ਗਈ ਤਾਂ ਉਹਨਾਂ ਦਾ ਕਾਰਜਕਾਲ ਆਲਮੋਸਟ ਫਿਨਿਸ਼ ਹੀ ਹੋ ਚੁੱਕਿਆ। ਜਿਹੜਾ ਪਿਛਲਾ ਕਾਰਜਕਾਲ ਸਰਦਾਰ ਅਵਤਾਰ ਸਿੰਘ ਮੱਕੜ ਹੋਰਾਂ ਨੇ ਐਜ਼ ਏ ਪ੍ਰਧਾਨ ਕੀਤਾ, ਉਹ ਰਿਜ਼ਲਟ ਉਹਨਾਂ ਨੂੰ ਲਿਆਉਣ ਦੀ ਲੋੜ ਹੀ ਨਹੀਂ ਪਈ, ਕੋਰਟ ਨੇ ਇੰਪਲੀਮੈਂਟ ਨਹੀਂ ਕੀਤਾ, ਪਰ ਉਹ ਪ੍ਰਧਾਨ ਰਹੇ ਤੇ ਦੂਜੇ ਵੀ ਮੈਂਬਰ ਰਹੇ। ਵੋਟਾਂ ਹੋਣੀਆਂ ਨੇ। ਸਿੱਖ ਜਿੰਨੀਆਂ ਵੀ ਜਥੇਬੰਦੀਆਂ ਨੇ, ਕਿਸੇ ਨਾਲ ਧੋਖਾ ਨਾ ਕਰੀਏ, ਕਿਸੇ ਨਾਲ ਧੱਕਾ ਨਾ ਕਰੀਏ। ਜਿੰਨੀ ਸਿੱਖ ਤੇ ਸਾਡੀ ਪ੍ਰੋਬਲਮ ਹੋਈ ਆ, ਸਿੱਖਾਂ ਦੇ ਮਸਲੇ ਸਿੱਖਾਂ ਦੇ ਵਿੱਚ ਬਹਿ ਕੇ ਨਜਿੱਠੇ ਜਾ ਸਕਦੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜੇ ਕਿਸੇ ਰਾਜਸੀ ਪਾਰਟੀ ਦਾ ਲਾਹਾ, ਮੈਂ ਨਹੀਂ ਕਹਿੰਦਾ ਨਹੀਂ ਲੈਣਾ ਚਾਹੀਦਾ, ਪਰ ਕਿਤੇ ਨਾ ਕਿਤੇ ਇਹ ਨਾ ਭੁੱਲ ਜਾਇਓ ਕਿ ਰਾਜਸੀ ਜੇ ਅਸੀਂ ਛੰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਕਰਦੇ ਹਾਂ, ਕਿਤੇ ਦੂਜੀ ਕੋਈ ਪਾਰਟੀ ਉਹਦਾ ਲਾਹਾ ਨਾ ਲੈ ਜਾਵੇ। ਇਹ ਰਾਜਸੀ ਮਸਲੇ ਨੇ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਹੋਰ ਸਾਡੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਮ੍ਰਿਤਸਰ ਦੇ ਵਿੱਚ ਜਾ ਕੇ ਇੱਕ ਬਹੁਤ ਵੱਡੀ ਚੁਣੌਤੀ ਹੋਊਗੀ ਸਿੱਖ ਧਰਮ ਲਈ। ਐਡੇ ਵੱਡੇ ਇਕੱਠ ਦਿਖਾਉਣ ਦਾ ਤਾਂ ਹੀ ਫਾਇਦਾ ਜੇ ਉਸ ਵੇਲੇ ਜੇ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਉਹਨਾਂ ਦੇ ਅਪੁਆਇੰਟੀ ਜਥੇਦਾਰ ਤੋਂ ਇੰਨੀ ਹੀ ਗੁੱਸੇ 'ਚ ਹੋ ਜਾਂ ਉਹਨਾਂ ਦੀ ਚਾਹੁੰਦੇ ਹੋ, ਉਸ ਮੌਕੇ ਨੂੰ ਨਾ ਖੁੰਝਣ ਦਿਓ। ਇੱਕ ਡੈਮੋਕ੍ਰੇਸੀ, ਵਰਲਡ ਦੀ ਵੱਡੀ ਡੈਮੋਕ੍ਰੇਸੀ 'ਚ ਰਹਿੰਦੇ ਹੋ, ਡੈਮੋਕ੍ਰੈਟਿਕ ਪ੍ਰੋਸੈਸ ਦੇ ਨਾਲ ਦੇਅਰ ਇਜ਼ ਅ ਵੇ ਟੂ ਚੇਂਜ ਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਜਿਹੜੀ ਐਗਜ਼ੈਕਟਿਵ ਆ ਉਹਨੂੰ ਚੇਂਜ ਕਰਨ ਦੀ ਗੱਲ ਕੀਤੀ ਜਾ ਸਕਦੀ ਆ, ਮੈਂਬਰਸ਼ਿਪ ਨੂੰ ਚੇਂਜ ਕਰਨ ਦੀ ਗੱਲ ਕੀਤੀ ਜਾ ਸਕਦੀ ਆ, ਜਥੇਦਾਰਾਂ ਦੀਆਂ ਨਿਯੁਕਤੀਆਂ ਨੂੰ ਗੱਲ ਕੀਤੀ ਜਾ ਸਕਦੀ ਆ। ਤੇ ਉਸ ਫੈਸਲੇ ਦਾ ਅੱਜ ਤੱਕ ਕੋਈ ਵਰਲਡ ਦੀ ਪਾਵਰ ਵਿਰੋਧ ਵੀ ਨਹੀਂ ਕਰੂਗੀ। ਦਵਿੰਦਰ ਜੀ, ਟਾਈਮ ਕਾਫੀ ਹੋ ਚੁੱਕਾ ਹੈ, ਸਾਨੂੰ ਇੱਥੇ ਦਰਸ਼ਕਾਂ ਤੋਂ ਇਜਾਜ਼ਤ ਲੈਣੀ ਪਊਗੀ। ਜਾਣ ਤੋਂ ਪਹਿਲਾਂ ਇਹ ਦਰਸ਼ਕਾਂ ਨੂੰ ਜ਼ਰੂਰ ਕਵਾਂਗੇ ਕਿ ਅਸੀਂ ਇੱਕ ਨੌਨ ਬਾਇਸ ਤਰੀਕੇ ਨਾਲ ਇਹ ਸ਼ੋਅ ਨੂੰ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਸੀ। ਸਾਰਿਆਂ ਨੂੰ, ਕਾਫੀ ਲੋਕਾਂ ਨਾਲ ਗੱਲ ਕਰਕੇ ਅਸੀਂ ਜੋ ਸਮਰੀ ਸਾਨੂੰ ਮਿਲੀ ਉਹ ਅਸੀਂ ਦਰਸ਼ਕਾਂ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਹੋ ਸਕਦਾ ਤੁਹਾਡੇ 'ਚੋਂ ਕੁਛ ਨੂੰ ਪਸੰਦ ਆਈਆਂ ਹੋਣ, ਤੁਹਾਡੇ 'ਚੋਂ ਕੁਛ ਨੂੰ ਨਾ ਪਸੰਦ ਆਈਆਂ ਹੋਣ। ਤੁਸੀਂ ਸਾਨੂੰ ਸੁਝਾਅ ਜ਼ਰੂਰ ਦਿਓ, ਹੇਠ ਲਿਖੇ ਫੋਨ ਨੰਬਰ ਜਾਂ ਈਮੇਲ 'ਤੇ ਤੁਸੀਂ ਸਾਨੂੰ ਸੁਝਾਅ ਭੇਜ ਸਕਦੇ ਜੋ। ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ, ਜਿਹੜੀ ਆਪਣੀ ਪਹਿਲੇ ਮਤੇ 'ਤੇ ਗੱਲ ਹੋਈ ਸੀ ਕਿ 3 ਨਵੇਂ ਜਥੇਦਾਰਾਂ ਦੀ ਨਿਯੁਕਤੀ, ਉਸ ਦੇ ਵਿੱਚ ਸੰਗਤ ਦੇ ਵਿੱਚ ਕੋਈ ਪਰਸੈਂਟੇਜ ਵਾਈਜ਼ ਤਾਂ ਨਹੀਂ ਸਾਨੂੰ ਪਤਾ। ਸੰਗਤ ਇੱਕ ਪਾਸੇ ਕਹਿ ਰਹੀ ਹੈ ਕਿ 3 ਨਵੇਂ ਜਥੇਦਾਰ ਜਿਹੜੇ ਨਿਯੁਕਤ ਕੀਤੇ ਰਹੇ ਨੇ ਉਹ ਚੰਗੀ ਗੱਲ ਆ। ਹਵਾਰਾ ਭਾਈ ਹਵਾਰਾ ਦੀ ਨਿਯੁਕਤੀ, ਭਾਈ ਦਾਦੂਵਾਲ ਦੀ ਨਿਯੁਕਤੀ, ਭਾਈ ਅਜਨਾਲਾ ਦੀ ਨਿਯੁਕਤੀ, ਇਹ ਕੌਮ ਦੇ ਲਈ ਇੱਕ ਚੰਗਾ ਸੰਦੇਸ਼ ਆ। ਦੂਜੇ ਪਾਸੇ ਉਹ ਕਹਿ ਰਹੇ ਨੇ ਕਿ ਇਹ ਜਿਹੜੀਆਂ ਨਿਯੁਕਤੀਆਂ ਨੇ ਇਹ ਗਲਤ ਨੇ, ਜਥੇਦਾਰ ਰਿਪਲੇਸ ਹੋਣੇ ਚਾਹੀਦੇ ਸੀ, ਪਰ ਕੇਅਰ ਟੇਕਰ ਬਣਾਉਣ ਤੋਂ ਪਹਿਲਾਂ ਇੱਕ ਸਮੂਹ ਸੰਗਤ ਨੂੰ ਫੈਸਲਾ ਲੈਣਾ ਚਾਹੀਦਾ ਸੀ। ਇਹ ਸਾਰੀ ਸਮੂਹ ਸੰਗਤ ਨਹੀਂ ਹੈ ਜੀ। ਕਈ ਕਹਿੰਦੇ ਨੇ ਕਿ ਬਿਲਕੁਲ ਹੀ ਨਹੀਂ, ਜਥੇਦਾਰਾਂ ਨੂੰ ਲੋੜ ਦੀ ਬਦਲਣ ਦੀ ਗੱਲ ਹੀ ਨਹੀਂ ਸੀ। ਕਈ ਲੋਕੀ ਕਹਿੰਦੇ ਹੋਣਗੇ ਕਿ 5 ਜਥੇਦਾਰ ਬਦਲ ਦੇਣੇ ਚਾਹੀਦੇ ਸੀ। ਸੋ ਇਟ ਇਜ਼ ਨਾਟ ਯੂਨੈਨਿਮਸ। ਤੇ ਚੱਕਦੇ ਟੀਵੀ ਵੱਲੋਂ ਸਾਡੀ ਆਪਣੀ ਕੋਈ ਰਾਏ ਨਹੀਂ। ਵੀ ਜਸਟ ਵਾਂਟ ਟੂ ਪ੍ਰੋਵਾਈਡ ਯੂ ਦ ਇਨਫੋਰਮੇਸ਼ਨ ਕਿ ਜਿੰਨੇ ਪਹਿਲੂ ਨੇ ਕਿ ਵੱਖ-ਵੱਖ ਲੋਕਾਂ ਤੋਂ ਕੱਲ੍ਹ ਦੇ ਸਮਾਗਮ ਦੇ ਦੌਰਾਨ, ਸਮਾਗਮ ਤੋਂ ਬਾਅਦ, ਸਮਾਗਮ ਤੋਂ ਪਹਿਲਾਂ ਜਿੰਨਾ ਵੀ ਸਾਨੂੰ ਮੌਕਾ ਮਿਲਣ ਦਾ ਗੱਲ ਕੀਤਾ, ਜਿਹੜਾ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਅਸੀਂ ਤੁਹਾਡੇ ਸਾਹਮਣੇ ਰੱਖਣ ਦੀ ਗੱਲ ਕੀਤੀ ਆ ਕਿ ਇੱਕ ਕਲੀਅਰ ਵਿਜ਼ਨ ਇਹ ਸੀਗਾ ਕਿ ਜਿਹੜੇ ਲੋਕੀ ਕਿੰਤੂ ਪਰੰਤੂ ਕਰ ਰਹੇ ਨੇ ਉਹ ਕਿਉਂ ਕਰ ਰਹੇ ਨੇ, ਜਾਂ ਜਿਹੜੇ ਲੋਕੀ ਇਸ ਦਾ ਸਮਰਥਨ ਕਰ ਰਹੇ ਨੇ ਉਹ ਕਿਉਂ ਕਰ ਰਹੇ ਨੇ।
ਜੇ ਕਿਤੇ ਰਾਜਨੀਤਿਕ ਸਮੈਲ ਜਿਹੜੀ ਪਹਿਲਾਂ ਵੀ ਆਉਂਦੀ ਸੀ ਜਾਂ ਆਉਣ ਵਾਲੇ ਸਮੇਂ ਦੇ ਵਿੱਚੋਂ ਆਊਗੀ, ਉਸ ਦੇ ਕੀ ਪਹਿਲੂ ਹੋ ਸਕਦੇ ਨੇ ਸਿਟਕੌਮ ਲਈ, ਅਸੀਂ ਤਾਂ ਇਹੀ ਦੁਆ ਕਰਦੇ ਹਾਂ, ਹਮੇਸ਼ਾ ਹੀ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਸਿਟਕੌਮ ਦਾ ਹਮੇਸ਼ਾ ਹੀ ਭਲਾ ਹੋਵੇ, ਸਿਟਕੌਮ ਚੜ੍ਹਦੀ ਕਲਾ ਦੇ ਵਿੱਚ ਰਵੇ। ਸਿਟਕੌਮ ਤੇ ਜਦੋਂ ਵੀ ਕੋਈ, ਅੱਜ ਪਹਿਲੀ ਵਾਰ ਕੋਈ ਸਾਡੇ ਤੇ ਏਡੀ ਵੱਡੀ ਮੁਸ਼ਕਿਲ ਨਹੀਂ ਆਈ, ਇਦੋਂ ਵੱਡੀਆਂ ਮੁਸ਼ਕਿਲਾਂ ਆਈਆਂ ਨੇ। ਸਿਟਕੌਮ ਨੇ ਹਮੇਸ਼ਾ ਹੀ ਵੱਧ ਚੜ੍ਹ ਕੇ ਵੱਡੀ ਤੋਂ ਵੱਡੀ ਪ੍ਰੋਬਲਮ, ਵੱਡੀ ਤੋਂ ਵੱਡੀ ਕਠਿਨਾਈ ਦਾ ਸਾਹਮਣਾ ਕੀਤਾ। ਸਾਡੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ, ਸ਼੍ਰੀ ਗੁਰੂ ਨਾਨਕ ਦੇਵ ਜੀ, ਜਿੰਨੀ ਵੀ ਅਸੀਂ ਅਰਦਾਸ ਕਰ ਸਕਦੇ ਹਾਂ ਉਹਨਾਂ ਅੱਗੇ ਇਹੀ ਅਰਦਾਸ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਕੌਮ ਦਾ ਭਲਾ ਕਰੋ, ਸਿੱਖ ਕੌਮ 'ਤੇ ਇੱਕ ਮਿਹਰ ਭਰਨੀ ਵਾਲਾ ਹੱਥ ਧਰੋ ਅਤੇ ਸਿੱਖ ਕੌਮ ਦਾ ਜਿੰਨਾ ਭਲਾ ਹੋ ਸਕੇ ਓਨਾ ਹੀ ਵਧੀਆ ਹੈਗਾ। ਇੱਕ ਚੀਜ਼ ਮੈਂ ਹੋਰ ਇੱਥੇ ਦਰਸ਼ਕਾਂ ਨੂੰ ਜ਼ਰੂਰ ਰਿਕੁਐਸਟ ਕਰੂੰਗਾ, ਅਸੀਂ ਹਮੇਸ਼ਾ ਸ਼ੋਅ ਕਰੀਦੇ ਆ, ਤੁਹਾਨੂੰ ਰਿਕੁਐਸਟ ਕਰੀਦੀ ਆ ਸਾਨੂੰ ਸੁਝਾਅ ਭੇਜਿਓ, ਫੋਨ ਕਰਿਓ, ਪਰ ਅੱਜ ਦੇ ਸ਼ੋਅ ਵਾਸਤੇ ਮੈਂ ਤੇ ਦਵਿੰਦਰ ਜੀ ਇੱਕ ਸਪੈਸ਼ਲ ਰਿਕੁਐਸਟ ਕਰ ਰਹੇ ਹਾਂ ਕਿ ਪਲੀਜ਼ ਤੁਸੀਂ ਫੋਨ ਚੱਕਿਓ, ਸਾਨੂੰ ਫੋਨ ਕਰਿਓ, ਚਾਹੇ ਈਮੇਲ ਕਰਿਓ, ਸਾਨੂੰ ਆਪਣੇ ਸੁਝਾਅ ਜ਼ਰੂਰ ਦਿਓ। ਸਰਬੱਤ ਖਾਲਸੇ ਦੇ ਜੋ ਫੈਸਲੇ ਨੇ, ਜੋ ਸਿੱਖਾਂ ਵਾਸਤੇ ਫੈਸਲੇ ਨੇ ਜਿਹੜੇ, ਇਹ ਸਾਡੇ ਸਾਰਿਆਂ ਦੇ ਵਾਸਤੇ ਨੇ। ਇਹਦਾ ਅਸੀਂ ਸਾਡੇ ਸਾਰਿਆਂ ਦੇ ਕੀ ਵਿਚਾਰ ਆ, ਇਹ ਭਾਵੇਂ ਪੰਜਾਬ 'ਚ ਕੋਈ ਬੈਠਾ ਹੋਵੇ, ਭਾਵੇਂ ਕੋਈ ਕੈਨੇਡਾ 'ਚ ਬੈਠਾ ਹੋਵੇ ਜਿਹੜਾ ਸਾਡਾ ਮੋਹਰੀ ਬਣ ਕੇ ਜਾਂਦਾ ਹੋਵੇ, ਉਹਨਾਂ ਤੱਕ ਪਹੁੰਚਾਉਣੇ ਬਹੁਤ ਜ਼ਰੂਰੀ ਆ। ਪਲੀਜ਼ ਈਮੇਲ ਜਾਂ ਫੋਨ ਜ਼ਰੂਰ ਕਰਿਓ। ਸਾਡੇ ਆਫਿਸ ਲਗਭਗ 15-16 ਘੰਟੇ ਖੁੱਲ੍ਹੇ ਰਹਿੰਦੇ ਨੇ, ਸਾਰੇ ਹੀ ਫੋਨ ਚੱਕਣ ਵਾਲੇ ਪੰਜਾਬੀ ਬੋਲਦੇ ਨੇ। ਤੁਸੀਂ ਜਦੋਂ ਮਰਜ਼ੀ ਫੋਨ ਕਰਕੇ ਆਪਣੇ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਜੋ। ਬੜੀ ਵਧੀਆ ਗੱਲ ਕੀਤੀ ਹੈ ਹਰਪ੍ਰੀਤ ਜੀ। ਤੁਸੀਂ ਜਾਣ ਤੋਂ ਪਹਿਲਾਂ ਮੈਂ ਵੀ ਇਹੀ ਬੇਨਤੀ ਕਰਨੀ ਚਾਹੂੰਗਾ ਕਿ ਜਿੰਨੇ ਸੁਝਾਅ 'ਤੇ ਤੁਸੀਂ ਸਾਨੂੰ ਸਵਾਲ ਕਰਦੇ ਹੋ ਜਾਂ ਕੋਈ ਸੁਜੈਸ਼ਨ ਦਿੰਦੇ ਹੋ, ਉਸ ਦਾ ਸਾਡੇ ਆਉਣ ਵਾਲੇ ਪ੍ਰੋਗਰਾਮਾਂ 'ਤੇ ਬਹੁਤ ਅਸਰ ਪੈਂਦਾ। ਕਈ ਵਾਰ ਸਾਡੇ ਤੋਂ ਕੋਈ ਗਲਤੀ ਵੀ ਹੋ ਜਾਂਦੀ ਹੈ, ਜਦੋਂ ਗਲਤੀ ਤੁਸੀਂ ਸਾਨੂੰ ਦੱਸਦੇ ਹੋ ਕਿ ਇਹ ਗਲਤੀ ਆ, ਉਹ ਗਲਤੀ ਨੂੰ ਠੀਕ ਕਰਨ ਦੇ ਵਿੱਚ ਕਾਫੀ ਸਹਾਈ ਹੁੰਦੇ ਨੇ। ਅਸੀਂ ਆਪਣੇ ਇੱਕ ਨਿਮਾਣੇ ਜਿਹੇ ਪ੍ਰੋਗਰਾਮ ਦੇ ਵਿੱਚ, ਇੱਕ ਨਿਮਾਣੇ ਜਿਹੇ ਹੋਸਟ ਬਣ ਕੇ ਜਿੰਨੀ ਕੋਸ਼ਿਸ਼ ਕੀਤੀ ਆ, ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਕਲੀਅਰ ਪਿਕਚਰ ਲਿਆਉਣ ਦੀ ਕੋਸ਼ਿਸ਼ ਕੀਤੀ ਆ। ਜੇ ਕਿਸੇ ਦੇ ਵੀ ਦਿਲ ਨੂੰ ਜਾਂ ਕਿਸੇ ਨੂੰ ਅਸੀਂ ਕਿਸੇ ਦੇ ਦਿਲ ਨੂੰ ਥੋੜ੍ਹੀ ਜਿਹੀ ਠੇਸ ਪਹੁੰਚਾਈ ਹੋਵੇ ਤਾਂ ਸਾਨੂੰ ਮਾफ़ ਕਰਨਾ, ਵੀ ਆਲਰੇਡੀ ਅਪੋਲੋਜਾਈਜ਼ ਦੈਟ, ਪਰ ਆਪਣੇ ਵਿਚਾਰ ਤੇ ਸੁਝਾਅ ਜ਼ਰੂਰ ਦਿਓ। ਥੈਂਕ ਯੂ ਵੈਰੀ ਮੱਚ। ਸਤਿ ਸ਼੍ਰੀ ਅਕਾਲ ਜੀ।